सत श्री अकाल जी। तुसी वेख रहे हो पंजाब मेल USA TV। मैं हाँ संजीव यश खन्ना, मेरे नाल ने सीनियर जर्नलिस्ट नरेंद्र सत्ती जी। तुहाडा सारिਆਂ ਦਾ स्वागत खबर जंक्शन दे विच। सत्ती सर, बहुत कुछ पंजाब च वापर रहा है, नवा जी, ते कुछ पुरानियां खबरां भी अगे आ रही ने, पर आपां शुरुआत करांगे अमरीका की धरती तो, जिथे पिछले दिनी गर्भपात के खिलाफ कानून पास होया जी, तो हुण एजिटेशन शुरू हो गई ने। लेडीज़ सड़कों पर उतर आईयां ने तो उन्होंने कहा कि मर्द भी साडा साथ देन, क्योंकि ये साडे जो बुनियादी हक ने उन्होंने उत्ते एक अटैक है, साड़ी आज़ादी के उत्ते अटैक है, क्योंकि मेरी बॉडी मेरी मलकीयत है, उन्होंने मैं जिद्दां मर्जी इस्तेमाल कर सकती हाँ, और अणचाहिया गर्भ अपने अंदर पालना वो मेरी इच्छा के विरुद्ध है, मेरे मनुखी अधिकारों के विरुद्ध है। सो इस तरह दी सारियां गल्लां सामने आ रही हैं। हाँ, देखो रलमा मिलमा जिहा प्रतिक्रम हैगा अमरीका विच भी जी। कुछ स्टेट्स जिहड़े आ उन्होंने जिहड़ियां अबॉर्शन क्लिनिक्स आ बंद भी कर दित्तियां, साजो समान हटाता हैगा। बजाते खुद जिहड़े बाइडन ने राष्ट्रपति जो बाइडन होरी वो भी हक च नहीं गए दे, है ना। वो कहंदे आ भी इहदे जो भी आ मतलब उहदे ते पुनर्विचार होना चाहिए हैगा, पर सुप्रीम कोर्ट कहती आ भी नहीं, ये औरतों की मानसिक ते सरीरक सेहत ते जिहड़ा आ मंद प्रभाव पैंदे आ, इस करके बंद करना बनदा। और जिहड़ा पहला कानून सीगा उन्होंने सरकार ने सुप्रीम कोर्ट ने रद्द कर दिता, 50 साल पुराना 50 साल पुराना जी। सो वड्डी पद्धर ते उत्थे मुजाहरे हो रहे आ औरतां वल्लों, मतलब जिहड़ियां औरतां दे हकूक लई सरगर्म जिहड़ियां तंजीमां ने ओह जथेबंदियां आ, ਉਹਦੇ ਵਿੱਚ ਬੰਦੇ ਵੀ ਆ, ਔਰਤਾਂ ਵੀ ਆ, ਉਹਦੇ ਹੱਕ ਮਤਲਬ ਇਹਦੇ ਖਿਲਾਫ ਮੁਜ਼ਾਹਰੇ ਕਰ ਰਹੀਆਂ ਹੈਗੀਆਂ। ਦੇਖੋ ਜੇ ਕੁਦਰਤ ਵੱਲੋਂ ਦੇਖਿਆ ਜਾਵੇ ਤਾਂ ਇੱਕ ਤਾਂ ਇਹ ਕੁਦਰਤ ਦੀ ਖਿਲਾਫ ਵਰਜੀ ਹੈਗੀ, ਅਦਰਵਾਈਜ਼ ਜੇ ਦੇਖਿਆ ਜਾਵੇ ਵੀ ਜਿਹੜਾ ਅਬੋਰਸ਼ਨ ਆ ਇੱਕ ਐਂਟੀ ਨੇਚਰ ਹੈ, ਐਂਟੀ ਨੇਚਰ ਹੈ, ਠੀਕ ਹੈ। ਜੇ ਦੂਜੇ ਬੰਨੇ ਦੇਖਿਆ ਜਾਵੇ ਜਿਵੇਂ ਅੱਜ ਦਾ ਸਮਾਂ ਨਿਕਲ ਰਿਹਾ, ਜਾਂ ਆਪਾਂ ਕਹਿ ਸਕਦੇ ਹਾਂ ਵੀ ਦੁਨੀਆ ਭਰ ਦੇ ਵਿੱਚ ਮਨੁੱਖੀ ਹੱਕਾਂ ਲਈ ਜਿਹੜੀਆਂ ਲੜਾਈਆਂ ਲੜੀਆਂ ਜਾ ਰਹੀਆਂ ਜੀ ਜੀ। ਪਹਿਲਾਂ ਤਾਂ ਵੋਟ ਦਾ ਹੱਕ ਹੀ ਨਹੀਂ ਸੀ ਹੁੰਦਾ, ਔਰਤਾਂ ਨੂੰ ਨਹੀਂ ਸੀ ਹੁੰਦਾ, ਅਮਰੀਕਾ 'ਚ ਵੀ ਨਹੀਂ ਸੀ ਹੁੰਦਾ, ਠੀਕ ਹੈ। ਹਾਂਜੀ, ਇੰਗਲੈਂਡ ਦੇ ਵਿੱਚ ਸ਼ੁਰੂਆਤ ਹੁੰਦੀ ਹੈ, ਫਿਰ ਹੌਲੀ ਹੌਲੀ ਅਮਰੀਕਾ 'ਚ ਆ ਜਾਂਦਾ ਹੈਗਾ। ਜੀ ਜੀ, ਦਰੁਸਤ। ਫਿਰ ਦੁਨੀਆ ਭਰ ਦੇ ਵਿੱਚ ਮਰਦ ਔਰਤ ਬਰਾਬਰ ਆ, ਉਹਦੀ ਮਤਲਬ ਉਹਦੀ ਚਰਚਾ ਆ, ਉਹਦੇ ਲਈ ਜ਼ੋਰਦਾਰ ਢੰਗ ਨਾਲ ਆਵਾਜ਼ ਉਠਾਈ ਜਾਂਦੀ ਆ ਵੀ ਕਿਸੇ ਵੀ ਸੂਰਤ ਵਿੱਚ ਔਰਤਾਂ ਜਿਹੜੀਆਂ ਮਰਦਾਂ ਨਾਲੋਂ ਘੱਟ ਨੇ। ਹਾਂਜੀ, ਇਹਦੇ ਨਾਲ ਜਦੋਂ ਮਨੁੱਖੀ ਹੱਕਾਂ ਦੀ ਗੱਲ ਆਉਂਦੀ ਆ, ਜਾਂ ਮਨੁੱਖ ਆਪਣੀ ਮਰਜ਼ੀ ਨਾਲ ਸਵੈ ਇੱਛਾ ਨਾਲ ਕੀ ਕਰ ਸਕਦਾ ਤੇ ਕੀ ਨਹੀਂ ਕਰ ਸਕਦਾ, ਉਹਦੇ ਵਿੱਚ ਔਰਤਾਂ ਕਹਿੰਦੀਆਂ ਵੀ ਸਾਡਾ ਸਰੀਰ ਆ, ਸਾਡਾ ਇਹਦੇ 'ਤੇ ਅਧਿਕਾਰ ਹੈਗਾ, ਹੈ ਨਾ। ਹਾਂਜੀ, ਅਸੀਂ ਆਪਣੇ ਸਰੀਰ ਨਾਲ ਜੋ ਮਰਜ਼ੀ ਕਰੀਏ, ਸਾਡਾ ਨਿੱਜੀ ਮਸਲਾ ਆ, ਹੈ ਨਾ। ਹਾਂਜੀ, ਇਹਦੇ 'ਚ ਸੁਪਰੀਮ ਕੋਰਟ ਦਾ ਜਿਹੜਾ ਦਖਲ ਹੈ ਕਾਨੂੰਨ ਬਣਾਉਣਾ ਇਹਦੇ ਖਿਲਾਫ, ਖਾਸ ਕਰਕੇ ਜਿਹੜਾ ਅਬੋਰਸ਼ਨ ਦੇ ਵਿੱਚ DNC ਦੇ ਖਿਲਾਫ, ਉਹ ਸਾਡੇ ਮਾਨਵੀ ਹੱਕਾਂ ਦਾ ਜਾਂ ਮਨੁੱਖੀ ਹੱਕਾਂ ਦਾ ਘਾਣ ਕਰਨ ਦੇ ਤੁੱਲ ਦੱਸਦੀਆਂ ਹੈਗੀਆਂ, ਹੈ ਨਾ। ਸੋ ਗੱਲ ਇਹ ਆ ਬਈ ਦੇਖੋ ਸੁਪਰੀਮ ਕੋਰਟ ਦੇ ਵਿੱਚ ਵੀ ਜਿਹੜੇ ਜੱਜਸ ਨੇ, ਜਿਹੜੇ ਸੁਪਰੀਮ ਕੋਰਟ ਤੱਕ ਪਹੁੰਚਦੇ ਆ, ਜਾਂ ਇੱਕ ਹੇਠਲੀ ਅਦਾਲਤ ਦਾ ਵੀ ਜੱਜ ਹੋਵੇ, ਉਹ ਜੱਜ ਕਰਦਾ ਹੈ, ਜੱਜ ਕਰਨ ਤੋਂ ਬਾਅਦ ਆਪਣੀ ਜੱਜਮੈਂਟ ਦਿੰਦਾ, ਹੈ ਨਾ। ਗੱਲ ਇਹ ਹੈ ਕਿ ਤੁਸੀਂ ਜਿਹੜਾ ਇੱਕ ਸ਼ਬਦ ਵਿੱਚ ਬੋਲਿਆ ਨਾ, ਐਂਟੀ ਨੇਚਰ ਜੀ, ਤਾਂ ਕਈ ਲੋਕ ਇਹ ਮੰਨਦੇ, ਕੁਦਰਤ ਦੀ ਖਿਲਾਫ ਵਰਜੀ ਹੈ ਇਹ, ਬਿਲਕੁਲ ਖਿਲਾਫ ਵਰਜੀ ਮੰਨਦੇ ਨੇ ਕਈ ਲੋਕ, ਔਰ ਇਹਨੂੰ ਇੱਕ ਕਤਲ ਦੇ ਬਰਾਬਰ ਵੀ ਮੰਨਿਆ ਜਾਂਦਾ ਕਿ ਇੱਕ ਤੁਹਾਡੇ ਅੰਦਰ ਇੱਕ ਬੱਚਾ ਹੈ, ਤੁਸੀਂ ਉਹਨੂੰ ਜਨਮ ਦੇਣ ਤੋਂ ਪਹਿਲਾਂ ਹੀ ਤੁਸੀਂ ਉਹਨੂੰ ਮਾਰ ਦਿੱਤਾ ਅੰਦਰ। ਐਬੋਰਸ਼ਨ ਦਾ ਮਤਲਬ ਤਾਂ ਇਹੀ ਹੈ ਕਿ ਕਤਲ ਦੇ ਬਰਾਬਰ ਹੈ। ਕਈ ਇੱਦਾਂ ਦੀਆਂ ਸੰਸਥਾਵਾਂ ਨੇ ਜੋ ਇਸ ਸਾਡੇ ਖਾਸ ਕਰਕੇ, ਕਿਉਂਕਿ ਜਿਹੋ ਜਿਹਾ ਮਤਲਬ ਸਮਾਜਿਕ ਵਰਤਾਰਾ ਸਾਡਾ ਰਿਹਾ, ਸਾਡੇ ਕੁੜੀਆਂ ਨਹੀਂ ਸੀ ਜੰਮਣ ਦਿੰਦੇ, ਹਨ। ਸਾਡੇ ਕੁਛ ਹੋਰ ਕਿਸਮ ਦਾ ਜਿਹੜਾ ਅਬੋਰਸ਼ਨ ਉੱਥੇ ਵੀ ਅਬੋਰਸ਼ਨ ਸੀਗਾ, ਹੈ ਨਾ, ਬਿਲਕੁਲ ਰਿਹਾ। ਤੇ ਪਰ ਉੱਥੇ ਇਹਦਾ ਹੋਰ ਰੂਪ ਹੈਗਾ, ਹੈ ਨਾ, ਅਬੋਰਸ਼ਨ ਦਾ। ਤਾਂ ਉਹ ਜਿੱਦਾਂ ਤੁਸੀਂ ਕਹਿੰਦੇ ਆ ਵੀ ਕੁਦਰਤ ਦੀ ਤੁਸੀਂ ਗੱਲ ਕਰ ਰਹੇ ਸੀ ਸੰਜੀਵ ਜੀ, ਵੀ ਇਹ ਹੈ ਤਾਂ ਕੁਦਰਤ ਦੇ ਖਿਲਾਫ ਨਾ। ਬਿਲਕੁਲ, ਕਿਉਂਕਿ ਕਹਿੰਦੇ ਨੇ ਕਿ ਸਾਇੰਸ ਬਹੁਤ ਤਰੱਕੀ ਕਰ ਗਈ ਹੈ, ਤੁਸੀਂ ਹੋਰ ਕਈ ਮੈਥਡਸ ਅਪਣਾ ਸਕਦੇ ਹੋ। ਜੇ ਤੁਹਾਨੂੰ ਬੱਚਾ ਨਹੀਂ ਚਾਹੀਦਾ ਤੇ ਤੁਸੀਂ ਕਈ ਹੋਰ ਮੈਥਡਸ ਅਪਣਾ ਸਕਦੇ ਹੋ। ਖੈਰ, ਬਹਿਸ ਦਾ ਵਿਸ਼ਾ ਹੈ ਤੇ ਲੇਡੀਜ਼ ਸਟ੍ਰਾਈਕ ਤੇ ਨੇ, ਔਰ ਇੱਥੋਂ ਤੱਕ ਵੀ ਗੱਲ ਕਈ ਲੇਡੀਜ਼ ਟਵੀਟ ਕਰਦੀਆਂ ਪਈਆਂ ਨੇ ਕਿ ਜੇ ਤੁਸੀਂ ਸਾਡੇ ਹੱਕਾਂ ਦੇ ਵਿੱਚ ਖੜੇ ਨਹੀਂ ਹੋ ਸਕਦੇ
ਜੇ ਤੁਸੀਂ ਸਾਨੂੰ ਸਾਡੇ ਹੱਕ 'ਚ ਆਵਾਜ਼ ਨਹੀਂ ਉਠਾ ਸਕਦੇ, ਜੇ ਤੁਸੀਂ ਇਹ ਹੱਕ ਨਹੀਂ ਦਿੰਦੇ ਕਿ ਸਾਡੇ ਜਿਸਮ 'ਤੇ ਸਾਡਾ ਹੱਕ ਹੋਵੇ, ਤਾਂ ਫਿਰ ਤੁਹਾਨੂੰ ਵੀ ਕੋਈ ਹੱਕ ਨਹੀਂ ਕਿ ਤੁਹਾਡਾ ਸਾਡੇ ਜਿਸਮ 'ਤੇ ਹੱਕ ਹੋਵੇ। ਮਤਲਬ ਉਹ ਜੋ ਪਤੀ ਪਤਨੀ ਦੇ ਆਪਸੀ ਸੰਬੰਧ ਨੇ ਉਹਨਾਂ ਉੱਤੇ ਵੀ ਸਟ੍ਰਾਈਕ ਦੀ ਗੱਲ, ਸਟ੍ਰਾਈਕ ਦੀ ਕੁਐਸਚਨ ਮਾਰਕ ਲੱਗ ਰਿਹਾ ਹੈ ਪਤੀ ਪਤਨੀ ਦੇ ਆਪਸੀ ਸੰਬੰਧਾਂ ਦੇ ਉੱਤੇ ਜੀ। ਸੋ ਇਹ ਸਾਰਾ ਵਰਤਾਰਾ ਹੈ। ਹੁਣ ਦੇਖੋ ਗੱਲ ਕਿੱਧਰ ਨੂੰ ਜਾਂਦੀ ਹੈ। ਫਿਲਹਾਲ ਤੇ ਬਹਿਸ ਛਿੜੀ ਹੋਈ ਹੈ ਜੀ। ਸੋ ਆਪਾਂ ਹੁਣ ਪੰਜਾਬ ਦੀ ਇਹਦੇ ਜਿਹੜਾ ਅਮਰੀਕਾ ਵਾਲਾ ਮੁੱਦਾ ਹੈ, ਇਹ ਪੂਰੀ ਦੁਨੀਆ 'ਚ ਇਸ ਵੇਲੇ ਬਹਿਸ ਦਾ ਵਿਸ਼ਾ ਆ। ਇਹਦੇ ਤੇ ਗਹਿਨ ਗੰਭੀਰ ਵਿਚਾਰਾਂ ਹੋ ਰਹੀਆਂ ਕਿ ਬਾਕੀ ਦੇਸ਼ਾਂ ਦੀ ਸੋਚ ਤੇ ਵੀ ਉਹਦਾ ਅਸਰ ਹੋਏਗਾ ਕਿ ਫਾਈਨਲ ਕਿੱਥੇ ਪਹੁੰਚਦਾ ਹੈ ਰਿਜ਼ਲਟ। ਬਿਲਕੁਲ ਇਹਦੇ ਜਿਹੜੇ ਦੂਰ ਰਸ ਸੱਟੇ ਨਿਕਲਣਗੇ, ਨਤੀਜੇ ਨਿਕਲਣਗੇ। ਹਮੇਸ਼ਾ ਇਹ ਦੇਖਿਆ ਜਾਂਦਾ ਕਿ ਵੱਡੇ ਵੱਡੇ ਦੇਸ਼ਾਂ ਦੇ ਵਿੱਚ ਜਿੱਥੇ ਸਮਾਜ ਦੇ ਵਿੱਚ ਜੋ ਵਰਤਾਰੇ ਹੋਣ ਤਾਂ ਉਹ ਡਿਵੈਲਪਡ ਕੰਟਰੀ ਹੈ, ਤਾਂ ਡਿਵੈਲਪਿੰਗ ਕੰਟਰੀਜ਼ ਵੀ ਉਹਨਾਂ ਚੀਜ਼ਾਂ ਨੂੰ ਅਪਣਾਉਂਦੇ ਨੇ। ਅਸੀਂ ਹਮੇਸ਼ਾ ਦੇਖਦੇ ਹਾਂ ਡਿਵੈਲਪਡ ਕੰਟਰੀ ਨਹੀਂ, ਮਤਲਬ ਥਾਣੇਦਾਰੀ ਕਰ ਰਿਹਾ ਦੁਨੀਆ ਦੇ ਉੱਤੇ ਅਮਰੀਕਾ ਜਿਹੜਾ ਹੈ। ਹਾਂ, ਜਿੱਦਾਂ ਵੀ ਇਹਨੂੰ ਤੁਸੀਂ ਕਹਿ ਸਕਦੇ ਹੋ, ਗਲੋਬਲ ਪੁਲਿਸਮੈਨ ਵੀ ਬਣਿਆ ਫਿਰਦਾ ਹੈ। ਬਿਲਕੁਲ। ਤੇ ਜਿੱਦਾਂ ਦੇ ਉੱਥੇ ਫੈਸਲੇ ਹੁੰਦੇ ਨੇ, ਜਿੱਦਾਂ ਉੱਥੇ ਸਾਰਾ ਵਰਤਾਰਾ ਹੁੰਦਾ, ਜੋ ਉੱਥੇ ਸੋਚ ਹੁੰਦੀ ਹੈ, ਜੋ ਉਹਨਾਂ ਦਾ ਪੁਆਇੰਟ ਆਫ ਵਿਊ ਹੁੰਦਾ, ਉਹਦਾ ਅਸਰ ਪੈਂਦਾ ਬਾਕੀ ਦੁਨੀਆ ਦੇ। ਬਿਲਕੁਲ। ਸੋ ਹੁਣ ਆਪਾਂ ਪੰਜਾਬ ਦੀ ਧਰਤੀ ਤੇ ਆਈਏ। ਤਾਜ਼ਾ ਬਜਟ ਬਿਲਕੁਲ ਜੀ, ਬਿਲਕੁਲ ਹੋਇਆ ਜੀ, ਐਲਾਨ ਕਰ ਦਿੱਤਾ ਹੈ ਚੀਮਾ ਸਾਹਿਬ ਨੇ, ਪੜ੍ਹ ਕੇ ਸੁਣਾਇਆ ਤੇ ਬਾਗੋ ਬਾਗ ਕੀਤਾ। ਕਹਿੰਦੇ ਨੇ ਜੀ ਮੈਂ ਪੰਜਾਬੀਆਂ ਨੂੰ ਇੱਦਾਂ ਦਾ ਬਜਟ, ਇੱਦਾਂ ਦਾ ਕ੍ਰਾਂਤੀਕਾਰੀ ਬਜਟ ਅੱਜ ਤੱਕ ਨਹੀਂ ਆਇਆ ਸੀ ਜਿੱਦਾਂ ਦਾ ਅਸੀਂ ਦਿੱਤਾ ਹੈ। ਤੇ ਮਾਨ ਸਾਹਿਬ ਵੀ ਕਹਿੰਦੇ ਨੇ ਕਿ ਅਸੀਂ ਕਰਕੇ ਦਿਖਾਉਂਦੇ ਪਏ ਆ ਜੋ ਅਸੀਂ ਤੁਹਾਡੇ ਨਾਲ ਵਾਅਦੇ ਕੀਤੇ ਨੇ। ਸੋ ਕਿੱਦਾਂ ਦਾ ਲੱਗਦਾ ਤੁਹਾਨੂੰ ਇਹ ਬਜਟ? ਦੇਖੋ, ਮੋਟੇ ਤੌਰ 'ਤੇ ਤਾਂ ਇਹ ਆ ਪਈ ਅੱਜ ਵਾਹਵਾ ਉਹਨਾਂ ਨੇ ਆਪਣੇ ਬਜਟ ਨੂੰ ਜਾਇਜ਼ ਠਹਿਰਾਉਂਦੇ ਜਿਹੜੇ ਇਸ਼ਤਿਹਾਰ ਵੀ ਦਿੱਤੇ ਆ ਅਖਬਾਰਾਂ ਤੇ, ਪਹਿਲੇ ਪੰਨਿਆਂ ਤੇ ਆਪਣੇ ਨੁਕਤੇ ਵੀ ਪੇਸ਼ ਕੀਤੇ ਆ। ਬਿਲਕੁਲ। ਤੇ ਦੇਖੋ ਜਿੱਦਾਂ ਹੁੰਦਾ ਨਾ ਪ੍ਰਾਈਮਾ ਫਸ਼ਾਈ ਪਈ ਦੇਖਦਿਆਂ ਸਾਰ ਕੀ ਲੱਗਦਾ ਹੈਗਾ, ਹਨਾ। 35 ਸੱਟੇ ਕੀ ਤੁਹਾਨੂੰ 35 ਸੱਟੇ ਕੀ ਸਾਹਮਣੇ ਆਇਆ? 35 ਸੱਟੇ ਤਾਂ ਇਦਾਂ ਲੱਗਦਾ ਵੀ ਪੰਜਾਬ ਦੀ ਬਿਹਤਰੀ ਲਈ ਆ, ਘੱਟੋ ਘੱਟ ਲੋਕਾਂ ਦੇ ਭਲੇ ਦੀ ਗੱਲ ਕੀਤੀ ਗਈ ਆ। ਜੀ ਜੀ। ਕਿਉਂਕਿ ਅੱਜ ਤੱਕ ਤੁਸੀਂ ਕਦੀ ਸੁਣਿਆ ਪਈ ਜਿਹੜਾ ਬਜਟ ਆ ਉਹਦਾ ਸਿਹਤ, ਸਿੱਖਿਆ, ਖੇਡਾਂ ਲਈ ਕਦੀ ਕੋਈ ਧਿਆਨ ਦਿੱਤਾ ਹੋਵੇ? ਬਿਲਕੁਲ ਸਹੀ ਗੱਲ ਹੈ। ਠੀਕ ਹੈ। ਔਰ ਆਮ ਲੋਕਾਂ ਨੂੰ ਧਿਆਨ 'ਚ ਰੱਖ ਕੇ ਕਦੀ ਬਜਟ ਬਣਾਇਆ ਗਿਆ ਹੋਵੇ? ਸਰਮਾਏਦਾਰਾਂ ਨੂੰ ਧਿਆਨ ਵਿੱਚ ਰੱਖਿਆ ਜਾਂਦਾ, ਸਦਾ ਇੰਡਸਟਰੀਲਿਸਟਾਂ ਨੂੰ ਧਿਆਨ ਵਿੱਚ ਰੱਖਿਆ ਜਾਂਦਾ, ਬਲਕਿ ਉਹਨਾਂ ਦੇ ਸੁਝਾਵਾਂ ਤੇ ਅਮਲ ਕੀਤਾ ਜਾਂਦਾ ਹੈਗਾ, ਜੋ ਉਹਨਾਂ ਨੂੰ ਸੂਟ ਕਰੇ। ਸੋ ਇੱਕ ਤਾਂ ਪਹਿਲੀ ਗੱਲ ਆ ਵੀ ਕੋਈ ਨਵਾਂ ਟੈਕਸ ਨਹੀਂ ਲਾਇਆ ਹੈ ਨਾ। ਦੂਜਾ ਇਹ ਆ ਵੀ 24% ਵਾਧਾ ਇਕੱਲਾ ਸਿਹਤ ਤੇ ਪਰਿਵਾਰ ਭਲਾਈ ਲਈ ਕੀਤਾ ਗਿਆ ਹੈਗਾ। ਬਿਲਕੁਲ ਸਹੀ। ਔਰ ਮੇਰੀ ਜਾਚੇ ਬਹੁਤ ਜ਼ਿਆਦਾ ਵਾਧਾ ਹੈਗਾ, 24% ਕੋਈ ਛੋਟੀ ਜੀ ਗੱਲ ਨਹੀਂ ਹੈਗੀ, ਹੈ ਨਾ। ਇਸੇ ਤਰ੍ਹਾਂ ਟੈਕਨੀਕਲ ਐਜੂਕੇਸ਼ਨ, ਮੈਡੀਕਲ ਸਿੱਖਿਆ ਖੋਜ ਵਿੱਚ ਉਹਦੇ 'ਚ 57% ਦਾ ਵਾਧਾ ਕਰਦੇ ਆ। ਤਕਨੀਕੀ ਸਿੱਖਿਆ 'ਚ 48% ਦਾ ਵਾਧਾ ਹੁੰਦਾ। ਟੈਕਨੀਕਲ ਐਜੂਕੇਸ਼ਨ ਇਸ ਵੇਲੇ ਨੀਡ ਆਫ ਦਾ ਆਵਰ ਆ, ਹੈ ਨਾ। ਬਿਲਕੁਲ ਸਰ। ਜਿਹੜਾ ਪਹਿਲਾਂ ਲੱਗਦਾ ਹੁੰਦਾ ਸੀਗਾ ਵੀ ਜਿਹੜੇ ਕੰਪਿਊਟਰ ਇੰਜੀਨੀਅਰਸ ਨੇ ਉਹ ਸਰਪਲਸ ਹੋ ਗਏ ਆ ਤੇ ਹੁਣ ਉਹਨਾਂ ਨੂੰ ਕਿਸੇ ਨੇ ਨਹੀਂ ਪੁੱਛਣਾ। ਗਾਂ ਤੋਂ ਗਾਂ ਜ਼ਮਾਨਾ ਹੀ ਜਿਹੜਾ ਕੰਪਿਊਟਰ ਦਾ ਆ ਰਿਹਾ, ਸੌਫਟਵੇਅਰ ਦਾ ਆ ਰਿਹਾ। ਸੌਫਟਵੇਅਰ ਦਾ ਟੈਕਨੀਕਲੀ ਜਿਹੜਾ ਬੰਦਾ ਸਾਊਂਡ ਨਾ ਹੋਵੇ ਉਹ ਵਿਚਾਰੇ ਦੀ ਕਿਤੇ ਪੁੱਛਗਿੱਛ ਨਹੀਂ ਹੁੰਦੀ ਹੈਗੀ, ਹੈ ਨਾ। ਸੋ ਇਸੇ ਤਰ੍ਹਾਂ ਜਿਹੜਾ ਹੈਗਾ ਸਿੱਖਿਆ ਦੇ ਖੇਤਰ ਵਿੱਚ, ਜਿਹੜਾ ਐਜੂਕੇਸ਼ਨ ਦੇ ਵਿੱਚ 16.5% ਦੇ ਕਰੀਬ 16.27% ਜਿਹੜਾ ਆ ਉਹ ਵਾਧਾ ਕੀਤਾ ਹੈਗਾ, ਹੈ ਨਾ। ਤੇ ਖੇਡਾਂ ਮਤਲਬ ਜਿਹੜੀਆਂ ਯੁਵਕ ਸੇਵਾਵਾਂ ਹੈਗੀਆਂ ਉਹਦੇ ਲਈ 52% ਜਿਹੜਾ ਵਾਧਾ ਕੀਤਾ ਹੈਗਾ। ਇਹ ਜਿਹੜੇ ਇਹ ਵਾਧੇ ਹੋਏ ਆ, ਇਹ ਪਹਿਲੀ ਵਾਰੀ ਮੈਨੂੰ ਲੱਗਦਾ ਪਈ ਬਜਟ ਦੇ ਵਿੱਚ ਪੰਜਾਬ ਦੇ ਵਿੱਚ ਕਿਤੇ ਵੇਖਣ ਨੂੰ ਮਿਲੇ ਹੈਗੇ ਆ। ਸਹੀ ਹੈ। ਸੋ ਇਹਦੀ ਸ਼ਲਾਘਾ ਕਰਨੀ ਬਣਦੀ ਆ, ਹੈ ਨਾ। ਤੁਸੀਂ ਦੇਖੋ ਪੁਲਿਸ ਪ੍ਰਸ਼ਾਸਨ ਦੇ ਉੱਤੇ, ਹਾਂਜੀ, ਸਿਕਿਉਰਿਟੀਜ਼ ਦੇ ਉੱਤੇ, ਖੇਤੀਬਾੜੀ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਬਿਲਕੁਲ। ਨਵੀਂ ਇੰਡਸਟਰੀ ਕਿਵੇਂ ਸਥਾਪਿਤ ਕਰਨੀ ਹੈ, ਕਿਸਾਨਾਂ ਦੀ ਭਲਾਈ ਲਈ 11,500 ਕਰੋੜ 11,560 ਕਰੋੜ ਜਿਹੜੇ ਆ, ਬਹੁਤ ਵਧੀਆ ਉਹ ਰੁਪਏ ਜਿਹੜੇ ਆ ਰੱਖੇ ਗਏ ਆ। ਕਾਫੀ ਕੁਝ ਹੈ। ਬਿਲਕੁਲ ਬਿਲਕੁਲ ਜੀ। ਔਰ ਜਿਹੜੇ 1 ਜੁਲਾਈ ਤੋਂ 300 ਯੂਨਿਟ ਅੱਗੇ ਸੀਗਾ ਨਾ ਵੀ ਗਰੀਬਾਂ ਪਛੜਿਆਂ ਨੂੰ, ਸਮੂਹ ਨਾਗਰਿਕਾਂ ਨੂੰ 300 ਯੂਨਿਟ ਵੀ ਜੇ ਮਹੀਨੇ ਦੇ ਤੁਹਾਨੂੰ ਮੁਫਤ ਮਿਲਦੇ ਆ ਤੇ ਤੁਹਾਡਾ ਬਹੁਤ ਵੱਡੀ ਗੱਲ ਹੈ। ਬਜਟ, ਤੁਹਾਡੇ ਪਰਿਵਾਰ ਦੇ ਬਜਟ ਦੇ ਵਿੱਚ ਬਹੁਤ ਫਰਕ ਪੈਂਦਾ ਹੈਗਾ। ਇੱਕ ਚੀਜ਼ ਹੈ ਜੀ, ਮੇਰੇ ਖਿਆਲ ਲੇਡੀਜ਼ ਨਾਰਾਜ਼ ਹੋਣਗੀਆਂ ਕਿਉਂਕਿ 1000 ਰੁਪਏ ਦਾ ਹਜੇ ਕੋਈ ਜ਼ਿਕਰ ਨਹੀਂ ਮਿਲਿਆ। ਉਹ ਖੈਰ ਉਹ ਕਹਿੰਦੇ ਆ ਵੀ ਅਸੀਂ ਥੋੜਾ ਕਰਾਂਗੇ, ਪਰ ਹੋਰ ਤੁਸੀਂ ਦੇਖੋ ਸ਼ਹੀਦ ਭਗਤ ਸਿੰਘ ਹਰਿਆਵਲ ਲਹਿਰ ਜਿਹੜੀ ਆ, ਬਹੁਤ ਵਧੀਆ। ਇਸ ਵੇਲੇ ਆਪਾਂ ਨੂੰ ਰੁੱਖਾਂ ਦੀ, ਜੰਗਲਾਂ ਦੀ ਬਹੁਤ ਲੋੜ ਹੈਗੀ ਆ, ਹੈ ਨਾ। ਉਹਦੇ ਤਹਿਤ 60 ਲੱਖ ਬੂਟੇ, ਮਤਲਬ ਪੰਜਾਬ ਫਿਰ ਜੇ ਕਿਤੇ 60 ਲੱਖ ਬੂਟੇ ਪ੍ਰਵਾਨ ਚੜ ਜਾਣ
ਪਸ਼ੂਆਂ ਤੋਂ ਜੰਗਲੀ ਜਾਨਵਰਾਂ ਤੋਂ ਜਿੱਥੇ ਜਿੱਥੇ ਵੀ ਉਹਨਾਂ ਦੀ ਪਲਾਂਟੇਸ਼ਨ ਕੀਤੀ ਜਾਂਦੀ ਆ ਤਾਂ 60 ਲੱਖ ਬੂਟੇ ਤਾਂ ਪੰਜਾਬ ਦੇ ਵਿੱਚ ਬਹੁਤ ਵੱਡੀ ਬਹੁਤ ਵੱਡੀ ਅਹਿਮ ਚੀਜ਼ ਹੈ। ਔਰ ਇੱਕ ਅਹਿਮ ਚੀਜ਼ ਇਹ ਹੈ ਸਤੀ ਜੀ ਕਿ ਭਗਤ ਸਿੰਘ ਨਾਲ ਜੋੜੀ ਗਈ ਇਹ ਗੱਲ ਜੀ, ਔਰ ਇਹ ਲੋਕ ਇਮੋਸ਼ਨਲ ਹੋ ਕੇ ਜ਼ਰੂਰ ਭਗਤ ਸਿੰਘ ਦੀ ਯਾਦ ਦੇ ਵਿੱਚ ਬੂਟੇ ਲਗਾਉਣਾ ਜੀ, ਇਹ ਬੜਾ ਪਿਆਰਾ ਫੈਸਲਾ ਹੈ। ਕੋਈ ਹੋਰ ਗੱਲ ਵੀ ਕਹਿ ਸਕਦੇ ਸੀ ਪਰ ਦੇਖਿਆ ਗਿਆ ਕਿ ਜਿਵੇਂ ਭਗਤ ਸਿੰਘ ਦੀ ਤਸਵੀਰ ਲਗਾਉਂਦੇ ਨੇ, ਬਾਬਾ ਸਾਹਿਬ ਦੀ ਵੀ ਤਸਵੀਰ ਲਗਾਉਂਦੇ ਨੇ, ਤਾਂ ਭਗਤ ਸਿੰਘ ਨੂੰ ਸਾਹਮਣੇ ਰੱਖ ਕੇ ਜੋ ਇਹ ਫੈਸਲਾ ਹੋਇਆ ਇਹ ਇਮੋਸ਼ਨਲੀ ਲੋਕਾਂ ਨੂੰ ਜੋੜਨਾ ਇਸ ਸਕੀਮ ਦੇ ਨਾਲ। ਬਿਲਕੁਲ ਬਿਲਕੁਲ, ਇਹ ਬਹੁਤ ਵਧੀਆ ਗੱਲ ਹੋਈ ਹੈ। ਔਰ ਹੋਰ ਤੁਸੀਂ ਦੇਖੋ ਭਈ ਰੱਖਿਆ ਮੁਲਾਜ਼ਮਾਂ ਨੂੰ ਜਿਹੜੇ ਪੁਲਿਸ ਮੁਲਾਜ਼ਮਾਂ ਜਿਹੜੀ ਐਕਸ ਗ੍ਰੇਸ਼ੀਆ ਸਹਾਇਤਾ ਸੀਗੀ ਉਹ 50 ਲੱਖ ਮਿਲਦੀ ਸੀ ਬਿਲਕੁਲ, ਤੇ ਉਹ ਦੁੱਗਣੀ ਕਰ ਦਿੱਤੀ ਗਈ ਆ 1 ਕਰੋੜ ਰੁਪਈਆ ਜਿਹੜਾ ਆ ਵੀ ਦੇਖੋ ਉਹ ਬਣਦਾ ਹੱਕ ਜਿਹੜਾ ਨਾ ਕੁਛ ਨਾ ਕੁਛ ਤਾਂ ਪਰਿਵਾਰ ਨੂੰ ਰਾਹਤ ਮਿਲੇ। ਇੱਕ ਚੀਜ਼ ਤੁਸੀਂ ਹੋਰ ਦੇਖੋ ਜਿਹੜੀ ਸੜਕ ਹਾਦਸਿਆਂ ਨੂੰ ਲੈ ਕੇ ਜੀ ਫਰਿਸ਼ਤਾ, ਹਾਂ ਫਰਿਸ਼ਤਾ ਨਾਂ ਦੀ ਜਿਹੜੀ ਸਕੀਮ ਸ਼ੁਰੂ ਕੀਤੀ ਹੈ ਲਾਂਚ ਹੋ ਰਹੀ ਆ ਕਿ ਜਿਹੜਾ ਉਹਦੇ ਤਹਿਤ ਹਾਂਜੀ ਜਿਹੜਾ ਬੰਦਾ ਉਹ ਲੈ ਕੇ ਆਏਗਾ ਹਸਪੀਟਲ, ਹਾਂਜੀ ਜਿਹੜਾ ਉਸ ਦੀ ਸੇਵਾ ਕਰੇਗਾ ਜਿਹਨੂੰ ਐਕਸੀਡੈਂਟ ਦੇ ਵਿੱਚ ਸੱਟਾਂ ਲੱਗੀਆਂ ਨੇ ਤਾਂ ਉਹਨੂੰ ਵੀ ਐਪਰੀਸ਼ੀਏਸ਼ਨ ਮਿਲੇਗੀ ਤੇ ਨਾਲ ਜਿਹੜਾ ਬੰਦਾ ਘਾਇਲ ਹੋ ਗਿਆ ਜਿਹਨੂੰ ਸੱਟ ਲੱਗੀ ਹੈ ਉਹਦਾ ਮੁਫਤ ਇਲਾਜ ਵੀ ਸਰਕਾਰ ਵੱਲੋਂ ਹੋਏਗਾ। ਇਹ ਬਹੁਤ ਵੱਡੀ ਗੱਲ ਆ, ਬਹੁਤ ਵੱਡੀ ਗੱਲ। ਤੁਸੀਂ ਦੇਖੋ ਵੀ ਆਮ ਤੌਰ ਤੇ ਕੀ ਹੁੰਦਾ ਵੀ ਜਦੋਂ ਦੇਖੋ ਜਦੋਂ ਕਿਤੇ ਕੋਈ ਅਣਹੋਣੀ ਘਟਨਾ ਵਾਪਰਦੀ ਆ, ਦੁਰਘਟਨਾਵਾਂ ਵਾਪਰਦੀਆਂ ਨੇ ਸੜਕਾਂ ਤੇ, ਜਿੱਦਾਂ ਦਾ ਆਪਣਾ ਸਿਸਟਮ ਆ ਆਏ ਦਿਨ ਐਕਸੀਡੈਂਟ ਹੁੰਦੇ ਨੇ ਤੇ ਸਭ ਤੋਂ ਮਤਲਬ ਨੇੜਲੇ ਹਸਪਤਾਲ ਦੇ ਵਿੱਚ ਚੁੱਕ ਕੇ ਲਿਜਾਇਆ ਜਾਂਦਾ ਬੰਦੇ ਨੂੰ। ਉਹ ਨੇੜਲੇ ਕਈ ਵਾਰੀ ਇੱਦਾਂ ਵੀ ਦੇਖਣ ਚ ਆਉਂਦਾ ਪਈ ਉੱਥੇ ਬੰਦਿਆਂ ਦੀ ਇੱਕ ਤੋਂ ਪਹਿਲੇ ਦੁਖੀ ਹੁੰਦੇ ਆ ਟੱਬਰ, ਸੱਟਾਂ ਫੇਟਾਂ ਲੱਗੀਆਂ ਹੁੰਦੀਆਂ ਜੀ, ਦੂਸਰਾ ਉਹਨਾਂ ਦੀ ਉੱਥੇ ਸ਼ੈੱਲ ਪੂਰੀ ਲਾਈ ਜਾਂਦੀ ਆ, ਹੈ ਨਾ, ਪ੍ਰਾਈਵੇਟਾਈਜ਼ਡ ਠੀਕ। ਉਹਨਾਂ ਨੂੰ ਜਦੋਂ ਹੁਣ ਬੰਦੇ ਨੂੰ ਇੱਦਾਂ ਆ ਵੀ ਸੜਕ ਹਾਦਸੇ ਦੇ ਵਿੱਚ ਜ਼ਖਮੀ ਹੁੰਦਾ, ਸੱਟ ਲੱਗਦੀ ਆ, ਜੇ ਸਰਕਾਰ ਖਰਚਾ ਚੱਕਦੀ ਆ ਤੇ ਇਹ ਆਮ ਲੋਕਾਂ ਲਈ ਬਹੁਤ ਵੱਡੀ ਰਾਹਤ ਹੋਊ। ਔਰ ਅੱਜ ਖਾਸ ਤੌਰ ਤੇ ਮੀਟਿੰਗ ਵੀ ਹੋਣ ਜਾ ਰਹੀ ਹੈ, ਐਮਰਜੈਂਸੀ ਮੀਟਿੰਗ। ਹਾਂ ਹਾਲੇ ਉਹਦੇ ਬਾਰੇ ਕੋਈ ਏਜੰਡਾ ਤਾਂ ਨਹੀਂ ਜ਼ਾਹਰ, ਪਰ ਲੱਗਦਾ ਹੀ ਹੈ ਕਿ ਜਿਹੜਾ ਬਜਟ ਇਹਨਾਂ ਨੇ ਐਲਾਨਿਆ ਹੈ ਹਾਂਜੀ ਉਹਦੇ ਉੱਤੇ ਦੁਬਾਰਾ ਡਿਸਕਸ਼ਨ ਹੋਏਗੀ। ਬਿਲਕੁਲ, ਕਿਉਂਕਿ ਇਹ ਤਾਂ ਜਿਵੇਂ ਤੁਸੀਂ ਪਹਿਲਾਂ ਕਿਹਾ ਨਾ ਕਿ ਹਜੇ ਪਹਿਲੇ ਦਰਸ਼ਨ ਨੇ, ਬਿਲਕੁਲ ਹੁਣ ਪਹਿਲੇ ਦਰਸ਼ਨ ਤੋਂ ਬਾਅਦ ਲੋਕਾਂ ਦੀ ਰਿਐਕਸ਼ਨ ਹੋਈ ਔਰ ਉਸ ਤੋਂ ਬਾਅਦ ਉਹਦੇ ਚ ਕੀ ਕੁਝ ਹੋਰ ਕਰਨਾ ਚਾਹੀਦਾ। ਦੂਸਰਾ ਇੱਕ ਵਿਧਾਇਕ ਇੱਕ ਪੈਨਸ਼ਨ 19.53 ਕਰੋੜ ਦੀ ਰਾਹਤ ਮਿਲਦੀ ਆ ਸਰਕਾਰ ਨੂੰ, ਮਤਲਬ ਪੰਜਾਬ ਨੂੰ ਕਹੋ ਸੂਬੇ ਨੂੰ ਮਿਲਦੀ ਆ ਨਾ। ਉਹ ਪਹਿਲਾਂ ਮਤਲਬ ਵੀ ਜਿੰਨੀ ਵਾਰੀ ਵਿਧਾਇਕ ਬਣਦੇ ਆ 19 ਵਾਰੀ ਪੈਨਸ਼ਨ ਲੱਗਦੀ ਸੀ, ਉਹਨੂੰ ਵੀ ਲਾਗੂ ਕਰ ਰਹੇ ਆ, ਹਨਾ, ਬਹੁਤ ਵਧੀਆ। ਤੇ ਉਹ ਜੇ ਦੇਖੋ ਤੁਸੀਂ 20 ਕਰੋੜ ਜਾਂ 19.5 ਕਰੋੜ ਰੁਪਈਆ ਬਹੁਤ ਜ਼ਿਆਦਾ ਹੁੰਦਾ, ਉਹਨੂੰ ਕਿਤੇ ਸੂਬੇ ਦੀ ਭਲਾਈ ਲਈ ਵਰਤਿਆ ਜਾ ਸਕਦਾ ਹੈਗਾ, ਹਨ। ਤੇ ਦੂਸਰਾ ਐਂਟੀ ਕਰਪਸ਼ਨ ਐਕਸ਼ਨ ਲਾਈਨ ਜਿਹੜੀ ਆ ਉਹਦੀ ਸ਼ੁਰੂਆਤ ਕੀਤੀ ਗਈ ਆ, ਹਨ। ਬਿਲਕੁਲ। ਤੇ ਇਸ ਤਰ੍ਹਾਂ ਕੁੱਲ ਮਿਲਾ ਕੇ ਨਾ ਬਜਟ ਦੇ ਵਿੱਚ ਲੋਕਾਂ ਨੂੰ ਦੇਖੋ ਜੇ ਟੈਕਸ ਹੀ ਨਹੀਂ ਕੋਈ ਨਵਾਂ ਲਾਇਆ ਤੇ ਇਹਦਾ ਮਤਲਬ ਸਿੱਧੀ ਰਾਹਤ ਹੈਗੀ ਆ ਲੋਕਾਂ ਨੂੰ, ਸਿੱਧੀ ਰਾਹਤ ਹੈ। ਹੁਣ ਦੂਜਾ ਚੈਲੰਜ ਇਹ ਰਹੇਗਾ ਕਿ ਖਜ਼ਾਨੇ ਦੇ ਵਿੱਚ ਜੋ ਅਸੀਂ ਸਾਰੇ ਜਾਣਦੇ ਹਾਂ ਕਿ ਘਾਟਾ ਹੈ ਉਹਨੂੰ ਪੂਰਾ ਕਿਵੇਂ ਕਰਨਾ ਹੈ, ਕਿਉਂਕਿ ਨਵੇਂ ਟੈਕਸ ਕੋਈ ਲੱਗੇ ਨਹੀਂ ਜੀ। ਉਸ ਤੋਂ ਬਾਅਦ ਹੋਰ ਕਿਹੜੇ ਢੰਗ ਅਪਣਾਏ ਜਾਣਗੇ ਜਿਸ ਤਰੀਕੇ ਨਾਲ ਜੋ ਬਜਟ ਦਾ ਘਾਟਾ ਹੈ ਉਹ ਪੂਰਾ ਕੀਤਾ ਜਾਏ, ਪੁਰਾਣੇ ਜਿਹੜੇ ਕਰਜ਼ੇ ਨੇ ਉਹ ਲਾਏ ਜਾਣ, ਕਿਉਂਕਿ ਜਦੋਂ ਤੱਕ ਉਹ ਨਹੀਂ ਲੈਣਗੇ ਉਦੋਂ ਤੱਕ ਅਸੀਂ ਵਿਕਾਸ ਵੱਲ ਨਹੀਂ ਵੱਧ ਸਕਦੇ, ਅਸੀਂ ਸਾਰੇ ਜਾਣਦੇ ਹਾਂ ਜੀ। ਇੱਕ ਹੋਰ ਗੱਲ, ਇਨਵੈਸਟਮੈਂਟ, ਪੂੰਜੀ ਨਿਵੇਸ਼, ਇਹ ਕਿੱਦਾਂ ਇਨਵਾਈਟ ਕੀਤੀ ਜਾਵੇ ਕਿ ਭਾਰਤ ਦੇ ਵਿੱਚ ਵੀ ਜਿਹੜੇ ਅਮੀਰ ਲੋਕ ਨੇ ਜਾਂ ਅਮੀਰ ਇੰਡਸਟਰੀਜ਼ ਨੇ ਉਹ ਪੰਜਾਬ ਦੇ ਵਿੱਚ ਪੂੰਜੀ ਨਿਵੇਸ਼ ਕਰਨਾ ਚਾਹੁਣ, ਇਨਵੈਸਟਮੈਂਟ ਕਰਨਾ ਚਾਹੁਣ। ਬਾਹਰ ਵੀ ਵਿਦੇਸ਼ਾਂ ਦੇ ਵਿੱਚ ਜਿਹੜੇ ਲੋਕ ਬੈਠੇ ਨੇ ਉਹਨਾਂ ਨੂੰ ਕਿੱਦਾਂ ਇਨਵਾਈਟ ਕੀਤੀ ਜਾਵੇ, ਉਹਨਾਂ ਨੂੰ ਕਿੱਦਾਂ ਅਟਰੈਕਟ ਕੀਤਾ ਜਾਵੇ ਕਿ ਉਹ ਵੀ ਆ ਕੇ ਪੂੰਜੀ ਨਿਵੇਸ਼ ਕਰਨ, ਕਿਉਂਕਿ ਜਦੋਂ ਤੱਕ ਪੂੰਜੀ ਨਿਵੇਸ਼ ਨਹੀਂ ਹੋਏਗਾ, ਚਾਹੇ ਉਹ ਐਗਰੀਕਲਚਰ ਦਾ ਸੈਕਟਰ ਹੋਵੇ ਚਾਹੇ ਉਹ ਇੰਡਸਟਰੀ ਸੈਕਟਰ ਹੋਵੇ, ਉਦੋਂ ਤੱਕ ਪੰਜਾਬ ਦਾ ਵਿਕਾਸ, ਪੰਜਾਬ ਦੀ ਇਕੋਨਮੀ ਦਾ ਵਿਕਾਸ ਸੰਭਵ ਨਹੀਂ ਹੈ। ਬਿਲਕੁਲ। ਦੇਖੋ ਜਿਹੜੀ ਵਿਦੇਸ਼ੀ ਪੂੰਜੀ ਹੈ ਨਾ ਉਹਦਾ ਨਿਵੇਸ਼ ਬਹੁਤ ਜ਼ਰੂਰੀ ਹੈ ਔਰ ਉਹਦੇ ਲਈ ਮੈਂ ਸਮਝਦਾ ਪਈ ਜਿਹੜੇ ਸਾਡੇ NRI ਵੀਰ ਆ, ਮੇਰਾ ਖਿਆਲ ਆ ਵੀ ਪੰਜਾਬੀ ਵਿਦੇਸ਼ਾਂ ਦੇ ਵਿੱਚ ਜਿਹੜੇ ਸਭ ਤੋਂ ਅਮੀਰ ਲੋਕ ਆ ਵਿਦੇਸ਼ਾਂ 'ਚ ਵਸਦੇ, ਪੰਜਾਬੀ ਉਹਨਾਂ 'ਚੋਂ ਇੱਕ। ਬਿਲਕੁਲ। ਖਾਸ ਕਰਕੇ ਪੰਜਾਬ ਤੇ ਗੁਜਰਾਤੀ ਜਿਹੜੇ ਆ, ਗੁਜਰਾਤੀ ਵੀ ਟਰੇਡਰ ਹੈਗੇ ਆ ਵਿਦੇਸ਼ਾਂ ਦੇ ਵਿੱਚ, ਉਹ ਵੀ ਆਪਣੇ ਸੂਬੇ ਲਈ ਇਨਵੈਸਟਮੈਂਟ ਬਥੇਰੀ ਕਰਦੇ ਆ, ਪਰ ਪੰਜਾਬ ਦੇ NRI ਜਿਹੜੇ ਆ ਉਹ ਵੀ ਕਿਸੇ ਤੋਂ ਪਿੱਛੇ ਨਹੀਂ ਹੈਗੇ
ਔਰ ਮੈਨੂੰ ਲੱਗਦਾ ਵੀ ਜੇ NRIs ਨੂੰ ਅਟਰੈਕਟ ਕੀਤਾ ਜਾਵੇ, ਇੱਥੇ ਸਰਕਾਰ ਸਹਿਯੋਗ ਕਰੇ, ਸਿੰਗਲ ਵਿੰਡੋ ਸਿਸਟਮ ਹੋਵੇ। ਆਪਾਂ ਗੱਲਾਂ ਹੀ ਕਰਦੇ ਹਾਂ ਸਿੰਗਲ ਵਿੰਡੋ ਸਿਸਟਮ ਦੀਆਂ, ਜੇ ਬਿਜਲੀ ਨਹੀਂ ਮਿਲਣੀ, ਮਜ਼ਦੂਰ ਨਹੀਂ ਕਿਤੇੋਂ ਮੁਹੱਈਆ ਕਰਾਉਣੇ, ਜਿਹੜੇ ਜੇ ਜਿਹੜੇ ਮਜ਼ਦੂਰ ਹੀ ਨਹੀਂ ਤੁਹਾਨੂੰ ਮਿਲਦੇ ਤਾਂ ਕੰਮ ਕਿੱਦਾਂ ਚੱਲਣਗੇ, ਹੈ ਨਾ। ਸਕਿਲਡ ਵਰਕਰ ਨਹੀਂ ਮਿਲਦੇ, ਕੰਮ ਕਿੱਦਾਂ ਚੱਲਣਗੇ। ਬਿਲਕੁਲ ਸਹੀ ਗੱਲ। ਦੂਸਰਾ ਰਾ ਮਟੀਰੀਅਲ ਨਹੀਂ ਮਿਲਦਾ, ਕੰਮ ਕਿੱਦਾਂ ਚੱਲੂਗਾ। ਬਿਜਲੀ ਸਪਲਾਈ ਨਹੀਂ ਟਾਈਮ ਸਿਰ ਹੋਣੀ, ਮਤਲਬ ਵੀ ਜੇ 24 ਘੰਟਿਆਂ 'ਚੋਂ 16 ਘੰਟੇ 20 ਘੰਟੇ ਮਤਲਬ ਬਿਜਲੀ ਨਹੀਂ ਆਉਂਦੀ ਤੇ 4 ਘੰਟਿਆਂ ਦੇ ਵਿੱਚ ਪ੍ਰੋਡਕਸ਼ਨ ਕਿੱਥੋਂ ਦੇਣੀ ਆ, ਹੈ ਨਾ। ਸੋ ਖੱਜਲ ਖੁਆਰੀ ਜਿਹੜੀ ਫਿਰ ਬਿਲਕੁਲ ਸਹੀ, ਰੈੱਡ ਟੇਪਿਜ਼ਮ, ਲਾਲ ਫੀਤਾਸ਼ਾਹੀ, ਠੀਕ ਹੈ, ਉਹ ਇੱਦਾਂ ਦੀਆਂ ਸਾਰੀਆਂ ਚੀਜ਼ਾਂ ਦਾ ਧਿਆਨ ਰੱਖਦਿਆਂ ਜਿਹੜੇ NRI ਆ ਉਹਨਾਂ ਨੂੰ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਪੰਜਾਬ ਦੇ ਵਿੱਚ ਇਨਵੈਸਟਮੈਂਟ ਕਰਨ। ਬਿਲਕੁਲ, ਇਨਵੈਸਟਮੈਂਟ ਵਾਸਤੇ, ਕਿਉਂਕਿ ਜਦੋਂ ਤੱਕ ਤੁਹਾਡੇ ਕੋਲ ਫੋਰਨ ਰਿਜ਼ਰਵ ਨਹੀਂ ਹੈਗੇ ਉਦੋਂ ਤੱਕ ਤੁਸੀਂ ਤਰੱਕੀ ਯਾਫਤਾ ਨਹੀਂ ਗਿਣੇ ਜਾ ਸਕਦੇ ਜੀ। ਫੋਰਨ ਰਿਜ਼ਰਵ ਦਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ, ਕਿਉਂਕਿ ਅਸੀਂ ਖਾਲੀ ਆਪਣੀ ਲੋਕਲ ਮਾਰਕੀਟ ਦੇ ਨਾਲ ਸਾਰੀ ਗੇਮ ਮਾਰਕੀਟ ਦੀ ਨਹੀਂ ਪਲੇ ਕਰ ਸਕਦੇ। ਸਾਨੂੰ ਜੋ ਹੈ ਵਰਲਡ ਲੈਵਲ ਦੇ ਉੱਤੇ ਪਲੇਅਰ ਬਣਨਾ ਹੀ ਪੈਣਾ ਹੈ, ਔਰ ਤਾਂ ਅਸੀਂ ਨੈਸ਼ਨਲ ਲੈਵਲ ਤੇ ਕਿਤੇ ਠਹਿਰ ਸਕਦੇ ਹਾਂ। ਪੰਜਾਬ ਦੀ ਪਛਾਣ ਭਾਰਤ ਦੇ ਵਿੱਚ ਬਣ ਸਕਦੀ ਹੈ ਕਿ ਇੱਕ ਬਿਜ਼ਨਸ ਕਲਾਸ ਵੀ ਇੱਥੋਂ ਆਉਂਦੀ ਹੈ ਜਿਹੜੀ ਭਾਰਤ ਦੀ ਇਕਨੋਮੀ ਦੇ ਵਿੱਚ ਸਪੋਰਟ ਕਰਦੀ। ਜਿੱਥੇ ਅਸੀਂ ਐਗਰੀਕਲਚਰ ਦੇ ਵਿੱਚ, ਕਣਕ ਦੇ ਵਿੱਚ ਆਪਾਂ ਸਪੋਰਟ ਕਰਦੇ ਹਾਂ, ਐਗਰੀਕਲਚਰ ਦੀਆਂ ਪ੍ਰੋਡਕਟਸ ਦੇ ਵਿੱਚ ਅਸੀਂ ਸਪੋਰਟ ਕਰਦੇ ਹਾਂ, ਠੀਕ ਉਸੇ ਤਰ੍ਹਾਂ ਸਾਨੂੰ ਇੰਡਸਟਰੀ ਦੇ ਵਿੱਚ ਵੀ ਸਪੋਰਟ ਕਰਨਾ ਚਾਹੀਦਾ, ਕਿਉਂਕਿ ਸਾਡੇ ਕੋਲ ਪੋਟੈਂਸ਼ੀਅਲ ਹੈ। ਹਾਂ, ਦੂਜੀ ਗੱਲ ਇਹ ਹੈ ਕਿ ਸਾਡੇ ਕੋਲ ਕੋਈ ਸੀ ਪੋਰਟ ਨਹੀਂ ਹੈ, ਕੋਈ ਬੰਦਰਗਾਹ ਨਹੀਂ ਹੈ। ਖੁਸ਼ਕ ਬੰਦਰਗਾਹ ਤਾਂ ਹੈਗੀ ਆ ਪਰ ਉੱਦਾਂ ਬੰਦਰਗਾਹ ਹੈ, ਸ਼ਿਪ ਹੈ ਨਹੀਂ ਜੀ। ਤਾਂ ਸਾਨੂੰ ਕੀ ਕਰਨਾ ਪਏਗਾ, ਸਾਨੂੰ ਕਮਰਸ਼ੀਅਲ 에ਅਰਪੋਰਟਸ ਬਣਾਉਣੇ ਪੈਣਗੇ। ਬਿਲਕੁਲ ਠੀਕ ਹੈ। ਔਰ ਉਸੇ ਤਰ੍ਹਾਂ ਹੀ ਟਰਾਂਸਪੋਰਟ ਮਾਲ ਦੀ ਢੋਆ ਢੁਆਈ ਲਈ ਟਰਾਂਸਪੋਰਟ ਵਾਸਤੇ ਸਾਨੂੰ ਆਪਣੀਆਂ ਸੜਕਾਂ ਨੂੰ ਹੋਰ ਵਧੀਆ ਕਰਨਾ ਪਏਗਾ ਔਰ ਇਹ ਸਭ ਕਮਰਸ਼ੀਅਲਾਈਜ਼ ਕਰਨਾ ਪਏਗਾ ਔਰ ਇੰਨਾ ਜ਼ਿਆਦਾ ਇਹਨੂੰ ਥੱਲੇ ਲਿਆਉਣਾ ਪਏਗਾ, ਥੱਲੇ ਮਤਲਬ ਰੇਟਸ ਦੇ ਵਿੱਚ, ਕਿ ਆਮ ਲੋਕਾਂ ਦੀ ਪਹੁੰਚ ਹੋ ਸਕੇ। ਕਿਉਂਕਿ ਜਦੋਂ ਤੱਕ ਮਿਡਲ ਕਲਾਸ ਕਿਸੇ ਵੀ ਇਕਨੋਮੀ ਦੇ ਵਿੱਚ, ਕਿਸੇ ਵੀ ਅਰਥ ਵਿਵਸਥਾ ਦੇ ਵਿੱਚ ਆਪਣਾ ਯੋਗਦਾਨ ਨਹੀਂ ਪਾਉਂਦੀ, ਉਦੋਂ ਤੱਕ ਅਰਥ ਵਿਵਸਥਾ ਖੜੀ ਨਹੀਂ ਹੋ ਸਕਦੀ। ਕਿਉਂਕਿ ਉੱਪਰ ਦੀ ਕਲਾਸ ਦੇ ਲੋਕ 10% ਹੋਣਗੇ, 90% ਜਿਹੜਾ ਉਹ ਮਿਡਲ ਕਲਾਸ ਹੀ ਐਕਚੁਅਲੀ ਲੋਅਰ ਮਿਡਲ ਕਲਾਸ, ਹਾਂਜੀ ਮਿਡਲ ਕਲਾਸ ਹੀ ਐਕਚੁਅਲੀ ਨੌਕਰੀਆਂ ਜਨਰੇਟ ਕਰਦੀ ਹੈ। ਜਦੋਂ ਉਹ ਡਿਮਾਂਡ ਕਰਦੀਆਂ ਚੀਜ਼ਾਂ ਦੀ ਤਾਂ ਹੀ ਇੰਡਸਟਰੀਆਂ ਪੈਦਾ ਕਰਦੀਆਂ ਨੇ, ਪ੍ਰੋਡਕਟ ਦਿੰਦੀਆਂ ਨੇ। ਬਿਲਕੁਲ। ਸੋ ਮਿਡਲ ਕਲਾਸ ਦਾ ਜਿਹੜਾ ਰੋਲ ਹੈ ਉਹ ਬਜਟ ਦੇ ਵਿੱਚ ਦਿਖਦਾ ਪਿਆ ਕਿ ਮਿਡਲ ਕਲਾਸ ਨੂੰ ਰਾਹਤ ਮਿਲੀ ਹੈ ਔਰ ਮਿਡਲ ਕਲਾਸ ਨੂੰ ਹੱਲਾਸ਼ੇਰੀ ਦਿੱਤੀ ਗਈ ਹੈ, ਉਹ ਜ਼ਰੂਰ ਅੱਗੇ ਵਧੇਗੀ ਜੀ। ਬਿਲਕੁਲ ਬਿਲਕੁਲ। ਔਰ ਇੱਕ ਚੀਜ਼ ਹੋਰ ਹੈ ਸਤੀ ਜੀ, ਜੋ ਇਕੋਨੋਮਿਸਟ ਮੰਨਦੇ ਨੇ ਪੰਜਾਬ ਦੇ ਅੰਦਰ ਜੀ, ਕਿ ਕਿਉਂ ਨਾ ਕੁਝ ਪਬਲਿਕ ਸੈਕਟਰ ਦੀਆਂ ਇੱਦਾਂ ਦੀਆਂ ਇੰਡਸਟਰੀਆਂ ਸਥਾਪਿਤ ਕੀਤੀਆਂ ਜਾਣ ਗਵਰਨਮੈਂਟ ਦੀ ਮਦਦ ਦੇ ਨਾਲ, ਜਿਹਦੇ ਵਿੱਚ ਆਮ ਪਬਲਿਕ ਸ਼ੇਅਰ ਹੋਲਡਰ ਹੋਵੇ ਜੀ ਔਰ ਆਪਣੇ ਆਪਣੇ ਜੇਬ ਦੇ ਮੁਤਾਬਿਕ ਉਹਦੇ 'ਚ ਇਨਵੈਸਟਮੈਂਟ ਕਰੇ। ਜਿਵੇਂ ਪੂੰਜੀ ਨਿਵੇਸ਼ ਦੀ ਗੱਲ ਕੀਤੀ ਹੈ, ਲੋਕਾਂ ਦੀ ਭਾਈਵਾਲੀ ਹੋਵੇ। ਬਿਲਕੁਲ। ਉਹ ਸੈਮੀ ਗਵਰਨਮੈਂਟ ਵੀ ਹੋ ਸਕਦੀ ਹੈ, ਕਿਉਂਕਿ ਸੈਮੀ ਗਵਰਨਮੈਂਟ ਹੀ ਹੋਏਗੀ ਉਹ, ਕਿਉਂਕਿ ਜਦ ਲੋਕਾਂ ਦੀ ਭਾਈਵਾਲੀ ਹੈ ਤੇ ਅਕੋਰਡਿੰਗ ਟੂ देयर ਪੋਕਟ ਉਹ ਆਪਣੇ ਉਹਦੇ 'ਚ ਇਨਵੈਸਟਮੈਂਟ ਕਰ ਸਕਦੇ ਨੇ ਔਰ ਉਹਨੇ ਉਹ ਸ਼ੇਅਰ ਹੋਲਡਰ ਬਣ ਸਕਦੇ ਨੇ। ਇਹ ਬਹੁਤ ਵਧੀਆ ਪਾਲਿਸੀ ਹੋ ਸਕਦੀ ਹੈ, ਆਮ ਲੋਕਾਂ ਨੂੰ ਨਾਲ ਲੈ ਕੇ ਤੁਰਨ। ਸ਼ਾਇਦ ਸਰਕਾਰ ਇਸ ਪਾਸੇ ਤੁਰੇ ਜੀ, ਇਕੋਨੋਮਿਸਟ ਇਹ ਕਹਿ ਰਹੇ ਨੇ। ਦੂਜਾ, ਐਗਰੀਕਲਚਰ ਨੂੰ ਲੈ ਕੇ ਜੋ ਉਹਨਾਂ ਦੀ ਰਾਏ ਹੈ ਕਿ ਜੋ ਸਾਡਾ ਐਗਰੀਕਲਚਰ ਹੈ ਪੰਜਾਬ ਦਾ, ਉਹ ਪੂਰਾ ਪੋਟੈਂਸ਼ੀਅਲ ਤੇ ਹੈ ਇਸ ਵਕਤ, ਉਹਦੇ 'ਚ ਹੋਰ ਗੁੰਜਾਇਸ਼ ਨਹੀਂ ਬਚੀ। ਇਸ ਕਰਕੇ ਜੇ ਉਹਦੀ ਹੋਰ ਪੋਟੈਂਸੀ ਵਧਾਉਣੀ ਆ ਤਾਂ ਸਾਨੂੰ ਐਗਰੋ ਬੇਸਡ ਇੰਡਸਟਰੀ ਲਾਉਣੀ ਪੈਣੀ ਆ। ਬਿਲਕੁਲ। ਤਾਂ ਫਿਰ ਦੋਨਾਂ ਨੂੰ ਸਪੋਰਟ ਮਿਲੇਗੀ। ਪ੍ਰੋਸੈਸਿੰਗ ਯੂਨਿਟ ਲਾਏ ਜਾਣ, ਐਗਰੋ ਬੇਸਡ ਇੰਡਸਟਰੀ ਲੱਗੇ। ਕਿੰਨਾ ਕੱਚਾ ਮਾਲ ਆਪਣੇ ਕੋਲ, ਬਹੁਤ ਕੁਝ ਹੈ ਪੂਰੀ ਦੁਨੀਆ ਦੇ ਵਿੱਚ। ਮਾਰਕਫੈਡ ਹੀ ਦੇਖ ਲਓ, ਮਾਰਕਫੈਡ ਦਾ ਸਾਗ ਗੋਰੇ ਵੀ ਖਾਂਦੇ ਆ ਯੂਰਪ ਦੇ ਵਿੱਚ। ਮਾਰਕਫੈਡ ਦੀਆਂ ਦਾਲਾਂ ਵਿਦੇਸ਼ਾਂ ਜਾਂਦੀਆਂ, ਮਤਲਬ ਪੈਕਡ ਟਿੰਡ ਹੁੰਦੀਆਂ ਔਰ ਉਹ ਗਰਮ ਕਰੋ ਤੇ ਖਾਓ ਤੁਸੀਂ, ਹੈ ਨਾ। ਸੋ ਮਾਰਕਫੈਡ ਵਰਗੇ ਹੋਰ ਅਦਾਰੇ ਜਿਹੜੀ ਲੋਕਾਂ ਦੀ ਭਾਈਵਾਲੀ, ਜਦ ਤੱਕ ਨਾ ਸਰਕਾਰ ਲੋਕਾਂ ਨੂੰ ਨਾਲ ਲੈ ਕੇ ਨਹੀਂ ਤੁਰਦੀ ਜਾਂ ਆਮ ਲੋਕਾਂ ਦਾ ਖਿਆਲ ਨਹੀਂ ਰੱਖਦੀ, ਤਦ ਤੱਕ ਸਰਕਾਰ ਜਿੱਦਾਂ ਦਾ ਮਰਜ਼ੀ ਬਜਟ ਲੈ ਆਵੇ ਉਹ ਲੋਕਾਂ ਨੂੰ ਰਾਹਤ ਨਹੀਂ ਦੇ ਸਕਦਾ। ਗੱਲ ਇਹ ਹੈ ਨਾ, ਜਦੋਂ ਤੁਸੀਂ ਲੋਕਾਂ ਨੂੰ ਅਟਰੈਕਟ ਕਰਦੇ ਹੋ, ਲੋਕਾਂ ਨੂੰ ਵਿੱਚ ਸ਼ਾਮਿਲ ਕਰ ਲੈਂਦੇ ਹੋ ਜੀ, ਤੇ ਲੋਕਾਂ ਦਾ ਇੰਟਰਸਟ ਬਣਦਾ, ਦਿਲਚਸਪੀ ਬਣਦੀ ਹੈ। ਬਿਲਕੁਲ। ਮੈਂ 1000 ਰੁਪਏ ਲਗਾਇਆ, ਮੈਂ 5000 ਲਗਾਇਆ, ਹੁਣ ਇਹਨੂੰ ਦੁੱਗਣਾ ਬਣੇਗਾ, ਮੈਂ ਉਹਦੇ ਵਾਸਤੇ ਇਹ ਕੰਮ ਕਰਾਂ। ਬਿਲਕੁਲ। ਜੇ ਸਰਕਾਰ ਨਹੀਂ ਇਨਵਾਈਟ ਕਰਦੀ ਪਬਲਿਕ ਨੂੰ ਤਾਂ ਪਬਲਿਕ ਆਪਣਾ ਕੰਮ ਕਰਦੀ ਪਈ ਹੈ, ਰੋਜ਼ੀ ਰੋਟੀ ਦੇ ਆਪਣੇ ਸਾਧਨ ਲੱਭਦੀ ਪਈ ਹੈ, ਸਰਕਾਰ ਆਪਣਾ ਕੰਮ ਕਰੀ ਜਾਂਦੀ ਹੈ, ਉਹ ਤਾਲਮੇਲ ਨਹੀਂ ਬਣਿਆ। ਬਿਲਕੁਲ। ਤਾਂ ਇਸ ਵਕਤ ਪੰਜਾਬ ਦੇ ਸਰਕਾਰ ਨੂੰ, ਪੰਜਾਬ ਦੇ ਲੋਕਾਂ ਨੂੰ ਇੱਕ ਤਾਲਮੇਲ ਦੀ ਲੋੜ ਹੈ। ਜਿਵੇਂ ਨਾ ਆਪਾਂ ਸਭ ਨੂੰ ਇਕੱਠਾ ਕੀਤਾ ਸੀ ਇੱਕ ਇਨਸਾਨੀ ਅੰਦੋਲਨ ਦੇ ਵਿੱਚ, ਸਾਰੇ ਇਕੱਠੇ ਹੋ ਗਏ ਸੀ ਨਾ, ਇਸੇ ਵਕਤ
ਇਦਾਂ ਹੀ ਇਕੱਠਾ ਕਰਨ ਦੀ ਜਿਹੜੀ ਪਲੈਨਿੰਗਸ ਨੇ ਨਾ ਉਹਦੇ ਬਾਰੇ ਵਿਚਾਰ ਹੋ ਰਿਹਾ ਲੋਕਾਂ ਨੂੰ ਫੇਰ ਇਕਜੁੱਟ ਹੋਣ ਦੀ ਲੋੜ ਆ ਔਰ ਤਾਂ ਜਾ ਕੇ ਲੋੜ ਤਾਂ ਹੈ ਔਰ ਇਹਨਾਂ ਦੀ ਪਾਲਿਸੀ ਵੀ ਇਹੀ ਚੱਲ ਰਹੀ ਹੈ ਬਿਲਕੁਲ ਜੋ ਇਹ ਇਕਨੋਮਿਸਟ ਸੁਜੈਸਟ ਕਰ ਰਹੇ ਨੇ ਕੋਆਪਰੇਟਿਵ ਫਾਰਮਿੰਗ ਅਰਥ ਸ਼ਾਸਤਰੀ ਤਾਂ ਇਹੀ ਚਾਹੁੰਦੇ ਆ ਬਿਲਕੁਲ ਕੋਆਪਰੇਟਿਵ ਫਾਰਮਿੰਗ ਜਿਹੜੀ ਪੁਰਾਣੇ ਸਮੇਂ ਤੋਂ ਤੁਰਦੀ ਆ ਰਹੀ ਹੈ ਉਹ ਕਿਤੇ ਅਲੋਪ ਹੋ ਗਈ ਸੀ ਉਹ ਜ਼ਰੂਰ ਇੰਟਰੋਡਿਊਸ ਕੀਤੀ ਜਾਵੇ ਠੀਕ ਉਸੇ ਤਰ੍ਹਾਂ ਹੀ ਉਸੇ ਹੀ ਤਰਜ਼ ਦੇ ਉੱਤੇ ਇੰਡਸਟਰੀ ਵੀ ਲਗਾਈ ਜਾਵੇ ਔਰ ਕਾਟੇਜ ਇੰਡਸਟਰੀ ਹੱਥ ਕਰਗਾ ਜਿਹਨੂੰ ਆਪਾਂ ਕਹਿੰਦੇ ਆ ਕਿ ਸਾਡੇ ਸੁੱਚਾ ਸਿੰਘ ਗਿੱਲ ਵਰਗੇ ਅਰਥ ਸ਼ਾਸਤਰੀ ਬਿਲਕੁਲ ਸਾਡੇ ਗਿਆਨ ਸਿੰਘ ਵਰਗੇ ਜਿਹੜੇ ਆ ਉਹ ਇਹੀ ਸੁਝਾਅ ਦਿੰਦੇ ਆ ਜਦੋਂ ਤੱਕ ਆਮ ਬੰਦਾ ਤੁਹਾਡੇ ਨਾਲ ਇਨਵੋਲਵ ਨਹੀਂ ਹੁੰਦਾ ਨਾ ਪੰਜਾਬ ਦੀ ਇਕਨੋਮੀ ਦੇ ਵਿੱਚ ਇਹ ਜੋ ਉਹਨਾਂ ਦੇ ਐਕਸਪਰਟਸ ਦੀ ਰਾਏ ਹੈ ਉਦੋਂ ਤੱਕ ਪੰਜਾਬ ਦੇ ਅਰਥਚਾਰੇ ਨੂੰ ਖੜਾ ਕਰਨਾ ਆਪਣੇ ਪੈਰੀ ਕਰਨਾ ਥੋੜਾ ਔਖਾ ਹੋਏਗਾ ਸੋ ਇਹ ਚੀਜ਼ਾਂ ਨੇ ਔਰ ਦੂਜੀ ਗੱਲ ਇਹ ਹੈ ਕਿ ਸਾਨੂੰ NRIs ਵੱਲ ਤੇ ਹਮੇਸ਼ਾ ਅਸੀਂ ਦੇਖਦੇ ਹੀ ਹੁੰਦੇ ਆ ਬਿਲਕੁਲ ਨਹੀਂ ਦੇਖੋ NRIs ਨੇ ਪੰਜਾਬ ਦੀ ਤਰੱਕੀ ਦੇ ਵਿੱਚ ਅੱਜ ਤੱਕ ਬੇਹੱਦ ਯੋਗਦਾਨ ਪਾਇਆ ਬਿਲਕੁਲ ਆਪਣੇ ਪਿੰਡ ਹੀ ਮੰਨ ਲਓ ਕੋਈ NRI ਕਿਸੇ ਪਿੰਡ ਦਾ ਉਹ ਆਪਣੇ ਪਿੰਡ 'ਚ ਜਿਹੜਾ ਸੁਧਾਰ ਕਰ ਰਿਹਾ ਉਹ ਵੀ ਪੰਜਾਬ ਦੀ ਤਰੱਕੀ 'ਚ ਹੀ ਯੋਗਦਾਨ ਪਾ ਰਿਹਾ ਬਿਲਕੁਲ ਜੀ ਕਈ ਪਿੰਡਾਂ 'ਚ ਤੁਸੀਂ ਦੇਖਦੇ ਆ ਵੀ NRIs ਨੇ ਆਪਣੇ ਖਰਚੇ ਤੇ ਪਿੰਡਾਂ 'ਚ ਲਾਈਟਾਂ ਲਵਾਈਆਂ ਗਲੀਆਂ ਬਣਵਾਈਆਂ ਨਲਕੇ ਲਵਾਏ ਬਿਜਲੀ ਪਾਣੀ ਦਾ ਪ੍ਰਬੰਧ ਕੀਤਾ ਜਾਣੀ ਕਿ NRIs ਕਈ ਆਪਣੇ ਸਿਰ ਤੇ ਜਿਹੜਾ ਆ ਉਹ ਖਰਚਾ ਕਰਦੇ ਆ ਸਮਾਰਟ ਵਿਲੇजेस ਬਣਾ ਰਹੇ ਆ ਉਹ ਆਪਣੇ ਪਿੰਡ ਦੇ ਸਕੂਲਾਂ ਲਈ ਆਪਣੇ ਪਿੰਡ ਦੇ ਹਸਪਤਾਲਾਂ ਲਈ ਡਿਸਪੈਂਸਰੀਆਂ ਲਈ ਪੈਸਾ ਖਰਚ ਕਰਦੇ ਆ ਆਪਣੇ ਪਿੰਡ ਦੇ ਗਰੀਬ ਗੁਰਬਿਆਂ ਦੀ ਪੜ੍ਹਾਈ ਲਈ ਵੀ ਖਰਚ ਕਰਦੇ ਪਏ ਆ ਜੀ ਔਰ ਇਸ ਵਕਤ ਜੋ ਮਾਹੌਲ ਹੈ ਨਾ ਉਹ ਮਾਹੌਲ ਥੋੜਾ ਇਹ ਹੈ ਕਿ ਵਿਸ਼ਵਾਸ ਨਹੀਂ ਬਣਦਾ ਪਿਆ ਉਹਨਾਂ ਨੂੰ ਜੀ ਕਿਉਂਕਿ ਲਾਅ ਐਂਡ ਆਰਡਰ ਦੀ ਜਿਹੜੀ ਪੋਜੀਸ਼ਨ ਬਣੀ ਹੋਈ ਹੈ ਸਿਚੁਏਸ਼ਨ ਬਣੀ ਹੋਈ ਹੈ ਉਸ ਕਰਕੇ ਇਦਾਂ ਦੀ ਸਥਿਤੀ 'ਚ ਤਾਂ ਲੋਕ ਆਉਣੋਂ ਕੰਨੀ ਕਤਰਾਉਂਦੇ ਆ ਬਿਲਕੁਲ ਕਤਰਾਉਂਦੇ ਆ ਵੀ ਯਾਰ ਜਿੱਦਾਂ ਦਾ ਉੱਥੇ ਮਾਹੌਲ ਆ ਨਿਤ ਦਿਨ ਗੋਲੀ ਚੱਲਦੀ ਆ ਹਨਾ ਹਾਂਜੀ ਹਰ ਦੂਜੇ ਦਿਨ ਗੋਲੀ ਚੱਲਦੀ ਆ ਹਨਾ ਲੁੱਟ ਮਾਰ ਆ ਤੁਸੀਂ ਦੇਖੋ ਮੰਡੀ ਗੋਬਿੰਦਗੜ੍ਹ ਵਪਾਰੀ ਮਾਰ ਕੇ ਫਿਰ ਕਈ ਲੱਖ ਰੁਪਈਆ ਬਿਲਕੁਲ ਲੈ ਗਏ ਨੇ ਹਨਾ ਤੇ ਮਤਲਬ ਲੁੱਟ ਦੀਆਂ ਘਟਨਾਵਾਂ ਤਾਂ ਆਮ ਜੀ ਗੱਲ ਹੋ ਗਈ ਹੈਗੀ ਆ ਕੁੱਟ ਮਾਰ ਦੀ ਆਮ ਗੱਲ ਹੋ ਗਈ ਆ ਹਨਾ ਇਸ ਕਰਕੇ ਉਹਨਾਂ ਨੂੰ ਲੱਗਦਾ ਕਿ ਕਿਤੇ ਪੈਸਾ ਲਾਈਏ ਤਾਂ ਕੱਲ ਨੂੰ ਹਾਲਾਤ ਵਿਗੜ ਜਾਣ ਤੇ ਸਾਡਾ ਪੈਸਾ ਫਸ ਨਾ ਜਾਵੇ ਕੀ ਬਣੂ ਅਸੀਂ ਜਾ ਵੀ ਨਾ ਸਕੀਏ ਪੰਜਾਬ ਦੀ ਧਰਤੀ ਤੇ ਰਿਸਕੀ ਹੋ ਜਾਏ ਬਿਲਕੁਲ ਇਸ ਚੀਜ਼ ਦਾ ਸੋਚਦੇ ਨੇ ਔਰ ਦੂਜਾ ਜੋ ਸਭ ਤੋਂ ਵੱਡਾ ਚੈਲੰਜ ਇਸ ਵਕਤ ਆ ਰਿਹਾ ਉਹ ਹੈ ਜਿਹੜੇ ਸਰਹੱਦੀ ਸੂਬੇ ਜਿਹੜੇ ਸਰਹੱਦੀ ਪਿੰਡ ਕਹਿ ਲਓ ਹਾਂਜੀ ਸਰਹੱਦੀ ਜ਼ਿਲ੍ਹੇ ਕਹਿ ਲਓ ਹਾਂਜੀ ਮੈਂ ਸੂਬੇ ਕਹਿ ਗਿਆ ਸਰਹੱਦੀ ਪਿੰਡ ਜੀ ਸਰਹੱਦੀ ਪਿੰਡਾਂ ਦੇ ਵਿੱਚ ਇਸ ਵਕਤ ਜੋ ਹਾਲਾਤ ਬਣੇ ਹੋਏ ਨੇ ਜੀ ਉੱਥੇ ਜਿਵੇਂ ਹੁਣ ਸਿੱਖਿਆ ਦੀ ਗੱਲ ਹੋ ਰਹੀ ਹੈ ਸਿਹਤ ਸੁਵਿਧਾਵਾਂ ਦੀ ਗੱਲ ਹੋ ਰਹੀ ਹੈ ਉੱਥੇ ਸਭ ਤੋਂ ਜ਼ਿਆਦਾ ਜ਼ਰੂਰਤ ਹੈ ਸਪੋਰਟਸ ਦੀ ਗੱਲ ਹੋ ਰਹੀ ਹੈ ਕਿ ਉੱਥੇ ਇਨਵੈਸਟਮੈਂਟ ਕਰਾਂਗੇ ਸੂਬੇ ਦੇ ਵਿੱਚ ਜਿਹੜੇ ਸਰਹੱਦੀ ਪਿੰਡ ਨੇ ਉਹਨਾਂ ਦੇ ਵਿੱਚ ਕਿਉਂਕਿ ਇੰਨੀ ਜ਼ਿਆਦਾ ਤਰੱਕੀ ਨਹੀਂ ਹੈ ਨਸ਼ਿਆਂ ਦੀ ਲਪੇਟ 'ਚ ਵੀ ਬਹੁਤਾ ਜਿਹੜਾ ਆ ਸਰਹੱਦੀ ਜ਼ਿਲ੍ਹਿਆਂ ਦੇ ਪਿੰਡਾਂ ਦੇ ਬੱਚੇ ਆਏ ਹੈਗੇ ਬਿਲਕੁਲ ਉਹਨਾਂ ਦੇ ਉੱਤੇ ਇਹ ਇਲਜ਼ਾਮ ਲੱਗਦਾ ਕਿ ਜਿਨ੍ਹਾਂ ਦੀ ਜ਼ਮੀਨ ਖੇਤੀਬਾੜੀ ਵਾਲੀ ਉਧਰ ਹੈ ਪਾਕਿਸਤਾਨ ਵੱਲ ਹੈ ਪਾਕਿਸਤਾਨ ਜਾਣੀ ਕਿ ਜਿਹੜੀ ਕੰਡਿਆਲੀ ਤਾਰ ਦੇ ਪਾਰ ਹੈ ਉਹ ਢੰਗ ਨਾਲ ਉੱਥੇ ਖੇਤੀ ਵੀ ਨਹੀਂ ਕਰ ਸਕਦੇ ਔਰ ਜਦੋਂ ਬੇਲੇ ਸਿਰ ਜਾਓ ਬੇਲੇ ਸਿਰ ਆਓ ਖੱਜਲ ਖੁਆਰੀ ਜਿਹੜੀ ਆ ਰਸਤੇ ਦੇ ਵਿੱਚ ਵੱਖਰੀ ਹੈ ਔਰ ਉਹਨਾਂ ਉੱਤੇ ਇਲਜ਼ਾਮ ਵੀ ਲੱਗਦੇ ਨੇ ਕਿ ਆਉਂਦੇ ਜਾਂਦੇ ਉਹ ਆਪਣੇ ਨਾਲ ਨਸ਼ਾ ਲੈ ਕੇ ਜਾਂਦੇ ਨੇ ਜੀ ਔਰ ਇਹ ਵੀ ਇਲਜ਼ਾਮ ਲੱਗਦੇ ਨੇ ਹੁਣ ਇਹਨਾਂ 'ਚ ਕਿੰਨੀ ਸੱਚਾਈ ਹੈ ਦੇਖੋ ਉਹਦੇ ਵਿੱਚ ਸਾਰੇ ਤਾਂ ਮਬਲੂਸ ਨਹੀਂ ਹੋ ਸਕਦੇ ਸਾਰੇ ਨਹੀਂ ਸ਼ਾਮਲ ਹੋ ਸਕਦੇ ਕਾਲੀਆਂ ਭੇਡਾਂ ਤਾਂ ਹੋ ਸਕਦੀਆਂ ਮਤਲਬ ਪਰ ਸਾਰੇ ਕਿਸਾਨ ਜਿਹੜੇ ਆ ਉਹ ਸਮਗਲਰ ਥੋੜੋ ਆ ਬਾਰਡਰ ਤੇ ਬੈਠੇ ਤਸਕਰ ਥੋੜੋ ਨੇ ਬਿਲਕੁਲ ਔਰ ਜਿਹੜਾ ਹੁਣੇ ਬਜਟ ਪਾਸ ਹੋਇਆ ਜੀ ਜੇ ਇਹਨੂੰ ਤੁਸੀਂ ਘੋਖ ਕੇ ਦੇਖੋ ਤਾਂ ਇਹ ਜਿਹੜੀਆਂ ਪੰਜਾਬ ਦੀਆਂ ਸਾਰੀਆਂ ਸਮੱਸਿਆਵਾਂ ਨੇ ਜਿਹੜੀਆਂ ਆਪਾਂ ਜ਼ਿਕਰ ਕਰਦੇ ਹਾਂ ਔਰ ਪਹਿਲਾਂ ਵੀ ਜ਼ਿਕਰ ਕਰਦੇ ਰਹੇ ਆਪਣੇ ਪ੍ਰੋਗਰਾਮਾਂ ਦੇ ਵਿੱਚ ਉਹਨਾਂ ਸਾਰੀਆਂ ਸਮੱਸਿਆ ਨੂੰ ਮੁੱਖ ਰੱਖ ਕੇ ਹਾਂਜੀ ਕਿਤੇ ਨਾ ਕਿਤੇ ਆਪਾਂ ਦੇਖਦੇ ਹਾਂ ਕਿ ਇਸ ਸਾਰੇ ਬਜਟ ਨੂੰ ਡਿਜ਼ਾਈਨ ਕੀਤਾ ਗਿਆ ਬਿਲਕੁਲ ਔਰ ਉਮੀਦ ਹੈ ਉਹ ਮੱਦੇ ਨਜ਼ਰ ਰੱਖ ਕੇ ਸਾਰਾ ਕੁਝ ਤਿਆਰ ਕੀਤਾ ਗਿਆ ਬਿਲਕੁਲ ਔਰ ਉਮੀਦ ਹੈ ਕਿ ਆਪਾਂ ਇਹਦੇ ਵਿੱਚ ਸਫਲ ਹੁੰਦੇ ਆ ਤਾਂ ਜ਼ਰੂਰ ਪੰਜਾਬ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੀ ਜਿਹੜੀ ਇਹ ਗਵਰਨਮੈਂਟ ਆ ਜਿਹੜੇ ਨਵੇਂ ਮੈਡੀਕਲ ਕਾਲਜ ਬਣ ਰਹੇ ਆ ਮੁਹੱਲਾ ਕਲੀਨਿਕਾਂ ਜਿਹੜੀਆਂ 117 ਪੰਜਾਬ ਦੇ ਵਿੱਚ ਸ਼ੁਰੂ ਹੋ ਰਹੀਆਂ ਹੈ ਨਾ ਉਹ ਆਮ ਲੋਕਾਂ ਦੀ ਜਿਹੜੀ ਬਿਹਤਰੀ ਲਈ ਆ ਨਾ ਜਿਹੜੇ ਵਿਚਾਰੇ ਸ਼ਹਿਰ ਤੱਕ ਨਹੀਂ ਜਾ ਸਕਦੇ ਚੱਜ ਦੇ ਥਾਂ ਦਵਾਈ ਨਹੀਂ ਲੈ ਸਕਦੇ ਚੰਗੇ ਡਾਕਟਰ ਕੋਲ ਨਹੀਂ ਜਾ ਸਕਦੇ ਇਸੇ ਤਰ੍ਹਾਂ 100 ਸਕੂਲ ਆਫ ਐਮੀਨੈਂਸ ਬਣਾਏ ਜਾ ਰਹੇ ਆ ਬਿਲਕੁਲ ਸਹੀ ਗੱਲ ਹੈ ਤਾਂ ਉਹ ਜਿਹੜੇ ਆਪਾਂ ਸਮਾਰਟ ਸਕੂਲ ਆ ਉਹਨਾਂ ਦਾ ਵੀ ਹਾਲ ਦੇਖਿਆ ਹੈਗਾ ਤੇ ਹੁਣ ਆਪਾਂ ਦੇਖਦੇ ਹਾਂ ਵੀ ਦੇਖੋ ਜੇ 100 ਸਕੂਲ ਆਫ ਐਮੀਨੈਂਸ ਬਣ ਗਏ ਤਾਂ ਜ਼ਰੂਰ ਕੁਛ ਨਾ ਕੁਛ ਉੱਥੇ ਸਿਸਟਮ ਜਿਹੜਾ ਆ ਉਹ ਬਿਹਤਰ ਹੋਵੇਗਾ ਹੈ ਨਾ ਤੇ ਇਸੇ ਤਰ੍ਹਾਂ ਜਿਹੜੇ ਨਵੇਂ ਮੈਡੀਕਲ ਕਾਲਜ ਖੋਲ੍ਹੇ ਜਾ ਰਹੇ ਆ ਪੰਜਾਬ ਦੇ ਵਿੱਚ ਜਿਹਦੀ ਬਹੁਤ ਜ਼ਿਆਦਾ ਲੋੜ ਆ ਅੱਧੇ ਬੱਚੇ ਜਿਹੜੇ ਆ ਉਹ ਫਿਰ ਯੂਕਰੇਨ ਨੂੰ ਨਾ ਜਾਣ ਕੇ ਘੱਟੋ ਘੱਟ ਹੈ ਨਾ ਜਿਹੜਾ ਦੇਸ਼ ਦਾ ਪੈਸਾ ਦੇਸ਼ ਦੇ ਵਿੱਚ ਹੀ ਰਹੂਗਾ ਸੂਬੇ ਦਾ ਪੈਸਾ ਸੂਬੇ ਵਿੱਚ ਹੀ ਰਹੂਗਾ
ਤੇ ਇਸੇ ਤਰ੍ਹਾਂ ਜਿਹੜਾ ਦੇਖੋ ਪੰਜਾਬੀ ਯੂਨੀਵਰਸਿਟੀ ਪਟਿਆਲਾ ਫੰਡਾਂ ਦੀ ਘਾਟ ਕਾਰਨ ਜਿਹੜਾ ਆ ਉਹ ਉੱਥੇ ਹਾਲ ਦੇਖਿਆ ਹੀ ਬਣਦਾ ਹੈਗਾ। ਉਹਦੀ ਆਰਥਿਕਤਾ ਇੰਨੀ ਡੋਲੀ ਹੋਈ ਆ। ਪਿਛਲੇ ਦਿਨੀ ਇੱਦਾਂ ਹੁੰਦਾ ਸੀਗਾ ਵੀ ਹੁਣ ਭਾਈ ਇਹ ਬੰਦ ਹੋਈ ਹੈ ਨਾ, ਉਹਦੇ ਲਈ 200 ਕਰੋੜ ਦਾ ਪੈਕੇਜ ਐਲਾਨਿਆ ਹੈਗਾ। ਉਹ ਬਹੁਤ ਵੱਡੀ ਰਾਹਤ ਹੈ, ਬਹੁਤ ਵੱਡੀ ਰਾਹਤ ਹੈ। ਔਰ ਹੋ ਸਕਦਾ ਜਿਹੜਾ ਪੰਜਾਬ ਯੂਨੀਵਰਸਿਟੀ ਦੇ ਉੱਤੇ ਵੀ ਖਤਰਾ ਬਣਿਆ ਚੰਡੀਗੜ੍ਹ ਦੇ ਵਿੱਚ, ਹਾਂ ਉਹ ਵੀ ਸ਼ਾਇਦ ਸਾਂਭ ਲੈਣ, ਕਿਉਂਕਿ ਉਹਦੇ ਵਿੱਚ ਪਿਛਲੀਆਂ ਸਰਕਾਰਾਂ ਨੇ ਗੱਲਾਂ ਤਾਂ ਬਥੇਰੀਆਂ ਕੀਤੀਆਂ। ਜਿਹੜਾ ਬਣਦਾ ਜਿਹੜਾ ਯੋਗਦਾਨ ਸੀਗਾ ਜਿਸ ਅਨੁਪਾਤ ਦੇ ਵਿੱਚ ਖਰਚ ਹੁੰਦਾ ਯੂਨੀਵਰਸਿਟੀ 'ਚ, ਉਹ ਕੇਂਦਰ ਤਾਂ ਆਪਣਾ ਪਾ ਰਿਹਾ, ਪੰਜਾਬ ਸਰਕਾਰ ਨਹੀਂ ਪਾਉਂਦੀ ਰਹੀ ਹੈ ਨਾ। ਸਹੀ ਗੱਲ ਹੋ ਸਕਦਾ ਮਤਲਬ ਆਪ ਸਰਕਾਰ ਇਸ ਪਾਸੇ ਵੀ ਤਵੱਜੋ ਦੇਵੇ ਤੇ ਯੂਨੀਵਰਸਿਟੀ ਨੂੰ ਕੇਂਦਰ ਦੇ ਪ੍ਰਬੰਧਾਂ 'ਚ ਜਾਣ ਤੋਂ ਬਚਾ ਸਕੇ। ਬਿਕੋਜ਼ ਜਿੰਨਾ ਬਜਟ ਦਿੱਤਾ ਗਿਆ ਹੈ ਜੀ ਸਿਹਤ ਦੇ ਨਾਲ ਸਿੱਖਿਆ ਵਾਸਤੇ, ਤਾਂ ਸਿੱਖਿਆ ਦੇ ਬਜਟ ਦੇ ਮੁਤਾਬਿਕ ਹੋ ਸਕਦਾ ਹੈ ਕਿ ਪੰਜਾਬ ਯੂਨੀਵਰਸਿਟੀ ਨੂੰ ਅਸੀਂ ਚੰਡੀਗੜ੍ਹ ਯੂਨੀਵਰਸਿਟੀ ਨੂੰ ਬਚਾ ਕੇ ਆਪਣੇ ਪੰਜਾਬ ਕੋਲ ਰੱਖ ਸਕੀਏ। ਬਿਲਕੁਲ। ਤਾਂ ਉਹਦਾ ਜੋ ਉਚੇਰੀ ਸਿੱਖਿਆ ਦਾ ਇੱਕ ਮਿਆਰ ਹੈ ਜੀ, ਉਹ ਹਮੇਸ਼ਾ ਕਾਇਮ ਰਵੇ। ਦੂਸਰਾ ਵਰਦੀਆਂ ਤੋਂ ਵੀ ਤੁਸੀਂ ਦੇਖੋ ਭਈ ਆਪਾਂ ਇੱਕ ਗੱਲ ਰਹਿ ਗਈ ਵੀ ਆਮ ਤੌਰ ਤੇ ਸਕੂਲਾਂ 'ਚ ਨਾ ਬੱਚਿਆਂ ਨੂੰ ਘਰਾਂ ਨੂੰ ਤੋਰ ਦਿੱਤਾ ਜਾਂਦਾ ਵੀ ਅੱਜ ਤੂੰ ਵਰਦੀ ਨਹੀਂ ਪਾ ਕੇ ਆਇਆ, ਹਨਾ। ਤੇ ਕਿਤੇ ਕਿਤਾਈ ਖਿੱਚ ਖਿਚਾਈ ਵੀ ਅਧਿਆਪਕ ਕਰਦੇ ਆ ਬੱਚਿਆਂ ਦੀ, ਹਨਾ। ਤੇ ਉਹਦੇ ਲਈ 8ਵੀਂ ਤੱਕ ਜਿਹੜੀਆਂ ਵਰਦੀਆਂ ਮੁਫਤ ਦਿੱਤੀਆਂ ਜਾਣਗੀਆਂ ਬੱਚਿਆਂ ਨੂੰ, ਉਹ ਵੀ ਇੱਕ ਰਾਹਤ ਆ। ਘੱਟੋ ਘੱਟ ਗਰੀਬਾਂ ਲਈ ਤਾਂ ਰਾਹਤ ਹੈਗੀ। ਹਾਂ, ਆਈ ਥਿੰਕ ਬੁੱਕਸ ਦਾ ਵੀ ਇੰਤਜ਼ਾਮ ਬੁੱਕਸ ਦਾ ਵੀ ਸ਼ਾਇਦ ਉਹਨਾਂ ਵਾਸਤੇ ਕੀਤਾ ਜਾ ਸਕਦਾ ਹੈ, ਕਿਉਂਕਿ ਜਿਹੜੇ ਅਫੋਰਡ ਨਹੀਂ ਕਰ ਸਕਦੇ। ਸੋ ਇਹ ਬਹੁਤ ਮਤਲਬ ਸਕੂਨ ਦੇਣ ਵਾਲੀਆਂ ਗੱਲਾਂ, ਉਸਾਰੂ ਬਜਟ ਲੱਗਦਾ, ਰਾਹਤ ਦੇਣ ਵਾਲੀਆਂ ਗੱਲਾਂ ਹੈ। ਬਾਕੀ ਫਿਰ ਹੁਣ ਸਮਾਂ ਦੱਸੇਗਾ ਕਿ ਹੁਣ ਪ੍ਰੈਕਟੀਕਲੀ ਅਸੀਂ ਇਹਦੇ 'ਚ ਕਿੰਨਾ ਕਾਮਯਾਬ ਹੁੰਦੇ ਆ ਇਹਨੂੰ ਅਪਲਾਈ ਕਰਨ ਦੇ। ਬਿਲਕੁਲ। ਦੇਖੋ ਗੱਲ ਤਾਂ ਅਮਲਾਂ ਤੇ ਨਿਬੇੜੇ ਹੋਣੇ ਆ, ਹਨਾ। ਕਿਉਂਕਿ ਪੇਪਰ ਦੇ ਉੱਤੇ ਤਾਂ ਬਹੁਤ ਵਧੀਆ ਲੱਗ ਰਿਹਾ, ਡਾਕੂਮੈਂਟ ਬਹੁਤ ਵਧੀਆ। ਔਰ ਪੇਪਰ ਵੀ ਤੁਸੀਂ ਦੇਖੋ ਐਤਕੀ ਡਿਜੀਟਲ ਹੈ, ਡਿਜੀਟਲ ਆ, ਪੇਪਰ ਰਹਿਤ ਬਜਟ ਪੇਸ਼ ਹੋਇਆ। ਨਹੀਂ ਤਾਂ ਉਹ ਵੀ ਮਤਲਬ ਜਿਹੜਾ ਕਾਗਜ਼ ਆ, ਕਾਗਜ਼ ਵੀ ਅਕਸਰ ਜਿਹੜਾ ਆ ਉਹ ਰੁੱਖਾਂ ਤੋਂ ਹੀ ਬਣਦਾ ਹੈਗਾ। ਬਿਲਕੁਲ ਰੁੱਖਾਂ ਤੋਂ ਬਣਦਾ, ਔਰ ਸ਼ਾਇਦ 20-21 ਲੱਖ ਰੁਪਈਆ ਜਿਹੜਾ ਹੈ ਉਹ ਬਚ ਵੀ ਗਿਆ ਜੀ। ਔਰ ਡਿਜੀਟਲ ਪੇਸ਼ ਕਰਨ ਨਾਲ ਜੋ ਖਜ਼ਾਨੇ ਦੇ ਉੱਤੇ 20-21 ਲੱਖ ਦਾ ਜਿਹੜਾ ਬੋਝ ਪੈਣਾ ਸੀ ਜੇ ਕਾਗਜ਼ਾਂ ਤੇ ਪੈਂਦਾ, ਬਿਲਕੁਲ ਬਿਲਕੁਲ ਇਹ ਬਜਟ ਛਪਦਾ। ਤੇ ਔਰ ਉਹਨਾਂ ਨੇ ਇੱਕ ਤਰ੍ਹਾਂ ਇਹਨੂੰ ਨਾਂ ਵੀ ਜਨਤਾ ਬਜਟ ਦਿੱਤਾ ਹੈਗਾ, ਹੈਗਾ ਹੀ ਭਾਈ ਲੋਕਾਂ ਲਈ ਆ। ਸੋ ਹੁਣ ਜਨਤਾ ਦੀ ਗੱਲ ਆਪਾਂ ਅੱਗੇ ਤੋਰਦੇ ਹਾਂ। ਆਪਾਂ ਲਾਅ ਐਂਡ ਆਰਡਰ ਦੀ ਗੱਲ ਕੀਤੀ ਆ, ਤਾਂ ਲਾਰੈਂਸ ਬਿਸ਼ਨੋਈ ਹੁਣ ਅੰਮ੍ਰਿਤਸਰ ਪੁਲਿਸ ਦੇ ਹਵਾਲੇ ਕਰ ਦਿੱਤੇ ਗਏ ਨੇ। ਕਿਸੇ ਹੋਰ ਕੇਸ ਦੇ ਵਿੱਚ ਲੋੜੀਂਦੇ ਨੇ, ਹੁਣ ਉੱਥੇ ਉਹਨਾਂ ਦਾ ਰਿਮਾਂਡ ਚੱਲ ਰਿਹਾ। ਤੇ ਨਾਲ ਉਹਨਾਂ ਦੇ ਫਾਦਰ ਸਾਹਿਬ ਸੁਪਰੀਮ ਕੋਰਟ ਦੇ ਵਿੱਚ ਗਏ ਨੇ ਲਾਰੈਂਸ ਬਿਸ਼ਨੋਈ ਜੀ ਦੇ ਕਿ ਮੇਰੇ ਪੁੱਤਰ ਨੂੰ ਹਰਾਸ ਕੀਤਾ ਜਾ ਰਿਹਾ ਹੈ, ਇਨਵੋਲਵ ਕੀਤਾ ਜਾ ਰਿਹਾ ਹੈ, ਮੇਰੇ ਪੁੱਤਰ ਦੀ ਕੁੱਟਮਾਰ ਕੀਤੀ ਜਾ ਰਹੀ ਹੈ। ਉੱਥੇ ਵੀ ਮਨੁੱਖੀ ਅਧਿਕਾਰਾਂ ਦੀ ਗੱਲ ਹੋ ਰਹੀ ਹੈ ਤੇ ਆਪਣੇ ਬੱਚੇ ਦੀ ਜ਼ਿੰਦਗੀ ਦੀ ਗੱਲ ਵੀ ਉਹ ਕਰਦੇ ਪਏ। ਬਿਲਕੁਲ। ਉਹ ਇੱਕ ਪਿੱਛੇ ਜਿਹਾ ਕਤਲ ਹੋਇਆ ਸੀਗਾ, ਹਾਂਜੀ, ਕੈਂਡੋਵਾਲੀਏ ਦਾ। ਉਹ ਕਿਸੇ ਨੂੰ ਹਸਪਤਾਲ ਦੇ ਵਿੱਚ, ਸ਼ਾਇਦ ਗੁਰੂ ਨਾਨਕ ਹਸਪੀਟਲ ਦੇ ਵਿੱਚ, ਗੁਰੂ ਨਾਨਕ ਹਸਪੀਟਲ ਦੇ ਵਿੱਚ ਕਿਸੇ ਨੂੰ ਮਿਲਣ ਆਉਂਦਾ ਤੇ ਉਹਨੂੰ ਉੱਥੇ ਮਾਰ ਦਿੱਤਾ ਗਿਆ ਸੀਗਾ, ਹਨਾ। ਹਾਂਜੀ, ਉਹਦੇ 'ਚ ਵੀ ਪੁਲਿਸ ਮੁਤਾਬਕ ਜਿਹੜਾ ਲਾਰੈਂਸ ਬਿਸ਼ਨੋਈ ਦਾ ਹੱਥ ਸੀਗਾ, ਹਨਾ। ਹੁਣ ਪਹਿਲਾਂ ਤਾਂ ਮਾਨਸਾ ਪੁਲਿਸ ਦੀ ਗ੍ਰਿਫਤ ਵਿੱਚ ਰਿਹਾ ਹੈਗਾ, ਦਿੱਲੀ ਪੁਲਿਸ ਤੋਂ ਮਤਲਬ ਲੈ ਕੇ ਇਹ ਆਏ ਨੇ। ਪਹਿਲਾਂ ਜਿਹੜਾ ਆ ਟ੍ਰਾਂਜ਼ਿਟ ਤੇ ਪੰਜਾਬ 'ਚ ਲਿਆਂਦਾ ਗਿਆ ਤਿਹਾੜ 'ਚੋਂ ਕੱਢ ਕੇ। ਹੁਣ ਮਾਨਸਾ ਪੁਲਿਸ ਨੇ ਰੱਖਿਆ ਕਾਫੀ ਦਿਨ, ਖਰੜ ਪੇਸ਼ੀਆਂ ਹੁੰਦੀਆਂ ਸੀਗੀਆਂ, ਮਾਨਸਾ ਅਦਾਲਤ ਦੇ ਵਿੱਚ ਪੇਸ਼ੀ ਹੁੰਦੀ ਰਹੀ ਆ। ਹੁਣ ਉਹਨੂੰ ਅੰਮ੍ਰਿਤਸਰ ਪੁਲਿਸ ਜਿਹੜੀ ਆ ਟ੍ਰਾਂਜ਼ਿਟ ਰਿਮਾਂਡ ਤੇ ਲੈ ਗਈ ਆ, ਹਨਾ। ਤੇ ਉਹ ਕੈਂਡੋਵਾਲੀਏ ਦੇ ਜਿਹੜਾ ਆ ਕਤਲ ਦੇ ਦੋਸ਼ ਵਿੱਚ ਪੁੱਛਗਿੱਛ ਕਰਦੀ ਆ। ਪਰ ਨਾਲ ਦੀ ਨਾਲ ਉਹਦੇ ਜਿਹੜੇ ਪਿਤਾ ਜੀ ਨੇ ਲਾਰੈਂਸ ਬਿਸ਼ਨੋਈ ਦੇ, ਉਹਨੇ ਇਹਨਾਂ ਟ੍ਰਾਂਜ਼ਿਟ ਰਿਮਾਂਡਾਂ ਦਾ ਵਿਰੋਧ ਵੀ ਕੀਤਾ ਹੈਗਾ। ਬਿਲਕੁਲ ਸਹੀ ਹੈ। ਤੇ ਉਹ ਸੁਪਰੀਮ ਕੋਰਟ ਚਲ ਗਿਆ। ਸੁਪਰੀਮ ਕੋਰਟ ਨੇ ਨਾਲ ਉਹਨੇ ਇਹ ਵੀ ਹਾਲ ਪਾਰਿਆ ਕੀਤੀ ਵੀ ਮੇਰੇ ਪੁੱਤ ਦੇ ਲਈ ਕੋਈ ਵੀ ਵਕੀਲ ਮੇਰਾ ਪੁੱਤ ਦਾ ਕੇਸ ਲੜਨ ਨੂੰ ਤਿਆਰ ਨਹੀਂ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਜਾਂ ਪੰਜਾਬ ਦੇ ਵਿੱਚ। ਤੇ ਸੁਪਰੀਮ ਕੋਰਟ ਨੇ ਇਹਦੇ ਤੇ ਹੈਰਾਨੀ ਵੀ ਪ੍ਰਗਟ ਕੀਤੀ ਆ। ਪਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਵੀ ਸਾਡੇ ਕੋਲ ਆਉਣ ਦੀ ਬਜਾਏ ਤੂੰ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਜਾ। ਜੀ ਜੀ, ਉਹਨੇ ਇਹ ਜਿਹੜੇ ਟ੍ਰਾਂਜ਼ਿਟ ਰਿਮਾਂਡ ਆ ਇਹਨਾਂ ਦੇ ਉੱਤੇ ਮਤਲਬ ਕਿੰਤੂ ਪਰੰਤੂ ਕੀਤਾ ਹੈਗਾ, ਹਨਾ। ਤੇ ਇਹ ਵੀ ਕਿਹਾ ਵੀ ਮੇਰੇ ਪੁੱਤ ਦੇ ਨਾਲ ਧੱਕਾ ਹੋ ਰਿਹਾ। ਬਿਲਕੁਲ ਸਹੀ। ਦੇਖੋ ਹਰ ਪਾਸੇ ਕਿਉਂ ਲਾਰੈਂਸ ਬਿਸ਼ਨੋਈ ਦਾ ਨਾਮ ਵੱਜਦਾ ਹੈਗਾ, ਹਨ ਆਪਾਂ ਆਮ ਹੀ ਦਿਖਦੇ ਹਾਂ। ਫਿਰ ਉਹ ਆਪਣਾ ਉਹਦਾ ਭਤੀਜਾ ਹੋ ਗਿਆ, ਭਾਣਜਾ ਹੋ ਗਿਆ, ਆਪਣਾ ਭਰਾ ਹੋ ਗਿਆ, ਉਹ ਜਿਹੜਾ ਬਰਾੜ ਹੈ ਕੈਨੇਡਾ ਵਾਲਾ, ਇਹਨਾਂ ਨੇ ਰਲ ਕੇ ਕਿਵੇਂ ਕਾਰਵਾਈਆਂ ਨੂੰ ਅੰਜਾਮ ਦਿੱਤਾ। ਕਿਉਂਕਿ ਪੁਲਿਸ, ਪੰਜਾਬ ਪੁਲਿਸ ਹੁਣ ਤੱਕ
ਜਿਹੜਾ ਸਿੱਧੂ ਮੂਸੇਵਾਲਾ ਵੀ ਮਸਲਾ ਆ ਉਹਦੇ 'ਚ ਵੀ ਕਹਿੰਦੀ ਆ ਵੀ ਇਹਨੇ ਇਹ ਸਾਜ਼ਿਸ਼ ਰਚੀ ਤੇ ਇਹਨੇ ਇਸ ਸਾਜ਼ਿਸ਼ ਨੂੰ ਅੰਜਾਮ ਦਿੱਤਾ ਔਰ ਕੁਛ ਨਾ ਕੁਛ ਤਾਂ ਗੱਲ ਜ਼ਰੂਰ ਹੋਏਗੀ। ਬਿਲਕੁਲ ਜੀ। ਔਰ ਪਤਾ ਨਹੀਂ ਕਿਹੜੇ ਐਪਸ ਦੇ ਉੱਤੇ ਸਿਗਨਲ ਦੇ ਜ਼ਰੀਏ ਕਹਿੰਦੇ ਗੱਲਬਾਤ ਕਰਦੇ ਨੇ ਤਾਂ ਕਿ ਕਿਸੇ ਦੀ ਪਹੁੰਚ ਵਿੱਚ ਨਾ ਆ ਸਕਣ, ਕੋਈ ਫੜ ਨਾ ਸਕੇ ਇਹਨਾਂ ਨੂੰ। ਔਰ ਇੰਨੀ ਹਾਈ ਟੈਕਨੋਲੋਜੀ ਇਸਤੇਮਾਲ ਕਰਦੇ ਪਏ ਨੇ ਇਹ ਜੇਲ੍ਹਾਂ ਦੇ ਵਿੱਚ ਬਹਿ ਕੇ ਜੀ। ਇਹ ਬੜੀ ਆਪਣੇ ਆਪ 'ਚ ਹੈਰਾਨੀ ਵਾਲੀ ਗੱਲ ਹੈ ਕਿ ਇਹਨਾਂ ਕੋਲ ਇਹ ਚੀਜ਼ਾਂ ਮੁਹੱਈਆ ਕੌਣ ਕਰਵਾਉਂਦਾ। ਮੈਂ ਤਾਂ ਉਹੀ ਕਹਿੰਦਾ ਵੀ ਇੰਨੀਆਂ ਹਾਈ ਸਿਕਿਉਰਿਟੀ ਜੇਲ੍ਹਾਂ ਨੇ, ਇੰਨੀ ਸੁਰੱਖਿਆ ਵਾਲੀਆਂ ਜੇਲ੍ਹਾਂ ਆ, ਉੱਥੇ ਸੰਜੀਵ ਜੀ ਜ਼ਿੰਮੇਵਾਰੀ ਤਾਂ ਉਹਨਾਂ ਅਫਸਰਾਂ ਦੀ ਮਿੱਥਣੀ ਚਾਹੀਦੀ ਹੈ ਨੰਬਰ 1 ਤੇ। ਬਿਲਕੁਲ ਜੀ। ਤੇ ਇਹ ਲੋਕ ਜਿਹੜੇ ਆ ਕਿਵੇਂ ਜੇਲ੍ਹਾਂ ਦੇ ਵਿੱਚ ਬੈਠ ਕੇ ਆਪਰੇਟ ਕਰਦੇ ਆ, ਕਿਵੇਂ ਇਹਨਾਂ ਦੀਆਂ ਜਿਹੜੀਆਂ ਸੋਸ਼ਲ ਮੀਡੀਆ ਜਿਹੜਾ ਅਕਾਊਂਟਸ ਨੇ ਉਹਨਾਂ ਨੂੰ ਕਿੱਦਾਂ ਆਪਰੇਟ ਕਰਦੇ ਆ ਔਰ ਕਿੱਦਾਂ ਬੈਠੇ ਜੇਲ੍ਹਾਂ 'ਚੋਂ ਧਮਕੀਆਂ ਦਿੰਦੇ ਆ, ਮੈਨੇਜ ਕਰਦੇ ਆ, ਸ਼ੂਟਰ ਮੈਨੇਜ ਕਰਦੇ ਆ, ਜ਼ਿੰਮੇਵਾਰੀਆਂ ਲੈਂਦੇ ਨੇ, ਹੈ ਨਾ। ਸੋ ਕਿਉਂ ਨਹੀਂ ਉਹਨਾਂ ਅਫਸਰਾਂ ਦੀ, ਸੰਬੰਧਿਤ ਧਿਰਾਂ ਦੀ ਜਿਹੜੀ ਜ਼ਿੰਮੇਵਾਰੀ ਮਿੱਥ ਕੇ ਉਹਨਾਂ ਨੂੰ ਵੀ ਬਰਾਬਰ ਦੀਆਂ ਸਜ਼ਾਵਾਂ ਦਿੱਤੀਆਂ ਜਾਣ। ਬਿਲਕੁਲ ਸਹੀ ਹੈ, ਬਿਲਕੁਲ ਦਰੁਸਤ ਹੈ। ਹਾਂ, ਕਾਫੀ ਕੁਝ ਡਿਸਕਸ਼ਨ ਦੇ ਵਿੱਚ ਹੈ ਕਿਉਂਕਿ ਇਹ ਕੁਐਸਚਨ ਮਾਰਕ ਤੇ ਲੱਗਦਾ ਹੈ, ਕਾਬਲੀਅਤ ਦੇ ਉੱਤੇ ਕੁਐਸਚਨ ਮਾਰਕ ਲੱਗਦਾ ਪ੍ਰਸ਼ਾਸਨ ਦੀ ਕਿ ਇਹਦਾ ਕਿੱਦਾਂ ਸੰਭਵ ਹੋ ਸਕਦਾ। ਔਰ ਜੇਲ੍ਹਾਂ ਦੇ ਵਿੱਚੋਂ ਤੁਸੀਂ ਦੇਖੋ ਹਥਿਆਰ ਫੜੇ ਜਾ ਰਹੇ ਆ, ਮੋਬਾਈਲ ਫੜੇ ਜਾ ਰਹੇ ਆ, ਜੇਲ੍ਹਾਂ 'ਚੋਂ ਨਸ਼ੀਲੇ ਪਦਾਰਥ ਫੜੇ ਜਾ ਰਹੇ ਆ, ਹੈ ਨਾ। ਕਾਲੀਆਂ ਭੇਡਾਂ ਹੋਣਗੀਆਂ, ਕਿਉਂ ਨਹੀਂ ਉਹਨਾਂ ਕਾਲੀਆਂ ਭੇਡਾਂ ਨੂੰ ਇੱਕ ਵਾਰੀ ਸ਼ਾਇਦ ਆਪਾਂ ਨੂੰ ਯਾਦ ਹੋਵੇ ਵੀ ਪੰਜਾਬ ਦੀਆਂ ਜੇਲ੍ਹਾਂ ਦੇ ਇੱਕ DGP ਸੀਗੇ, ਉਹਨਾਂ ਨੇ ਜੇਲ੍ਹਾਂ ਦੇ ਵਿੱਚ ਜਿਹੜਾ ਬੈਠ ਕੇ ਨੈਟਵਰਕ ਚਲਾਉਂਦੇ ਆ ਸਿਆਸਤਦਾਨਾਂ, ਅਫਸਰਾਂ ਤੇ ਇਹਨਾਂ ਗੈਰ ਸਮਾਜਿਕ ਤੱਤਾਂ ਦਾ ਜਿਹੜਾ ਨੈਟਵਰਕ ਆ, ਹਾਂਜੀ, ਉਹਦੇ ਬਾਰੇ ਇੱਕ ਰਿਪੋਰਟ ਤਿਆਰ ਕਰਕੇ, ਮੈਂ ਉਸ ਅਫਸਰ ਦਾ ਨਾਮ ਭੁੱਲ ਰਿਹਾ, ਉਹ ਜਿਹੜਾ ਆ ਹਾਈ ਕੋਰਟ ਦੇ ਵਿੱਚ ਸਬਮਿਟ ਕੀਤੀ ਸੀ, ਜਿਹੜੀ ਅੱਜ ਤੱਕ ਜ਼ਾਹਰ ਨਹੀਂ ਹੋਈ ਵੀ ਉਹਦੇ ਵਿੱਚ ਕੀ ਸੀ, ਹੈ ਨਾ। ਬਾਦਲਾਂ ਵੇਲੇ ਵੀ ਗੱਲ ਚੱਲਦੀ ਰਹੀ, ਕਾਂਗਰਸ ਵੇਲੇ ਵੀ ਚੱਲਦੀ ਰਹੀ। ਇਸ ਤਰ੍ਹਾਂ ਸੀ ਨਾ ਇੱਕ ਪੁਲਿਸ ਅਫਸਰ ਭਈ ਉਹਨਾਂ ਨੇ ਇਸ ਸਾਰੇ ਗੱਠਜੋੜ ਸੰਬੰਧੀ ਇੱਕ ਆਪਣੀ ਰਿਪੋਰਟ ਤਿਆਰ ਕੀਤੀ ਸੀ ਵੀ ਕਿੱਦਾਂ ਇਹ ਸਾਰੇ ਲੋਕ ਇੱਕ ਦੂਜੇ ਨਾਲ ਰਲੇ ਹੋਏ ਆ। ਸੋ ਮੇਰਾ ਕਹਿਣ ਦਾ ਭਾਵ ਇਹ ਆ ਵੀ ਜੇ ਜੇਲ੍ਹਾਂ ਹਾਈ ਸਿਕਿਉਰਿਟੀ ਫਿਰ ਕਿਹੜੀ ਰਹਿ ਗਈ, ਫਿਰ ਤਾਂ ਉਹ ਆਮ ਜਿਹੀ ਗੱਲ ਹੋ ਗਈ ਨਾ ਭਈ ਉੱਥੇ ਇਹ ਸਾਰਾ ਕੁਛ ਇਹ ਲੋਕ ਕਿੱਦਾਂ ਬੈਠ ਕੇ ਉਹ ਅੰਜਾਮ ਦਿੰਦੇ, ਕਿੱਦਾਂ ਸਕੀਮਾਂ ਘੜਦੇ ਆ। ਜਿਹੜੇ ਮਾਹਿਰ ਨੇ ਨਾ ਉਹ ਮੰਨਦੇ ਨੇ ਕਿ ਕਮੇਟੀਆਂ ਬਣਦੀਆਂ ਨੇ ਔਰ ਰਿਪੋਰਟਾਂ ਵੀ ਤਿਆਰ ਹੁੰਦੀਆਂ ਨੇ, ਤਹਿਕੀਕਾਤ ਵੀ ਹੁੰਦੀ ਹੈ, ਪਰ ਇਹ ਵੀ ਕਈ ਵਾਰ ਦੇਖ ਲਿੱਤਾ ਜਾਂਦਾ ਹੈ ਕਿ ਉਹ ਜਿਹੜੇ ਉੱਪਰ ਬੈਠੇ ਨੇ ਨਾ, ਜਿਹੜੇ ਪਾਵਰਫੁਲ ਲੋਕ ਨੇ, ਉਹ ਕਿਹਨੂੰ ਸਪੋਰਟ ਕਰਦੇ ਪਏ। ਬਿਲਕੁਲ ਬਿਲਕੁਲ। ਉਹ ਜਿਹਨੂੰ ਸਪੋਰਟ ਕਰਦੇ ਪਏ ਨੇ ਕਈ ਵਾਰ ਉਹਨਾਂ ਦੇ ਖਿਲਾਫ ਕਾਰਵਾਈ ਨਹੀਂ ਹੁੰਦੀ। ਜੇ ਉਹ ਕਿਤੇ ਇਨਵੈਸਟੀਗੇਸ਼ਨ ਦੇ ਵਿੱਚ ਕਿਤੇ ਇਨਵੋਲਵ ਵੀ ਮਿਲਦੇ ਨੇ, ਉਹਨਾਂ ਦੇ ਉੱਤੇ ਕੋਈ ਕਾਰਵਾਈ ਨਹੀਂ ਹੁੰਦੀ ਕਿਉਂਕਿ ਉਹਨਾਂ ਨੂੰ ਸਪੋਰਟ ਕਰਦੇ ਨੇ। ਉਹਨਾਂ ਦੇ ਆਪਣੇ ਪੋਲੀਟੀਕਲ ਮੋਟਿਵਸ ਨੇ, ਆਪਣੇ ਫਾਇਦੇ ਲੈਣ ਦੇ ਤਰੀਕੇ ਨੇ, ਕੋਈ ਵੀ ਤਰੀਕਾ ਹੋ ਸਕਦਾ ਹੈ, ਕਿਸੇ ਕਰਕੇ ਵੀ ਉਹ ਕਿਸੇ ਦੇ ਖਿਲਾਫ ਕਾਰਵਾਈ ਨਹੀਂ ਕਰਦੇ, ਤਾਂ ਇਸ ਕਰਕੇ ਉਹ ਅਸਲੀਅਤ ਜਿਹੜੀ ਹੈ ਉਹ ਕਈ ਵਾਰ ਬਾਹਰ ਨਹੀਂ ਆਉਂਦੀ। ਹੁਣ ਦੇਖੋ ਜਿਹੜੀ ਸ਼ਸ਼ੀਕਾਂਤ ਜਾਂ ਸ਼ਾਇਦ ਇਸ ਤਰ੍ਹਾਂ ਦਾ ਉਹਨਾਂ ਦਾ ਕੋਈ ਨਾਂ ਸੀਗਾ ਪੁਲਿਸ ਅਫਸਰ ਦਾ, ਜਿਹੜੇ ਜੇਲ੍ਹਾਂ ਦੇ ਇੰਚਾਰਜ ਸੀਗੇ, ਇੱਕ ਜੇਲ੍ਹਾਂ ਦਾ ਸਭ ਤੋਂ ਵੱਡਾ ਅਫਸਰ ਸੂਬੇ ਦਾ, ਹਾਂਜੀ, ਰਿਪੋਰਟ ਤਿਆਰ ਕਰੇ, ਉਹ ਰਿਪੋਰਟ ਅੱਜ ਤੱਕ ਜਗ ਜ਼ਾਹਰ ਨਾ ਹੋਵੇ, ਉਹਦੇ 'ਚ ਵੀ ਯੂ ਕੈਨ ਸੈਂਸ ਸਮਥਿੰਗ ਰੋਂਗ। ਕਿਉਂਕਿ ਇਹ ਫਿਰ ਲੱਗਦਾ ਵੀ ਹਮਾਮ 'ਚ ਸਾਰੇ ਨੰਗੇ ਆ ਤੇ ਸਾਰੇ ਕਾਲੇ ਮਾਲੇ ਆਪਸ ਵਿੱਚ ਸਾਰੇ ਲੋਕ ਰਲੇ ਹੋਏ ਆ, ਹੈ ਨਾ। ਤੇ ਅੱਜ ਤੱਕ ਉਹ ਇਸ ਗੱਲ ਨੂੰ ਵੀ ਮਤਲਬ ਮੇਰਾ ਖਿਆਲ ਆ 5-7 ਸਾਲ ਤੋਂ ਇਹ ਗੱਲ ਰੁੜ ਰਹੀ ਆ ਜਦੋਂ ਦੀ ਉਹਨਾਂ ਨੇ ਉਹ ਰਿਪੋਰਟ ਕੀਤੀ ਹੋਈ ਆ, ਕਿਉਂਕਿ ਉਹਨਾਂ ਨੂੰ ਆਪਸ 'ਚ ਪਤਾ ਹੈ ਨਾ ਕਿ ਜੇ ਇਹਨੇ ਗਲਤ ਕੰਮ ਕੀਤਾ ਤਾਂ ਮੈਂ ਵੀ ਗਲਤ ਕੰਮ ਕੀਤਾ ਹੈ, ਮੈਂ ਇਹਦੇ ਗਲਤ ਕੰਮ ਉਜਾਗਰ ਕਰੂੰਗਾ, ਮੇਰੇ ਗਲਤ ਕੰਮ ਉਜਾਗਰ ਕਰੂਗਾ, ਇਸ ਕਰਕੇ ਹੱਥ ਮਿਲਾ ਲੈਂਦੇ ਆ, ਬਾਈ ਤੂੰ ਵੀ ਚੁੱਪ ਕਰ ਜਾ, ਮੈਂ ਵੀ ਚੁੱਪ ਕਰ ਜਾਂਦਾ, ਪਬਲਿਕ ਦਾ ਕੀ ਹੈ, ਐਵੇਂ ਰੌਲਾ ਪਾ ਕੇ ਚੁੱਪ ਕਰਕੇ ਬਹਿ ਜਾਂਦੀ ਹੈ। ਤੁਸੀਂ ਦੇਖੋ ਕੋਈ ਵੀ ਮਾਮਲਾ ਦੇਖ ਲਓ, ਕਿਸੇ ਦਾ ਰਿਜ਼ਲਟ ਸਾਹਮਣੇ ਆਇਆ ਜਾਂ ਕੋਈ ਵੀ ਮਾਮਲਾ, ਕਿਸੇ ਵੀ ਇਨਵੈਸਟੀਗੇਸ਼ਨ ਜਿਹਦੇ ਉੱਤੇ ਜਿਹੜੀ ਟੀਮ ਬਹਿੰਦੀ ਹੈ, ਕਮੇਟੀ ਬਹਿੰਦੀ ਹੈ, ਉਹਨੇ ਕੋਈ ਵੀ ਰਿਪੋਰਟ ਸਾਹਮਣੇ ਅੱਜ ਤੱਕ ਕੋਈ ਮਾਮਲੇ ਸੋਲਵ ਹੋਏ ਨੇ? ਬਹੁਤ ਘੱਟ, ਬਹੁਤ ਘੱਟ। ਉਹ ਮਤਲਬ ਨਾ ਮਾਤਰ ਦੇ ਨਾਮ ਮਾਤਰ, ਔਰ ਥੋੜੇ ਦਿਨਾਂ ਬਾਅਦ ਉਹ ਨਿਊਜ਼ ਕਿਤੇ ਗਾਇਬ ਹੋ ਜਾਂਦੀ, ਕੋਈ ਨਵੀਂ ਨਿਊਜ਼ ਆ ਜਾਂਦੀ, ਕੋਈ ਨਵਾਂ ਮਸਲਾ ਹੋ ਜਾਂਦਾ। ਚਲੋ ਹੁਣ ਨਵਾਂ ਮਸਲਾ ਆਪਾਂ ਲੈਂਦੇ ਹਾਂ, ਮਜੀਠੀਆ ਸਾਹਿਬ ਤੇ ਧਰਮਸੋਤ ਸਾਹਿਬ ਦੀ ਜਿਹੜੀ ਹਿਰਾਸਤ ਹੈ ਉਹਦੀ ਉਹ 14 ਦਿਨ ਲਈ ਵਧਾ ਦਿੱਤੀ ਗਈ ਹੈ। ਮਜੀਠੀਆ ਸਾਹਿਬ ਡਰੱਗ ਕੇਸ ਤੇ ਉਧਰ ਕਪਲੇ, ਆਮਦਨ ਤੋਂ ਵੱਧ ਅਸਾਸੇ, ਘਪਲੇ, ਠੱਗੀਆਂ, ਰਿਸ਼ਵਤ ਦਾ ਪੈਸਾ, ਹੈ ਨਾ। ਤੇ ਉਹ ਇਹ ਆ ਬਈ ਦੋਵਾਂ ਦਾ ਸੁੱਖ ਨਾਲ 14 ਦਿਨ ਦਾ ਰਿਮਾਂਡ ਵਧਾ ਕੇ, ਜਿਹੜਾ ਜੁਡੀਸ਼ੀਅਲ ਰਿਮਾਂਡ ਕਹਿ ਲਓ, ਬਿਲਕੁਲ ਭਈ ਜੁਡੀਸ਼ੀਅਲ ਕਸਟਡੀ ਵਧਾਤੀ ਹੈਗੀ ਆ, ਔਰ 11 ਨੂੰ ਉਹਨਾਂ ਦਾ ਦੁਬਾਰਾ ਪੇਸ਼ੀ ਹੋ ਰਹੀ ਆ ਦੋਹਾਂ ਜਣਿਆਂ ਦੀ।
ਤੇ ਦੇਖੋ ਮਜੀਠੀਆ ਸਾਹਿਬ ਦੀ ਭੈਣ ਜੀ ਬੀਬੀ ਸਿਮਰਤ ਬਾਦਲ ਹੋਰੀ ਪਿੱਛੇ ਰੌਲਾ ਪਾਉਂਦੇ ਰਹੇ ਆ ਵੀ ਮੇਰੇ ਭਰਾ ਨੂੰ ਨਜਾਇਜ਼ ਕੀਤਾ ਜਾ ਰਿਹਾ, ਮੇਰੇ ਭਰਾ ਨੂੰ। ਉਹ ਮਤਲਬ ਬਾਕੀ ਜਿਹੜੇ ਕੈਦੀ ਆ ਉਹ ਮਾਮਾ ਦੇ ਪੁੱਤ ਨਹੀਂ ਗਏ, ਠੀਕ ਹੈ। ਇਹ ਕਿਉਂਕਿ ਇੱਕ ਅਮੀਰ ਪਰਿਵਾਰ ਨਾਲ ਸੰਬੰਧ ਰੱਖਦੇ ਆ, ਇਸ ਕਰਕੇ ਵੀ ਉਹਨਾਂ ਨੂੰ ਸਾਰੀਆਂ ਸੁੱਖ ਸਹੂਲਤਾਂ ਮਿਲਣ, ਉਹਨਾਂ ਦੀ ਜਾਨ ਨੂੰ ਜ਼ਿਆਦਾ ਖਤਰਾ ਆ। ਜਿਹੜੇ ਬਾਕੀ ਲੋਕ ਬੈਠੇ ਆ ਜੇਲ੍ਹਾਂ 'ਚ ਉਹ ਮਤਲਬ ਉਹ ਕੀੜਿਆਂ ਮਕੌੜਿਆਂ ਵਰਗੇ ਹੈਗੇ ਆ, ਹੈ ਨਾ। ਅਤੇ ਇੱਕ ਗੱਲ ਹੋਰ ਮੇਰੇ ਜਿਹੜਾ ਦੇਖਣ 'ਚ ਆਈ ਆ ਭਈ ਨਵਜੋਤ ਸਿੱਧੂ ਹੋਰੀ ਵੀ ਸੁੱਖ ਨਾਲ ਉੱਥੇ ਹੀ ਨੇ, ਉਹਨਾਂ ਨੂੰ ਮਿਲਣ ਤਾਂ ਲੋਕ ਜਾਂਦੇ ਆ। ਨਵਜੋਤ ਸਿੱਧੂ ਨੂੰ ਆਮ ਹੀ ਆਪਾਂ ਦੇਖਦੇ ਵੀ ਪੋਲੀਟੀਕਲ ਲੋਕ ਵੀ, ਕਾਂਗਰਸੀ ਵੀ ਗਏ ਆ, ਹੈ ਨਾ। ਇਸੇ ਤਰ੍ਹਾਂ ਮਜੀਠੀਆ ਸਾਹਿਬ ਨੂੰ ਪਿਛਲੇ ਦਿਨੀ ਹਾਲੇ ਸੁਖਬੀਰ ਬਾਦਲ ਹੁਣੀ ਮਿਲ ਕੇ ਆਏ ਆ, ਉਹਨਾਂ ਦੀ ਵਾਈਫ ਗੁਨੀਬ ਮਿਲ ਕੇ ਆਈ ਆ ਜਿਹੜੀ ਹੁਣ MLA ਵੀ ਆ ਉੱਥੋਂ ਮਜੀਠਾ ਤੋਂ। ਪਰ ਸਾਧੂ ਸਿੰਘ ਧਰਮਸੋਤ ਹੋਰਾਂ ਨੂੰ ਕੋਈ ਵੱਡਾ ਲੀਡਰ ਪੰਜਾਬ ਦਾ ਕਾਂਗਰਸੀ ਮਿਲਣ ਨਹੀਂ ਗਿਆ, ਤੁਸੀਂ ਦੇਖਿਆ ਹੋਊਗਾ, ਹੈ ਨਾ। ਲੋਕਲ ਤਾਂ ਕੋਈ ਮਾੜੇ ਮੋਟੇ ਉਹਦੇ ਟੱਬਰ ਦੇ ਲੋਕ ਤਾਂ ਗਏ ਆ, ਪਰ ਕੋਈ ਵੱਡਾ ਜਿਹੜਾ ਸਿਆਸੀ ਆਗੂ ਆ ਕਾਂਗਰਸ ਦਾ ਉਹ ਅੱਜ ਤੱਕ ਉਹਨਾਂ ਨੂੰ ਮਿਲਣ ਨਹੀਂ ਗਿਆ। ਹਾਲਾਂਕਿ ਸ਼ਾਇਦ ਡਰਦੇ ਵੀ ਹੋਣ ਵੀ ਸਾਨੂੰ ਵੀ ਨਾਲ ਨਾ ਜਿਹੜਾ ਇਹ ਚੀਜ਼ ਮੇਨ ਸਰਕਾਰ ਦਵੱਲੇ, ਹੈ ਨਾ, ਵੀ ਕਿਉਂ ਆਇਆ। ਬਿਲਕੁਲ ਕੋਈ ਸੀਕ੍ਰੇਟ ਨਾ ਸ਼ੇਅਰ ਕਰਨ ਆਇਆ ਹੋਵੇ, ਕੋਈ ਗੱਲ ਨਾ ਦੱਸਣ ਆਇਆ ਹੋਵੇ, ਇਹਦੇ ਉੱਤੇ ਵੀ ਨਜ਼ਰ ਰੱਖੀ ਜਾਵੇ, ਇਹਦੇ ਪਿੱਛੇ ਵੀ ਬੰਦੇ ਲਾ ਦਿਓ। ਦੂਸਰਾ ਹਾਂ ਬਿਲਕੁਲ, ਦੂਸਰਾ ਸੀਗਾ ਵੀ ਜਿਹੜੀਆਂ ਉਹਨਾਂ ਦੀਆਂ ਦਿੱਲੀ ਦੱਖਣ ਜਾਇਦਾਦਾਂ ਆ, ਚੰਡੀਗੜ੍ਹ ਹੋ ਗਿਆ, ਪਟਿਆਲੇ ਹੋ ਗਿਆ, ਜਲੰਧਰ 'ਚ ਵੀ ਕਹਿੰਦੇ ਉਹਨਾਂ ਦੀ ਕੋਈ ਜਾਇਦਾਦ ਆ, ਉਹ ਹੁਣ ਅਟੈਚ ਕੀਤੀ ਜਾ ਰਹੀ ਆ, ਕਿਉਂਕਿ ਹੁਣ ਇਨਕੁਆਇਰੀ ਚੱਲਦੀ ਪਈ ਹੈ, ਪਰਤਾਂ ਖੁੱਲਦੀਆਂ ਪਈਆਂ ਨੇ। ਬਿਲਕੁਲ। ਔਰ ਜਿਸ ਇਲਾਕੇ 'ਚ ਉਹਨਾਂ ਦੀ ਚੱਲਦੀ ਸੀ ਪੂਰੀ ਸਿਆਸਤ, ਤੂਤੀ ਬੋਲਦੀ ਸੀ, ਉਸੇ ਇਲਾਕੇ ਦੇ ਜੇਲ੍ਹ ਦੇ ਵਿੱਚ ਦੇਖੋ ਸਮਾਂ ਸਮਰੱਥ ਜਿਵੇਂ ਕਹਿੰਦੇ ਨੇ, ਹੁਣ ਉਸੇ ਜੇਲ੍ਹ ਦੇ ਵਿੱਚ ਉਸੇ ਇਲਾਕੇ ਦੇ ਵਿੱਚ ਨੇ, ਔਰ ਉੱਥੋਂ ਹੀ ਕੋਈ ਮਿਲਣ ਨਹੀਂ ਆਉਂਦਾ ਪਿਆ। ਔਰ ਕਿਸੇ ਵੇਲੇ ਉੱਥੇ ਭੀੜ ਲੱਗੀ ਹੁੰਦੀ ਹੋਊਗੀ ਧਰਮਸੋਤ ਸਾਹਿਬ ਦੇ ਘਰਾਂ 'ਚ ਕਿ ਸਾਡਾ ਇਹ ਕੰਮ ਕਰਾ ਦਿਓ ਜੀ, ਸਾਡਾ ਉਹ ਕੰਮ ਕਰਾ ਦਿਓ ਜੀ। ਹੁਣ ਅੱਜ ਕੋਈ ਵੀ ਨਹੀਂ ਮਿਲਣਾ ਆ। ਸੋ ਹੋਰ ਇੱਥੇ ਫਗਵਾੜੇ ਦੇ ਲਾਗੇ ਉਹਨਾਂ ਦੇ ਸਹੁਰੇ ਨੇ, ਸਹੁਰਿਆਂ ਦਾ ਪਿੰਡ ਆ ਲਖਪੁਰ ਸਾਨੀ, 5 ਸਟਾਰ ਵੱਲ ਜਾਂਦੇ ਆ ਤਾਂ ਉੱਥੇ ਰੌਣਕਾਂ ਰਹਿੰਦੀਆਂ ਸੀ ਵੀ ਉਹਨਾਂ ਦੇ ਪਿੰਡ ਦਾ ਜਵਾਈ ਸੀਗਾ, ਉਹ ਮਤਲਬ ਸਮਝ ਲਓ ਵੀ ਸਹੁਰਾ ਪਰਿਵਾਰ ਦੀ ਵੀ ਟੌਰ ਹੁੰਦੀ ਸੀ ਪੂਰੀ। ਚਲੋ ਹੁਣ ਲੋਕ ਇਨਸਾਫ ਪਾਰਟੀ ਦੇ ਜਿਹੜੇ ਮੁਖੀ ਨੇ ਨਾ ਜੀ, ਸਿਮਰਜੀਤ ਸਿੰਘ ਬੈਂਸ ਜੀ, ਭਗੌੜੇ ਤਾਂ ਕਰਾਰ ਦੇ ਦਿੱਤੇ ਗਏ ਨੇ, ਕਾਫੀ ਸਮਾਂ ਬੀਤ ਚੁੱਕਾ ਹੈ ਜੀ, ਪਰ ਅਜੇ ਤੱਕ ਪਤਾ ਹੀ ਨਹੀਂ ਲੱਗਦਾ ਪਿਆ ਕਿੱਥੇ ਗਏ, ਕਿਸੇ ਦੇ ਹੱਥ ਪੱਲੇ ਕੁਝ ਨਹੀਂ ਪੈਂਦਾ। 4 ਮਹੀਨਿਆਂ ਤੋਂ ਅਦਾਲਤ ਨੇ ਭਗੌੜਾ ਕਰਾਰ ਦਿੱਤਾ ਹੋਵੇ, ਅਦਾਲਤ ਨੇ ਸਖਤੀ ਵੀ ਕੀਤੀ ਹੋਵੇ, PO ਪੁਲਿਸ ਦੇ ਹੱਥ ਖਾਲੀ ਹਨ। ਪ੍ਰੋਕਲੇਮਡ ਆਫੈਂਡਰ, ਇੱਕ ਜਾਣਿਆ ਮਾਣਿਆ ਬੰਦਾ, ਬਿਲਕੁਲ। ਔਰ ਕਿਤੇ ਕਿਤੇ ਉਹ ਕਹਿੰਦੇ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਤੇ ਤਾਂ ਸਰਗਰਮ ਦਿਸਦੇ ਆ, ਪਰ ਪੁਲਿਸ ਦੇ ਹੱਥ ਨਹੀਂ ਲੱਗੇ ਹਨ। ਦੇਖੋ ਨਾ ਉਹ ਆਪਣੇ ਦਫ਼ਤਰ ਮਿਲਦੇ, ਨਾ ਉਹ ਆਪਣੇ ਘਰ ਮਿਲਦੇ ਆ। ਉਹਨਾਂ ਦੇ PA ਭਰਾ ਸਾਰਿਆਂ ਤੇ ਜਿਹੜਾ ਉਹ ਔਰਤ ਵਿਚਾਰੀ ਰੋਜ਼ ਜਿਹੜਾ ਕਮਿਸ਼ਨਰੇਟ ਆਫਿਸ ਜਾ ਕੇ ਰੌਲਾ ਰੱਪਾ ਪਾਉਂਦੀ ਆ, ਧਰਨਾ ਵੀ ਦਿੱਤਾ ਉਹਨੇ ਵੀ ਗ੍ਰਿਫਤਾਰ ਕੀਤਾ ਜਾਵੇ, ਪਰ ਸ਼ਾਇਦ ਜਾਂ ਤਾਂ ਸਰਕਾਰ ਨੂੰ ਮਾਹੌਲ ਵਿਗੜਨ ਦਾ ਡਰ ਹੁੰਦਾ ਹੈ ਨਾ, ਤੇ ਜਾਂ ਮਤਲਬ ਸਿਆਸੀ ਦਬਾਅ ਹੇਠ ਪੋਲੀਟੀਕਲ ਪ੍ਰੈਸ਼ਰਸ। ਪੱਕਾ 2 ਗੱਲਾਂ ਹੋ ਸਕਦੀਆਂ, ਬਿਲਕੁਲ ਹੋ ਸਕਦੀਆਂ। ਜਲੰਧਰ ਦੇ ਵਿੱਚ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਆਪਾਂ ਜਾਣਦੇ ਹਾਂ ਵੀ ਕਿੰਨੀ ਵਾਰੀ ਅਦਾਲਤ ਨੇ ਉਹਨਾਂ ਦੇ ਵਾਰੰਟ ਕੱਢੇ, ਹਾਂਜੀ, ਅੱਜ ਤੱਕ ਗ੍ਰਿਫਤਾਰੀ ਹੋਈ ਆ, ਕਿੰਨੇ ਮਾਮਲਿਆਂ ਦੇ ਵਿੱਚ ਉਹਨਾਂ ਨੂੰ ਜਿਹੜਾ ਆ ਭਗੌੜਾ ਲਾਉਂਦੇ ਆ, ਹੈ ਨਾ, ਅੱਜ ਤੱਕ ਗ੍ਰਿਫਤਾਰੀ ਨਹੀਂ ਹੋਈ। ਇਸੇ ਤਰ੍ਹਾਂ ਹੁਣ ਤੁਸੀਂ ਦੇਖੋ 4 ਮਹੀਨੇ ਹੋ ਗਏ, ਹੁਣ ਇੱਕ ਸਿਰ ਕੱਢ ਆਗੂ ਹੋਵੇ, ਧਰਮ ਕਰਮ ਦੇ ਕੰਮ ਵੀ ਬਥੇਰੇ ਕਰਦੇ ਆ, ਗਰੀਬਾਂ ਗੁਰਬਾਂ ਦੀ ਮਦਦ ਵੀ ਕਰਦੇ ਆ, ਕੇਸ ਜਾਇਜ਼ ਆ ਜਾਂ ਨਜਾਇਜ਼ ਆ ਤਾਂ ਅਦਾਲਤਾਂ ਨੇ ਦੇਖਣਾ ਹੈਗਾ, ਹੈ ਨਾ। ਕੋਈ ਬੰਦਾ ਮੁਜਰਮ ਆ ਨਹੀਂ ਆ, ਇਹ ਅਦਾਲਤ ਨੇ ਦੇਖਣਾ ਹੈਗਾ। ਪਰ ਜਿਹੜਾ ਇੱਕ ਪ੍ਰੋਸੀਜਰ ਆ ਉਹਦੇ ਤਹਿਤ ਤਾਂ ਜਿਹੜੀ ਗ੍ਰਿਫਤਾਰੀ ਹੋਣੀ ਆ, ਉਸ ਗ੍ਰਿਫਤਾਰੀ ਤੋਂ ਬਚਣ ਲਈ ਬੰਦਾ ਕਿੱਥੇ ਅੰਬਰਾਂ 'ਚ ਚੜ੍ਹ ਗਿਆ। ਪੁਲਿਸ ਤੁਸੀਂ ਦੇਖੋ ਵੀ ਜਿਹਨੂੰ ਗ੍ਰਿਫਤਾਰ ਕਰਨਾ ਹੁੰਦਾ 751 'ਚ ਫੜ ਕੇ ਲੋਕਾਂ ਨੂੰ ਅੰਦਰ ਦੇਂਦੇ ਆ, ਜ਼ਮਾਨਤਾਂ ਹੁੰਦੀਆਂ ਲੋਕਾਂ ਦੀਆਂ, ਹਾਂਜੀ। ਤੇ ਜਦੋਂ ਮਤਲਬ ਹੁਣ ਤੁਸੀਂ ਦੇਖੋ ਵੀ 376 ਦਾ ਪਰਚਾ ਦਰਜ ਹੋਵੇ ਬਲਾਤਕਾਰ ਦਾ, 302 ਦੇ ਪਰਚੇ ਦਰਜ ਹੁੰਦੇ ਆ, 326 ਬਣੀਆਂ ਹੁੰਦੀਆਂ, ਬੰਦੇ ਬਾਹਰ ਤੁਰੇ ਫਿਰਦੇ ਆ, ਪੁਲਿਸ ਹੱਥ ਵੀ ਨਹੀਂ ਲਾਉਂਦੀ, ਉਧਰ ਨੂੰ ਦੇਖਦੀ ਵੀ ਨਹੀਂ ਆ। ਤੁਸੀਂ ਦੇਖੋ, ਹਾਂਜੀ, ਮਜੀਠੀਆ ਸਾਹਿਬ ਜ਼ੈਡ ਸਿਕਿਉਰਿਟੀ ਜੀ, ਪਰ ਮਜੀਠੀਆ ਸਾਹਿਬ ਵੀ ਪਤਾ ਨਹੀਂ ਲੱਗਦਾ ਪਿਆ ਸੀ ਕਿੱਥੇ ਗਏ ਨੇ ਜੀ, ਰੂਪੋਸ਼ ਹੋਏ ਸੀ, ਕਿੰਨਾ ਚਿਰ ਰੂਪੋਸ਼ ਰਹੇ ਆ, ਹਨ। ਸਮੇਤ ਸੈਣੀ ਹੁਣਾਂ ਦੀ ਬਿਲਕੁਲ Z+ ਸਿਕਿਉਰਿਟੀ ਆ, ਔਰ ਉਹ ਸਿਕਿਉਰਿਟੀ ਚੋਂ ਦੌੜ ਜਾਂਦੇ ਆ। ਦੱਸੋ ਹੁਣ ਸਿਕਿਉਰਿਟੀ ਕਾਹਦੇ ਵਾਸਤੇ ਆ, ਤੇ ਉਹ ਕਿਉਂ ਨਹੀਂ ਸਿਕਿਉਰਿਟੀ ਦੇ ਇੰਚਾਰਜ ਨੂੰ ਫੜ ਕੇ ਅੰਦਰ ਦਿੱਤਾ ਜਾਂਦਾ ਵੀ ਭਾਈ ਬੰਦਾ ਕਿੱਥੇ ਗੁੰਮਿਆ ਹਨ।
ਚਲੋ ਹੁਣ ਇਦਾਂ ਚੱਲਦਾ ਪਿਆ ਕੰਮ। ਇਹ ਗੱਲਾਂ ਜਾਣੀ ਕਿ ਕਹਿੰਦੇ ਆ ਵੀ ਫਿਰ ਕਾਨੂੰਨ ਤਕੜਿਆਂ ਦੀ ਮਦਦ ਕਰਦਾ। ਤੁਹਾਨੂੰ ਨਹੀਂ ਲੱਗਦਾ ਸਾਡੇ ਮਾੜਿਆਂ ਧੀੜਿਆਂ ਨੂੰ ਦੱਬਣ ਲਈ ਹੁੰਦਾ ਫਿਰ ਕਾਨੂੰਨ? ਮੈਂ ਉਹੀ ਕਹਿ ਰਿਹਾ, ਤੁਹਾਨੂੰ ਨਹੀਂ ਲੱਗਦਾ ਕਿ ਸਾਡੇ ਸਿਸਟਮ ਦੇ ਉੱਤੇ ਇੱਕ ਬੜਾ ਕਰਾਰਾ ਥੱਪੜ ਹੈ? ਬਿਲਕੁਲ ਬਿਲਕੁਲ। ਜਾਂ ਇੱਕ ਕਿਹਾ ਜਾਵੇ ਕਿ ਬੜਾ ਕਰਾਰਾ ਮਜ਼ਾਕ ਹੈ ਸਾਡੇ ਸਿਸਟਮ ਦਾ ਬਣਾਇਆ ਜਾ ਰਿਹਾ। ਤਾਂ ਹੀ ਤਾਂ ਕਹਿੰਦੇ ਆ ਬਈ ਲਾ ਗ੍ਰਾਈਂਡਸ ਦਾ ਪੂਅਰ, ਉਹਨਾਂ ਦਾ ਐਨ ਮਤਲਬ ਪੀਣ ਕਰਦਾ ਹੈਗਾ, ਹੈ ਨਾ, ਐਂਡ ਰਿਚ ਮੈਨ ਰੂਲ ਦਾ ਲਾ, ਹੈ ਨਾ, ਉਹਦੇ ਸਿਰ ਤੇ ਦੱਬ ਕੇ ਰੱਖਦੇ ਆ ਗਰੀਬਾਂ। ਬਿਲਕੁਲ। ਅੱਛਾ, ਮੈਂ ਇੱਕ ਗੱਲ ਸੁਣੀ, ਪਤਾ ਨਹੀਂ ਤੁਸੀਂ ਸੁਣੀ ਕਿ ਨਹੀਂ ਸੁਣੀ, ਕਹਿੰਦੇ ਸੁਖਬੀਰ ਬਾਦਲ ਸਾਹਿਬ ਦੇ ਅਸਤੀਫੇ ਦੀ ਕੋਈ ਗੱਲ ਹੁੰਦੀ ਵੀ, ਮੈਨੂੰ ਤਾਂ ਵਿਸ਼ਵਾਸ ਨਹੀਂ ਹੋਇਆ। ਉਹ ਦੇਖੋ ਜੀ, ਕੱਲ ਸੰਜੀਵ ਕੱਲ ਸਾਰਾ ਦਿਨ ਹੀ ਰੌਲਾ ਪੈਂਦਾ ਰਿਹਾ ਪਹਿਲਾਂ ਵਿਧਾਨ ਸਭਾ ਚੋਣਾਂ 'ਚ 3 ਸੀਟਾਂ ਰਹਿ ਗਈਆਂ, 25 ਸਾਲ ਰਾਜ ਕਰਦੇ ਕਰਦੇ 3 ਸੀਟਾਂ ਤੇ ਆ ਗਏ। ਇੱਕ ਹਾਲਾਤ ਇਦਾਂ ਦੇ ਵੀ ਪੰਜਾਬ 'ਚ ਆਏ ਸੀਗੇ ਭਈ ਲੋਕ ਰੈਲੀਆਂ ਨਹੀਂ ਸੀ ਹੋਣ ਦਿੰਦੇ, ਸੜਕਾਂ ਤੇ ਨਿਕਲਣ ਨਹੀਂ ਸੀ ਦਿੰਦੇ ਇਹਨਾਂ ਨੂੰ, ਅਕਾਲੀਆਂ ਨੂੰ। ਬਿਲਕੁਲ ਜੀ। ਭੈਣ ਭਰਾ ਬਿਕਰਮ ਮਜੀਠੀਆ ਤੇ ਬੀਬੀ ਹਰਸਿਮਰਤ ਬਾਦਲ ਆਪਣੇ ਜੱਦੀ ਪਿੰਡ ਨੂੰ ਜਾਂਦੇ ਆ, ਕਿਤੇ ਜਠੇਰੇ ਜਠੂਰਿਆਂ ਨੂੰ ਜਾ ਰਹੇ ਆ, ਤਾਂ ਲੋਕਾਂ ਨੇ ਪਿੰਡ ਦਿਆਂ ਨੇ ਰਾਹ ਦੇ ਵਿੱਚ ਉਹ ਮਤਲਬ ਮਾਲ ਅਸਬਾਬ ਲੈ ਕੇ ਖੜੇ ਸੀਗੇ ਵੀ ਉਹਨਾਂ ਤੇ ਸੁੱਟਣਾ ਹੈਗਾ। ਅੱਛਾ ਜੀ। ਤੇ ਪਿੰਡ 'ਚ ਵੜ ਨਹੀਂ ਦਿੱਤਾ, ਪਿੰਡੋਂ ਬਾਹਰੋਂ ਆ ਗਏ ਸੀਗੇ, ਆਪਣੇ ਜਠੇਰੀ ਮੱਥਾ ਨਹੀਂ ਸੀ ਟੇਕਣ ਦਿੱਤਾ, ਹੈ ਨਾ। ਦੇਖੋ, ਸੋ ਇਦਾਂ ਦੀ ਨੌਬਤ ਆ ਗਈ। ਵਿਧਾਨ ਸਭਾ ਚੋਣਾਂ 'ਚ ਕਰਾਰੀ ਹਾਰ ਮਿਲੀ, ਆਪਾਂ ਸਾਰੇ ਜਾਣਦੇ, ਇੱਕ ਤਰ੍ਹਾਂ ਦੇ ਐਨ ਸਿਆਸੀ ਦ੍ਰਿਸ਼ ਤੋਂ ਲਾਂਭੇ ਕਰਕੇ ਰੱਖ ਦਿੱਤਾ ਲੋਕਾਂ ਨੇ। ਹੁਣ ਜਿਮਨੀ ਚੋਣ, ਪਹਿਲਾਂ ਮਾਨ ਸਾਹਿਬ ਦੇ ਘਰ ਜਾਂਦੇ ਆ, ਉਹ ਕਹਿੰਦੇ ਮੈਨੂੰ ਖੜਾ ਕਰਨ ਨਹੀਂ ਸੀ ਆਏ, ਉਮੀਦਵਾਰ ਬਣਾਉਣ ਨਹੀਂ ਸੀ ਆਏ, ਮੇਰੀ ਬੇਇੱਜ਼ਤੀ ਕਰਨ ਆਏ ਸੀ। ਇਹ ਆਪਣੇ ਬਿਆਨ ਦਿੱਤਾ ਸੀ ਨਾ ਸਿਮਰਨਜੀਤ ਮਾਨ ਹੋਰੀ। ਤੇ ਫਿਰ ਕਹਿੰਦੇ ਪਈ ਜੀ ਉਹ ਬੰਦੀ ਸਿੰਘ, ਉਹ ਕਹਿੰਦੇ ਵੀ ਬੰਦੀ ਸਿੰਘ, ਮੈਂ ਤਾਂ ਆਪ ਬੰਦੀ ਸਿੰਘ ਰਿਹਾ ਵੀ ਮੈਂ ਬਿਹਤਰ ਢੰਗ ਨਾਲ ਆਵਾਜ਼ ਉਠਾ ਸਕਦਾ, ਹੈ ਨਾ ਜੀ ਜੀ। ਤੇ ਉਹ ਸੁੱਖ ਨਾਲ ਉਹ ਫੇਰ ਜਿੱਤ ਗਏ ਆ। ਤੇ ਅਕਾਲੀ ਕਿੱਥੇ ਜਾ ਪਏ ਤੁਸੀਂ ਦੇਖੋ, ਨੰਬਰ 1 ਤੇ ਸਿਮਰਨਜੀਤ ਸਿੰਘ ਮਾਨ, ਠੀਕ ਹੈ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ। ਦੂਜੇ ਨੰਬਰ ਤੇ ਘਰਾਚੋ ਸਾਹਿਬ ਗੁਰਮੇਲ ਹੋਰੀ ਹੋ ਗਏ, ਆਮ ਆਦਮੀ ਪਾਰਟੀ। ਤੀਜੇ ਨੰਬਰ ਤੇ ਕਾਂਗਰਸ ਆ ਗਈ। ਚੌਥੇ ਤੇ ਭਾਜਪਾ ਆ ਗਈ। ਤੇ ਇਹ 5ਵੇਂ ਨੰਬਰ ਤੇ ਜ਼ਮਾਨਤ ਵੀ ਜ਼ਬਤ ਹੋ ਗਈ ਬੀਬੀ ਜੀ ਦੀ, ਹੈ ਨਾ। ਕੀ ਹਾਲਾਤ ਆ ਗਏ। ਉਹ ਫਿਰ ਰੌਲਾ ਰੱਪਾ ਪਿਆ ਵੀ ਸੁਖਬੀਰ ਨੇ ਅਸਤੀਫਾ ਦੇ ਦਿੱਤਾ। ਇਹਦੇ ਦੌਰਾਨ ਕੀ ਹੁੰਦਾ ਵੀ ਜਗਮੀਤ ਬਰਾੜ, ਕਈ ਪਾਰਟੀਆਂ ਉਹਨਾਂ ਨੇ ਵੀ ਬਦਲੀਆਂ, TMC ਵੀ ਇੱਕ ਵਾਰੀ ਪੰਜਾਬ 'ਚ ਬਣਾ ਲਈ ਸੀ ਉਹਨਾਂ ਨੇ, ਤ੍ਰਿਣਮੂਲ ਕਾਂਗਰਸ ਦੇ ਇੱਥੇ, ਹੈ ਨਾ। ਤੇ ਆਗੂ ਪੜ੍ਹੇ ਲਿਖੇ ਆ, ਪੰਜਾਬ ਯੂਨੀਵਰਸਿਟੀ ਤੋਂ ਕਿਸੇ ਵੇਲੇ ਲਾ ਗ੍ਰੈਜੂਏਟ ਨੇ ਪੰਜਾਬ ਯੂਨੀਵਰਸਿਟੀ ਦੇ। ਜਦੋਂ ਇਲੈਕਸ਼ਨਸ ਦਾ ਦੌਰ ਸੀ, ਹਾਂਜੀ, 3 ਮਹੀਨੇ ਪਹਿਲਾਂ ਜਦੋਂ ਇਲੈਕਸ਼ਨਸ ਹੋਈਆਂ ਨੇ ਜੀ, ਉਦੋਂ ਵੀ ਸ਼੍ਰੋਮਣੀ ਅਕਾਲੀ ਦਲ ਨੇ ਕਾਫੀ ਜ਼ੋਰ ਲਾਇਆ ਜੀ, ਪਰ ਲੋਕਾਂ ਦੀ ਸੋਚ ਦਾ ਹਿੱਸਾ ਨਹੀਂ ਬਣ ਸਕੇ। ਔਰ ਸਟਿਲ ਉਹੀ ਲੋਕਾਂ ਦੀ ਸੋਚ ਦਾ ਹਿੱਸਾ ਨਹੀਂ, ਕਿਉਂਕਿ ਇੱਕ ਤਾਂ ਇਹਨਾਂ ਦੀ ਪੁਰਾਣੀ ਕਾਰਗੁਜ਼ਾਰੀ, ਦੂਜੇ ਇਹਨਾਂ ਦੇ ਇਲਜ਼ਾਮ ਜਿਹੜੇ ਲੱਗੇ ਹੋਏ ਨੇ। ਮਜੀਠੀਆ ਸਾਹਿਬ ਦਾ ਜੇਲ੍ਹ 'ਚ ਜਾਣਾ, ਉਹ ਡਰੱਗ ਮਾਮਲੇ ਦੇ ਵਿੱਚ ਇਹਨਾਂ ਦੇ ਉੱਤੇ ਇਲਜ਼ਾਮ ਲੱਗਣੇ, ਇਹ ਸਾਰਾ ਕੁਝ ਨਾ ਪੰਜਾਬ ਦੇ ਵਿੱਚ ਆਮ ਲੋਕ ਇਹ ਸਮਝਦੇ ਆ ਪਈ ਇਹਨਾਂ ਨੇ ਚਿੱਟੇ ਤੇ ਲੋਕਾਂ ਨੂੰ ਲਾਇਆ, ਬਿਲਕੁਲ ਨਸ਼ੇ ਇਹਨਾਂ ਨੇ ਲਿਆਂਦੇ, ਇਹ ਸਮਝਿਆ ਜਾਂਦਾ। ਤੇ ਦੂਸਰੀ ਗੱਲ ਇਹ ਪਈ, ਉਹ ਹੁਣ ਕੀ ਹੁੰਦਾ ਪਈ, ਜਗਮੀਤ ਬਰਾੜ ਹੋਰੀ ਅੱਜ ਕੱਲ੍ਹ ਅਕਾਲੀ ਦਲ 'ਚ ਹਨ, ਉਹਨਾਂ ਨੇ ਮਾਝੇ, ਮਾਲਵੇ ਤੇ ਦੁਆਬੇ ਦੇ ਵਿੱਚ 3 ਸੀਨੀਅਰ ਆਗੂ ਜਿਹੜੇ ਆ ਪ੍ਰਧਾਨ ਲਾਏ ਹੈਗੇ ਆ, ਹੈ ਨਾ, ਮਾਝੇ, ਮਾਲਵੇ, ਦੁਆਬੇ ਦੇ। ਤਾਂ ਇਹਦੇ ਦੌਰਾਨ ਇਹ ਜੇ ਮਤਲਬ ਉਹ ਦੇਖਿਆ ਜਾਵੇ ਵੀ 3 ਪ੍ਰਧਾਨ ਉਹਨਾਂ ਨੇ ਕਾਰਜਕਾਰੀ ਲਾਏ ਆ, ਕਾਰਜਕਾਰੀ ਪ੍ਰਧਾਨ ਲਾਉਣ ਦੀ 3 ਖਿੱਤਿਆਂ ਦੇ ਲਈ ਕੀ ਲੋੜ ਪੈ ਗਈ, ਹੈ ਨਾ। ਬਿਲਕੁਲ ਸਰ। ਤੇ ਉਹਦੇ ਦੌਰਾਨ ਇਦਾਂ ਦਾ ਰੌਲਾ ਰੱਪਾ ਪੈ ਗਿਆ ਪਈ, ਜਿਹੜਾ ਹੈਗਾ ਇਹਨਾਂ ਨੇ ਅਸਤੀਫਾ ਦੇ ਦਿੱਤਾ। ਉਹਦੇ ਲਈ ਫਿਰ ਸਫਾਈਆਂ ਦਿੰਦੇ ਆ। ਬਲਵਿੰਦਰ ਸਿੰਘ ਭੁੰਦੜ ਬੜੇ ਸਿਆਣੇ ਆਗੂ ਆ ਇਹਨਾਂ ਦੇ, ਉਹਨਾਂ ਨੂੰ ਸਫਾਈ ਦੇਣੀ ਪਈ। ਨਾਲ ਜਿਹੜੇ ਆ ਇਹਨਾਂ ਦੇ ਮੀਡੀਆ ਸਲਾਹਕਾਰ ਹਰਚਰਨ ਬੈਂਸ ਵੀ ਬੈਠੇ ਨੇ ਮਾਲਪੁਰ ਵਾਲੇ, ਔਰ ਚਰਨਜੀਤ ਬਰਾੜ ਹੋਰੀ ਪ੍ਰੈਸ ਕਾਨਫਰੰਸ ਵਿੱਚ ਸੀਗੇ। ਉਹਨਾਂ ਨੇ ਫਿਰ ਸ਼ਾਮ ਤੱਕ ਸਫਾਈਆਂ ਦਿੰਦੇ ਰਹੇ ਵੀ ਨਹੀਂ ਭਾਈ ਇੱਦਾਂ ਦੀ ਕੋਈ ਗੱਲ ਨਹੀਂ, ਉਹੀ ਸਾਡੇ ਆਗੂ ਆ। ਦੇਖੋ, ਜਦ ਤੱਕ ਇੱਕ ਗੱਲ ਤਾਂ ਸੰਜੀਵ ਜੀ ਸਾਨੂੰ ਮੰਨਣੀ ਚਾਹੀਦੀ ਆ ਭਈ ਪੰਜਾਬ ਲਈ ਜੇ ਕੁਛ ਕਿਸੇ ਨੇ ਕੀਤਾ ਤਾਂ ਉਹ ਅਕਾਲੀਆਂ ਨੇ ਹਾਂ ਦਾ ਨਾਰਾ ਮਾਰਿਆ, ਅਕਾਲੀਆਂ ਨੇ ਮੋਰਚੇ ਲਾਏ। ਪਰ ਜਿਹੜਾ ਮੌਜੂਦਾ ਅਕਾਲੀ ਦਲ ਆ, ਉਹ ਉਸ ਅਕਾਲੀ ਦਲ ਦੇ
ਪਾਸਕੂ ਨਹੀਂ, ਉਹਦੇ ਨਾਲ ਕੋਈ ਲੈਣਾ ਦੇਣਾ ਨਹੀਂ, ਆਪਣੀ ਲੀਹ ਤੋਂ ਥਿੜਕ ਚੁੱਕੇ, ਬਹੁਤ ਪੰਥ ਦੀ ਲੀਹ ਤੋਂ ਥਿੜਕ ਚੁੱਕੇ ਨੇ, ਕਦੋਂ ਉਹਦੇ ਲੀਹੋਂ ਲੱਥ ਚੁੱਕੇ, ਬਹੁਤ ਦੇਰ ਤੋਂ। ਔਰ ਸਿੱਖੀ ਨਾਲ ਸੰਬੰਧਿਤ ਜਿਹੜੀਆਂ ਸੰਸਥਾਵਾਂ ਆ, ਚਾਹੇ ਉਹ HGPC ਹੋਵੇ, ਚਾਹੇ ਅਕਾਲ ਤਖਤ ਹੋਵੇ, ਉਹਨਾਂ ਦਾ ਜਾਣੀ ਕਿ ਜਿੰਨਾ ਨੁਕਸਾਨ ਬਾਦਲ ਪਰਿਵਾਰ ਨੇ ਕੀਤਾ, ਇੰਨਾ ਕਿਸੇ ਹੋਰ ਨੇ ਅੱਜ ਤੱਕ ਨਹੀਂ ਕੀਤਾ। ਇਹਨਾਂ ਇਲੈਕਸ਼ਨਸ ਦੇ ਵਿੱਚ ਜਦੋਂ ਵੱਡੇ ਬਾਦਲ ਸਾਹਿਬ ਨੂੰ ਲੈ ਕੇ ਆਏ ਨੇ ਫੀਲਡ ਦੇ ਵਿੱਚ ਇਲੈਕਸ਼ਨਸ ਲੜਵਾਉਣ ਵਾਸਤੇ ਜੀ, ਉਹ ਇੱਕ ਵਾਰੀ ਫਿਰ ਤੋਂ ਸੰਕੇਤ ਦੇਣ ਦੀ ਕੋਸ਼ਿਸ਼ ਕੀਤੀ ਕਿ ਅਸੀਂ ਪੰਥ ਦੀਆਂ ਲੀਹਾਂ ਤੇ ਮੁੜ ਕੇ ਤੁਰਨ ਦੀ ਕੋਸ਼ਿਸ਼ ਕਰਨ ਲੱਗੇ ਹਾਂ। ਬਿਲਕੁਲ, ਪਰ ਸਫਲਤਾ ਨਹੀਂ ਮਿਲੀ। ਔਰ ਉਹਨਾਂ ਨੂੰ 96 ਸਾਲ ਦੀ ਉਮਰ ਦੇ ਵਿੱਚ ਜਦੋਂ ਬੰਦੇ ਭਜਨ ਬੰਦਗੀ ਕਰਦੇ ਆ, ਰੱਬ ਦਾ ਨਾਮ ਲੈਂਦੇ ਆ, ਉਦੋਂ ਚੋਣ ਲੜਨ ਦੀ ਕੀ ਲੋੜ ਪੈ ਗਈ ਹੈ ਨਾ। ਮਤਲਬ ਇਹਦਾ ਮਤਲਬ ਲਾਲਚ ਜਿਹੜਾ ਆ ਉਹ ਨਹੀਂ ਤਿਆਗ ਸਕੇ, ਗੱਦੀ ਦਾ ਮੋਹ ਨਹੀਂ ਤਿਆਗ ਸਕੇ। ਪਾਰਟੀ ਕਹਿੰਦੀ ਹੈ ਜਾਂ ਪਾਰਟੀ ਦੀ ਰਿਕੁਆਇਰਮੈਂਟ ਹੈ ਕਿ ਤੁਸੀਂ ਅੱਗੇ ਆਓ, ਉਹਨਾਂ ਨੇ ਤਾਂ ਇਹੀ ਕਿਹਾ ਕਿ ਪਾਰਟੀ ਦਾ ਆਦੇਸ਼ ਮੈਂ ਮੰਨਿਆ। 5 ਵਾਰੀ ਤੁਸੀਂ ਮੁੱਖ ਮੰਤਰੀ ਬਣ ਗਏ ਆ, ਪੁੱਤ ਡਿਪਟੀ ਚੀਫ ਮਿਨਿਸਟਰ ਰਹਿ ਚੁੱਕਾ, ਤੇ ਹਾਲੇ ਕੋਈ ਭੁੱਖ ਰਹਿ ਗਈ? ਨੋ ਤੁਹਾਡੀ ਕੇਂਦਰ ਦੀ ਮੰਤਰੀ ਕੇਂਦਰੀ ਵਜ਼ਾਰਤ ਵਿੱਚ ਸ਼ਾਮਲ ਸੀ, ਉਹ ਵੀ ਲੋਕਾਂ ਦੇ ਰੋਹ ਨੂੰ ਦੇਖਦਿਆਂ ਅਸਤੀਫਾ ਦਿੱਤਾ, ਨਹੀਂ ਤਾਂ ਸ਼ਾਇਦ ਉਹ ਵੀ ਅਸਤੀਫਾ ਨਾ ਦਿੰਦੇ। ਲੋਕ ਸੜਕਾਂ ਤੇ ਨਹੀਂ ਸੀ ਆਉਣ ਦਿੰਦੇ ਉਹਨਾਂ ਦੇ ਨਾਲ, ਔਰ ਹਾਰ ਗਏ ਹੈ ਨਾ, ਬੁਰੀ ਤਰ੍ਹਾਂ ਹਾਰੇ ਹੈ ਨਾ। ਸੋ ਇਹ ਚੀਜ਼ਾਂ ਜਿਹੜੀਆਂ ਨੇ ਨਾ, 5 ਵਾਰ ਦੇ ਮੁੱਖ ਮੰਤਰੀ ਬੁਰੀ ਤਰ੍ਹਾਂ ਹਾਰਨ ਔਰ ਇਸ ਉਮਰ ਦੇ ਵਿੱਚ ਹਾਰਨ, ਹਾਂ, ਉਹ ਨਮੋਸ਼ੀ ਜਿਹੜੀ ਝੱਲਣੀ ਬੜੀ ਔਖੀ ਹੋ ਜਾਂਦੀ ਹੈ। ਉਹ ਕਹਿੰਦੇ 4 ਬੰਦੇ ਫੜ ਕੇ ਤੋਰਦੇ ਆ ਤੇ ਇਲੈਕਸ਼ਨ ਲੜਦੇ ਆ, ਔਰ ਪਿਛਲੀ ਵਾਰੀ ਵਿਧਾਨ ਸਭਾ ਚ ਗਏ ਨਹੀਂ ਸਾਰਾ ਸਮਾਂ, ਇਹ ਵੀ ਆਪਾਂ ਨੂੰ ਪਤਾ ਹੈ, ਕਿਉਂਕਿ ਸਿਹਤ ਠੀਕ ਨਹੀਂ ਤੇ ਸਿਹਤ ਠੀਕ ਨਹੀਂ ਤਾਂ ਚੋਣ ਲੜਨੀ ਕਿੰਨੀ ਕਿ ਜ਼ਰੂਰੀ ਸੀ। ਬਿਲਕੁਲ ਸਹੀ। ਸੋ ਦੇਖੋ, ਇਹਨਾਂ ਨੂੰ ਬਹੁਤ ਜ਼ਿਆਦਾ ਸਵੈ ਮੰਥਨ ਦੀ ਲੋੜ ਆ। ਕੁਨਬਾ ਪਰਵਰੀ ਜਿਹੜੀ ਆ ਨਾ, ਇਹ ਇੱਕੋ ਪਰਿਵਾਰ ਦਾ ਰਾਜ, ਵੀ ਸਾਡੀ ਚੌਧਰ ਚੱਲੇ ਹੈ ਨਾ। ਜਿੰਨੇ ਸੀਨੀਅਰ ਜੂਨੀਅਰ ਆਗੂ ਸੀ ਚੁੱਕ ਕੇ ਖੁੱਡੇ ਲਾਤੇ ਗਏ। ਗੁਰਚਰਨ ਟੌੜਾ ਬਹੁਤ ਸੀਨੀਅਰ ਸੀ, ਠੀਕ ਹੈ। ਕੁਲਦੀਪ ਸਿੰਘ ਬਡਾਲਾ ਆਪਣੇ ਗੁਆਂਢ 'ਚ ਜਲੰਧਰ 'ਚ ਬਸਦੇ ਸੀ, ਹਾਂਜੀ। ਉਹ ਪਤਾ ਨਹੀਂ ਕਿੱਦਾਂ ਹੁਣ ਆਣ ਕੇ ਉਹਨਾਂ ਦਾ ਬੇਟਾ ਗੁਰਪ੍ਰਤਾਪ ਬਡਾਲਾ MLA ਬਣ ਗਿਆ। ਉਹਨਾਂ ਨੂੰ ਕਿੰਨਾ ਚਿਰ ਖੁੰਝੇ ਲਾ ਕੇ ਰੱਖਿਆ ਗਿਆ, ਉਹ 'ਚ ਕੋਈ ਦੋ ਰਾਵਾਂ ਨਹੀਂ, ਸਾਰੀ ਦੁਨੀਆ ਜਾਣਦੀ ਆ। ਕਹਿੰਦੇ ਕਿਸੇ ਦੇ ਖੂਹ ਤੇ ਬੈਠਿਆ ਕਿਤੇ ਸ਼ੁਗਲ ਮੇਲਾ ਕਰਦਿਆਂ ਕਿਸੇ ਨੇ ਕਿਹਾ ਵੀ ਤੁਸੀਂ ਤਾਂ ਦੁਆਬੇ ਦੇ ਨਧੜਕ ਜਰਨੈਲ ਹੋ, ਵੀ ਕੱਲ੍ਹ ਨੂੰ ਤੁਸੀਂ ਵੀ ਮੁੱਖ ਮੰਤਰੀ ਬਣ ਸਕਦੇ ਆ। ਉਹ ਦਰਵੇਸ਼ਾਂ ਵਰਗੇ ਆਗੂ ਸੀਗੇ ਹੈ ਨਾ, ਕੁਲਦੀਪ ਸਿੰਘ ਬਡਾਲਾ ਹੋਰੀ। ਉਹ ਕਹਿੰਦੇ ਭਾਈ ਹਾਂ ਬਈ ਹੋ ਤਾਂ ਸਕਦਾ ਇੱਦਾਂ। ਉਹ ਤੁਹਾਨੂੰ ਪਤਾ ਵੀ ਸੂਤਰ ਹਰ ਥਾਂ ਹੁੰਦੇ ਆ ਹੈ ਨਾ, ਖੁਫੀਆ। ਉਹ ਵੱਡੇ ਬਾਦਲਾਂ ਤੱਕ ਗੱਲ ਪਹੁੰਚੀ, ਉਹ ਐਸਾ ਖੁੱਡੇ ਲਾਏ ਵੀ ਸਾਰੀ ਉਮਰ ਉੱਠਣ ਨਹੀਂ ਦਿੱਤੇ ਹੈ ਨਾ। ਹਰ ਇੱਕ ਪਾਰਟੀ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਪਰਿਵਾਰਵਾਦ ਤੇ ਭ੍ਰਿਸ਼ਟਾਚਾਰ ਜੀ ਇਹ ਬਹੁਤ ਜ਼ਿਆਦਾ ਦੇਖਣ ਨੂੰ ਮਿਲ ਰਿਹਾ ਪੂਰੇ ਭਾਰਤ ਦੇ ਵਿੱਚ। ਬਿਲਕੁਲ। ਤਾਂ ਇਹ ਚੀਜ਼ ਜਿਹੜੀ ਹੈ ਨਾ, ਇਹ ਪਾਰਟੀ ਦੇ ਅੰਦਰ ਦੇ ਲੋਕਤੰਤਰ ਦੇ ਵੀ ਖਿਲਾਫ ਹੋ ਜਾਂਦੀ ਹੈ ਤੇ ਫਿਰ ਦੇਸ਼ ਦੇ ਲੋਕਤੰਤਰ ਦੇ ਵੀ ਖਿਲਾਫ ਹੁੰਦੀ ਹੈ। ਉਹ ਜਿਹੜੇ ਦਰੀਆਂ ਵਿਛਾਉਣ ਵਾਲੇ ਤੇ ਕੁਰਸੀਆਂ ਡਾਉਣ ਵਾਲੇ ਨਾ, ਉਹ ਰਾਜ ਭਾਗ ਥੋੜਾ ਮੰਨਦੇ। ਰਾਤ ਨੂੰ ਪੋਸਟਰ ਲਾਉਂਦੇ ਨੇ ਪਾਰਟੀ ਦੇ, ਉਹ ਪੋਸਟਰ ਹੀ ਲਾਉਂਦੇ ਰਹਿ ਜਾਂਦੇ ਨੇ, ਉਹਨਾਂ ਨੂੰ ਕੋਈ ਨਹੀਂ ਪੁੱਛਦਾ। ਬਿਲਕੁਲ। ਸੋ ਇਹ ਚੀਜ਼ਾਂ ਨੇ ਹੁਣ ਕਿਉਂ ਨਹੀਂ ਆਮ ਲੋਕਾਂ 'ਚ, ਕਿਉਂ ਨਹੀਂ ਮਤਲਬ ਹਰ ਸਾਲ ਸਰਬਸੰਮਤੀ ਨਾਲ ਫਲਾਣਾ ਪ੍ਰਧਾਨ ਹੋਊਗਾ, ਹਰ ਸਾਲ ਮਤਲਬ ਉਹਦੇ ਵਿੱਚੋਂ ਪਰਚੀ ਕੱਢਦੇ ਆ ਪਈ ਆ ਫਲਾਣਾ ਜੀ SGPC ਪ੍ਰਧਾਨ ਹੋਊਗਾ, ਢਿਮਕਾ ਜਿਹੜਾ ਉਹ ਜਥੇਦਾਰ ਹੋਊਗਾ। ਜਥੇਦਾਰ ਮਤਲਬ ਅਕਾਲ ਤਖਤ ਦੇ ਜਥੇਦਾਰ ਜਿਹੜੇ ਆ, ਉਹਨਾਂ ਨੂੰ ਇਹਨਾਂ ਨੇ ਆਪਣੀਆਂ ਡੰਮੀਆਂ ਬਣਾ ਕੇ ਰੱਖ। ਬਿਲਕੁਲ ਜੀ। ਔਰ ਦੇਖੋ ਐਡੀ ਵੱਡੀ ਪਾਰਟੀ, 100 ਸਾਲ ਤੋਂ ਪੁਰਾਣਾ ਇਤਿਹਾਸ, ਬਿਲਕੁਲ, ਔਰ ਅੱਜ ਇਸ ਥਾਂ ਤੇ ਆ ਗਈ ਹੈ। ਕਿਉਂ? ਉਹ ਅਕਾਲ ਤਖਤ ਦੇ ਜਥੇਦਾਰ ਤਾਂ ਉਹ ਲੋਕ ਰਹੇ ਆ ਜਿਨ੍ਹਾਂ ਨੇ ਵੇਲੇ ਦੇ ਹਾਕਮ ਨੂੰ ਮਹਾਰਾਜਾ ਰਣਜੀਤ ਸਿੰਘ ਵਰਗਿਆਂ ਨੂੰ ਤਲਬ ਕਰਕੇ ਪਿੱਠ ਨੰਗੀ ਕਰਵਾ ਲਈ ਸੀ। ਬਿਲਕੁਲ ਸਹੀ ਆ। ਔਰ ਪੰਥ ਦੀਆਂ ਲੀਹਾਂ ਤੋਂ ਉਤਰ ਕੇ ਜੀ ਅੱਜ ਕਿਸ ਹਾਲਤ 'ਚ ਪਹੁੰਚ ਗਏ ਨੇ। ਹਾਲਾਂਕਿ ਪੰਜਾਬ ਨੂੰ ਰਿਪਰੈਜ਼ੈਂਟ ਕਰਨ ਵਾਲੀ ਇੱਕੋ ਹੀ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ। ਬਿਲਕੁਲ ਬਿਲਕੁਲ, ਜੇ ਸਹੀ ਤਰੀਕੇ ਨਾਲ ਸਾਂਭੀ ਜਾਵੇ, ਲੋਕਲ ਪਾਰਟੀ। ਬਿਲਕੁਲ। ਪਰ ਇਹ ਜਿਹੜੀ ਅੱਜ ਵਾਲੀ ਪਾਰਟੀ ਆ ਨਾ, ਜੀ ਮੈਂ ਫਿਰ ਕਹਿ ਰਿਹਾ, ਇਹ ਗੱਲ ਦੁਹਰਾ ਰਿਹਾ ਵੀ ਇਹ ਪਾਰਟੀ ਉਸ ਜਿਹੜਾ ਅਕਾਲੀ ਦਲ ਸੀਗਾ ਨਾ ਪੰਜਾਬ ਲਈ ਲੜਨ ਮਰਨ ਵਾਲਾ, ਇਹ ਤਾਂ ਆਪਣੀਆਂ ਤਜੌਰੀਆਂ ਭਰਨ ਲਈ ਮਤਲਬ ਦਿਨ ਰਾਤ ਜਿਹੜੇ ਆ, ਚਾਹੇ ਇਹਨਾਂ ਦੀ ਟਰਾਂਸਪੋਰਟ ਹੋਵੇ, ਤੁਸੀਂ ਸਾਰੀ ਦੁਨੀਆ ਜਾਣਦੀ ਆ ਵੀ ਕੇਬਲ ਮਾਫੀਆ, ਰੇਤ ਮਾਫੀਆ, ਟਰਾਂਸਪੋਰਟ ਮਾਫੀਆ, ਮਤਲਬ ਕਿੱਥੇ ਨਹੀਂ ਇਹਨਾਂ ਲੋਕਾਂ ਨੇ ਕਬਜ਼ਾ ਕੀਤਾ। ਸਭ ਜਗ੍ਹਾ ਨਾ। ਸੋ ਹੁਣ ਆਪਾਂ ਜਦੋਂ ਬਜਟ ਦੀ ਗੱਲ ਕੀਤੀ ਤੇ ਨਾਲ ਇੱਕ ਸੈਟਬੈਕ, ਇੱਕ ਧੱਕਾ ਵੀ ਲੱਗਾ ਪੰਜਾਬ ਸਰਕਾਰ ਨੂੰ ਜੀ, ਕਿ ਜਿਹੜੀ ਪਾਲਿਸੀ ਲਿਕੁਇਡ ਪਾਲਿਸੀ ਬਣੀ, ਉਹਦੇ ਖਿਲਾਫ ਕੋਰਟਾਂ ਦੇ ਵਿੱਚ ਪਟੀਸ਼ਨ ਹੋਈ ਤੇ ਹਾਈ ਕੋਰਟ ਨੇ 5 ਜੁਲਾਈ ਤੱਕ ਸਟੇ ਕਰ ਦਿੱਤੀ ਹੈ। ਪੰਜਾਬ ਸਰਕਾਰ ਨੂੰ ਨੋਟਿਸ ਭੇਜ ਦਿੱਤਾ ਕਿ ਇਹ ਹੁਣ ਪਾਲਿਸੀ ਹਜੇ ਲਾਗੂ ਨਹੀਂ ਹੋਣੀ, ਇਹਨੂੰ ਰੀਕਨਸੀਡਰ ਕਰੋ। ਹਾਲ ਦੀ ਘੜੀ ਤਾਂ ਲੋਕ
ਸ਼ਰਾਬ ਜਿਹੜੀ ਆ ਸਸਤੀ ਹੋਣੀ ਉਡੀਕ ਰਹੇ ਸੀ ਵੀ ਸਸਤੀ ਹੋਈ ਆ ਗਾਂ ਹੋਰ ਸਸਤੀ ਹੋਣੀ ਆ ਔਰ ਇਹ ਉਡੀਕਦੇ ਪਏ ਸੀਗੇ ਕਿ ਸ਼ਰਾਬ ਦੀ ਵਿਕਰੀ ਜ਼ਿਆਦਾ ਹੋਊਗੀ ਤਾਂ ਫਿਰ ਖਜ਼ਾਨੇ ਭਰਨਗੇ ਹੁਣ ਉੱਥੇ ਵੀ ਜ਼ਰਾ ਲੱਗ ਗਿਆ ਹੈ ਰੋਕ ਜੀ। ਇੱਧਰੋਂ ਬਜਟ ਵੀ ਆ ਗਿਆ ਤੇ ਬਜਟ ਦੇ ਵਿੱਚ ਇਹਨਾਂ ਨੇ ਬੜੀਆਂ ਫੈਸਿਲਿਟੀਆਂ ਦੇ ਦਿੱਤੀਆਂ ਨੇ, ਹੁਣ ਇੱਥੇ ਫਿਰ ਉਹੀ ਪੰਗਾ ਪੈਣ ਲੱਗਾ। ਸੋ ਦੇਖੋ ਪਰ ਮੈਨੂੰ ਐਂ ਲੱਗਦਾ ਵੀ ਸਲਾਹਕਾਰ ਤਾਂ ਇਹਨਾਂ ਦੇ ਜਿਹੜੇ ਸਾਡੇ ਦਿੱਲੀ ਵਾਲੇ ਮੁੱਖ ਮੰਤਰੀ ਆ ਤੇ ਇੰਡੀਅਨ ਰੈਵਨਿਊ ਸਰਵਿਸਿਜ਼ ਦੇ ਅਫਸਰ ਰਹੇ ਆ ਜੀ ਜ਼ਰੂਰ ਕੋਈ ਨਾ ਕੋਈ ਤੋੜ ਜਿਹੜਾ ਉਹ ਲੱਭਣਗੇ, ਹੋ ਸਕਦਾ ਕੋਈ ਨਾ ਕੋਈ ਰਸਤਾ ਕੱਢ ਲੈਣ ਤਾਂ ਇੱਕ ਵਧੀਆ ਮਾਹੌਲ ਵੇਖਣ ਨੂੰ ਮਿਲੇ। ਬਿਲਕੁਲ। ਤੇ ਹੁਣ ਆਪਾਂ ਜਾਂਦੇ ਜਾਂਦੇ ਉਹ ਜੋ ਗੀਤ ਹੈ SYL ਦਾ ਸਿੱਧੂ ਮੂਸੇਵਾਲਾ ਦਾ ਜੀ, ਔਰ ਉਹਦੇ ਬਾਰੇ ਵੀ ਪੰਜਾਬ ਦੀ ਦੇਖੋ ਕੇਂਦਰ ਸਰਕਾਰ ਨੇ ਉਹਦੇ ਲਈ ਉਹਦੇ ਖਿਲਾਫ ਜਿਹੜਾ ਆ ਪਹੁੰਚ ਕੀਤੀ ਸੀ, YouTube ਤੋਂ ਹਟਾਤਾ ਗਿਆ। ਕੱਲਾ ਉਹੀ ਨਹੀਂ ਹਟਾਇਆ, ਕਿਸਾਨ ਏਕਤਾ ਮੋਰਚਾ ਦਾ ਜਿਹੜਾ ਤੇ ਟਵਿੱਟਰ ਅਕਾਊਂਟ ਹੈ ਟਰੈਕਟਰ ਟੂ ਟਵਿੱਟਰ ਅਕਾਊਂਟ ਹੈ ਉਹ ਵੀ ਹਟਾਤੇ ਗਏ ਆ। ਦੇਖੋ ਮੈਂ ਸਮਝਦਾ ਵੀ ਇਹ ਇੱਕ ਤਰ੍ਹਾਂ ਨਾਲ ਜਿਹੜੀ ਕੋਈ ਵਿਰੋਧੀ ਆਵਾਜ਼ ਹੋਵੇ, ਵਿਰੋਧੀ ਸੁਰ ਹੋਵੇ, ਬਿਲਕੁਲ ਜੀ, ਇਹ ਉਹਨੂੰ ਦਬਾਉਣ ਦਾ ਮਤਲਬ ਫਰੀडम ਆਫ ਐਕਸਪ੍ਰੈਸ਼ਨ ਬਿਲਕੁਲ ਜਿਹੜੀ ਬੋਲਣ ਦੀ ਆਜ਼ਾਦੀ ਹੈ, ਬੋਲਣ ਦੀ ਆਜ਼ਾਦੀ ਹੈ, ਹਾਂ ਇਹ ਤਾਂ ਉਹਦੀ ਇਨਫ੍ਰਿੰਜਮੈਂਟ ਆ, ਉਹਦੀ ਸੰਗੀ ਕੁੱਟਣ ਵਾਲੀ ਗੱਲ ਦੇ ਤੁਲ ਮੈਂ ਇਹਨੂੰ ਸਮਝਦਾ ਹੈਗਾ ਹੈ ਨਾ। ਬਿਲਕੁਲ ਜੀ। ਭਈ ਤੁਸੀਂ ਜੇ SYL ਵਾਲਾ ਗੀਤ ਪੰਜਾਬ ਲਈ ਹਾਂ ਦਾ ਨਾਰਾ ਮਾਰਿਆ, ਪੰਜਾਬ ਦੀਆਂ ਗੱਲਾਂ ਹੀ ਕੀਤੀਆਂ, ਪੰਜਾਬ ਦੇ ਮੁੱਖ ਮੁੱਦੇ ਬਾਰੇ ਸੀ, ਉਹਦੇ ਵਿੱਚ ਕੋਈ ਅੱਤਵਾਦ ਵਾਲੀ ਜਾਂ ਕੋਈ ਹੋਰ ਗਲਤ ਨਹੀਂ ਕੋਈ ਕੀਤੀ ਉਹਨੇ ਹੈ ਨਾ। ਸੋ ਉਹਨੂੰ ਹਟਾਉਣਾ, ਉਹਦੇ ਪਰਿਵਾਰ ਨੇ ਵੀ ਇਸ ਗੱਲ ਦਾ ਵਿਰੋਧ ਕੀਤਾ ਹੈਗਾ। ਸਿੱਧੂ ਮੂਸੇਵਾਲੇ ਦੇ ਚਾਚੇ ਦਾ ਪਿਛਲੇ ਦਿਨੀ ਬਿਆਨ ਆਇਆ ਸੀਗਾ ਭਈ ਦੇਖੋ ਇੱਦਾਂ ਤੁਸੀਂ ਲੋਕ ਮਨਾਂ 'ਚੋਂ ਕਿਸੇ ਨੂੰ ਮਨਫੀ ਨਹੀਂ ਕਰ ਸਕਦੇ, ਇੱਦਾਂ ਤੁਸੀਂ ਲੋਕ ਮਨਾਂ 'ਚੋਂ ਕਿਸੇ ਨੂੰ ਘੇਰ ਨਹੀਂ ਸਕਦੇ ਭਈ ਉਹਦਾ ਗੀਤ ਹਟਾ ਦਿਓ, ਜਾਂ ਕਿਸਾਨ ਜਥੇਬੰਦੀਆਂ ਜਿਹੜੀਆਂ ਮਤਲਬ ਜਿਹੜੀਆਂ ਆਪਣੀਆਂ ਪੈਲੀ ਦੀ ਰਾਖੀ ਲਈ, ਆਪਣੇ ਹੱਕਾਂ ਲਈ ਮਤਲਬ ਦਿੱਲੀ ਦੇ ਬਾਰਡਰ 'ਤੇ ਜਾ ਕੇ ਜੂਝਦੀ ਰਹੇ ਲੋਕ, ਉਹਨਾਂ ਦੇ ਤੁਸੀਂ ਅਕਾਊਂਟ ਹੀ ਹਟਾ ਦੇਵੋ। ਭਾਜਪਾ ਦਾ ਆਪਣੇ ਤੁਸੀਂ ਦੇਖਦੇ ਆ ਭਈ ਜਿਹੜੀ ਕਿੱਡੀ ਵੱਡੀ IT ਸੈੱਲ ਆ ਉਹਨਾਂ ਦਾ, ਉਹ ਕੂੜ ਪ੍ਰਚਾਰ 'ਤੇ ਜਦੋਂ ਆਉਂਦੇ ਆ ਤਾਂ ਕਿੱਦਾਂ ਟ੍ਰੋਲਿੰਗ ਕਰਦੇ ਆ, ਕਿੱਦਾਂ ਟ੍ਰੋਲਿੰਗ ਕਰਦੇ ਆ। ਸਹੀ ਗੱਲ ਹੈ। ਸੋ ਉਹਨਾਂ ਦੇ ਅਕਾਊਂਟ ਨਹੀਂ ਕਦੀ ਬੰਦ ਹੁੰਦੇ। ਔਰ ਦੂਜਾ ਟਰੈਕਟਰ ਟੂ ਟਵਿੱਟਰ ਜਿਹੜਾ ਆ ਉਹ ਚੁੱਭਦਾ ਸਰਕਾਰਾਂ ਨੂੰ ਹੈ। ਠੀਕ ਆ। ਦੂਜੀ ਗੱਲ ਇਹ ਹੈ ਕਿ ਠੀਕ ਹੈ ਸੋਸ਼ਲ ਮੀਡੀਆ ਦੇ ਉੱਤੋਂ ਤੁਸੀਂ ਹਟਾ ਦਿੱਤਾ, ਪਾਰਲੀਮੈਂਟ ਦੇ ਵਿੱਚ ਵੀ ਗੱਲ ਹੋਈ ਹੈ ਪੰਜਾਬ ਦੀ। ਸੋ ਇਹ ਸਾਰੀਆਂ ਗੱਲਾਂ ਮਾਹੌਲ ਤਾਂ ਇਹੀ ਬਣਾਉਂਦੀਆਂ ਨੇ ਕਿ ਜਦੋਂ ਵੀ ਤੁਸੀਂ ਕੋਈ ਐਸੀ ਚੀਜ਼ ਐਕਸਪ੍ਰੈਸ ਕਰਦੇ ਹੋ ਜੋ ਕਿਤੇ ਨਾ ਕਿਤੇ ਜੋ ਵੱਡੀਆਂ ਪਾਵਰਸ ਵਾਲੇ ਲੋਕ ਨੇ ਉਹਨਾਂ ਨੂੰ ਸੂਟ ਨਹੀਂ ਕਰਦੀ ਜਾਂ ਉਹਨਾਂ ਦੀ ਵਿਚਾਰਤ ਨੂੰ ਸੂਟ ਨਹੀਂ ਕਰਦੀ, ਭਾਵੇਂ ਤੁਸੀਂ ਸੱਚੇ ਵੀ ਹੋਵੋ, ਸਹੀ ਵੀ ਹੋਵੋ, ਪਰ ਤੁਹਾਨੂੰ ਹਟਾ ਦਿੱਤਾ ਜਾਂਦਾ ਹੈ। ਬਿਲਕੁਲ। ਪਰ ਇੱਦਾਂ ਆ ਭਈ ਮਦਨ ਜਲੰਧਰੀ ਇੱਕ ਨਾ ਵੈਸੇ ਤਾਂ ਉਹ ਸਰਕਾਰੀ ਨੌਕਰੀ ਕਰਦੇ ਆ ਪਰ ਉਹ ਸ਼ਾਇਰ ਵੀ ਆ। ਉਹਨਾਂ ਨੇ ਬਹੁਤ ਚਿਰ ਪਹਿਲਾਂ ਇੱਕ 2 ਲਾਈਨਾਂ ਸੀ ਉਹਨਾਂ ਦੀ ਕਵਿਤਾ ਦੀਆਂ ਭਈ ਦਰਿਆਵਾਂ ਨੂੰ ਬੰਨ ਤਾਂ ਬੇਸ਼ੱਕ ਮਾਰ ਲਵੋ, ਹੜ੍ਹ ਆਏ ਪਰ ਆਪਣੇ ਢੰਗ ਨਾਲ ਵਗਦੇ ਹਨ। ਸਹੀ ਹੈ ਭਈ ਜਦੋਂ ਹੜ੍ਹ ਆਉਂਦੇ ਆ ਨਾ ਫਿਰ ਜਿਹੜੇ ਬੰਨੇ ਹੁੰਦੇ ਆ ਉਹ ਹੱਦ ਬੰਨੇ ਸਾਰੇ ਰੋੜ ਕੇ ਲੈ ਜਾਂਦੇ ਆ। ਠੀਕ ਹੈ। ਸੋ ਇੱਕ ਗੱਲ ਹੋਰ ਹੋ ਰਹੀ ਹੈ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਅਗਨੀਪਥ ਨੂੰ ਲੈ ਕੇ ਜੀ, ਔਰ ਸੁਖਪਾਲ ਖਹਿਰਾ ਸਾਹਿਬ ਨੇ ਇਸ ਮੁੱਦੇ ਨੂੰ ਚੁੱਕਿਆ ਕਿ ਪੰਜਾਬ ਗਵਰਨਮੈਂਟ ਕੀ ਕਰਦੀ ਪਈ ਹੈ ਜੀ। ਮਾਨ ਸਾਹਿਬ ਨੇ ਪ੍ਰੋਮਿਸ ਕੀਤਾ ਕਿ ਇੱਕ ਵਿਸ਼ਵਾਸ ਦਵਾਇਆ ਕਿ ਕੋਈ ਨਾ ਕੋਈ ਅਸੀਂ ਕਾਨੂੰਨ ਇਹਦੇ ਉੱਤੇ ਕੋਈ ਨਾ ਕੋਈ ਮਤਾ ਜ਼ਰੂਰ ਪਾਸ ਕਰਾਂਗੇ ਤਾਂ ਕਿ ਕੇਂਦਰ ਸਰਕਾਰ ਨੂੰ ਅਸੀਂ ਕੁਝ ਕਹਿ ਸਕੀਏ ਇਸ ਯੋਜਨਾ ਦੇ ਉੱਤੇ ਵੀ ਇਹਨੂੰ ਰੋਕਿਆ ਜਾਵੇ ਜਾਂ ਠੱਲ ਪਾਈ ਜਾਵੇ ਜਾਂ ਇਹਦੇ 'ਚ ਕੋਈ ਤਰਮੀਮ ਕੀਤੀ ਜਾਵੇ। ਅਸੀਂ ਉਹਨਾਂ ਨੂੰ ਕਹਿਣ ਦੇ ਯੋਗ ਬਣੀਏ, ਇਸ ਕਰਕੇ ਅਸੀਂ ਇੱਕ ਮਤਾ ਪਾਸ ਕਰਾਂਗੇ ਜੀ। ਇੱਦਾਂ ਦੀ ਸੰਭਾਵਨਾ ਹੈ ਬਿਲਕੁਲ ਭਈ ਪੰਜਾਬ ਸਰਕਾਰ ਕੋਈ ਮਤਾ ਲਿਆਵੇ ਤੇ ਮਤਾ ਤਾਂ ਅੱਗੇ ਪਾਣੀਆਂ ਬਾਰੇ ਵੀ, ਦਰਿਆਈ ਪਾਣੀਆਂ ਬਾਰੇ ਵੀ ਪਾਸ ਕੀਤਾ, ਚੰਡੀਗੜ੍ਹ ਬਾਰੇ ਵੀ ਪਾਸ ਕੀਤਾ, ਪਰ ਮਤੇ ਰੁਲਦੇ ਰਹਿੰਦੇ ਆ। ਜਦੋਂ ਕੇਂਦਰੀ ਹਕੂਮਤਾਂ ਆਪਣੀ ਮਰਜ਼ੀ 'ਤੇ ਆ ਜਾਣ ਤਾਂ ਫਿਰ ਉਹ ਮਤਿਆਂ ਦੀ ਪਰਵਾਹ ਨਹੀਂ ਕਰਦੀ। ਮਤਾ ਉਹ ਫਿਰ ਰਾਜਪਾਲਾਂ ਕੋਲੇ ਪੈ ਰਹਿੰਦੇ ਆ ਨਾ। ਸੋ ਦੇਖੋ ਆਪ ਕੀ ਕਰਦੀ ਆ, ਕਿੰਨਾ ਕੇਂਦਰ ਤੇ ਦਬਾਅ ਬਣਾਉਂਦੀ ਆ ਤੇ ਇਹਦਾ ਕੀ ਹੱਲ ਨਿਕਲਦਾ। ਵੈਸੇ ਤੇ ਪੂਰੇ ਭਾਰਤ ਦੇ ਵਿੱਚ ਹੀ ਇਸ ਗੱਲ ਨੂੰ ਲੈ ਕੇ ਚਰਚਾ ਮਗੀ ਹੋਈ ਹੈ ਔਰ ਨੌਜਵਾਨ ਵਰਗ ਕਾਫੀ ਇਹਦੇ ਉੱਤੇ ਤੁਸੀਂ ਕਹਿ ਸਕਦੇ ਹੋ ਨਿਰਾਸ਼ ਆ ਔਰ ਬੇਚੈਨੀ ਫੈਲੀ ਹੋਈ ਹੈ। ਇਨਸਿਕਿਉਰਿਟੀ ਆ। ਦੇਖੋ ਫਿਊਚਰ ਦਾ ਕੀ ਹੋਏਗਾ, ਸਾਡੇ ਦਾ ਭਵਿੱਖ ਦਾ ਕੀ ਬਣੂਗਾ, ਸਾਡੇ ਮੁਸਤਕਬਲ ਦਾ ਕੀ ਬਣੂਗਾ ਹੈ ਨਾ। ਸੋ ਖੈਰ ਇੱਦਾਂ ਆ ਭਈ ਸੰਜੀਵ ਜੀ
ਸਰਕਾਰਾਂ ਨਾ ਲੋਕਾਂ ਦੀ ਬਿਹਤਰੀ ਲਈ ਸੋਚਣ ਤਾਂ ਫਿਰ ਘੜੀ ਕੱਢਦੀਆਂ ਹੁੰਦੀਆਂ, ਤੇ ਨਹੀਂ ਤਾਂ ਲੋਕ ਸਰਕਾਰਾਂ ਨੂੰ ਹਟਾ ਵੀ ਦਿੰਦੇ ਆ, ਆਉਂਦੀਆਂ ਚੋਣਾਂ 'ਚ ਹਰਾ ਵੀ ਦਿੰਦੇ ਆ, ਜਿਤਾ ਵੀ ਦਿੰਦੇ ਆ, ਹੈ ਨਾ। ਐਂਟੀ ਇਨਕੰਬੈਂਸੀ ਆਮ ਹੀ ਆਪਾਂ ਲਫ਼ਜ਼ ਸੁਣਦੇ ਆ ਵੀ ਬਸ ਜਿਹੜੇ ਬੈਠੇ ਆ ਗੱਦੀ ਤੇ ਉਹਨਾਂ ਨੂੰ ਪਾਸੇ ਕਰੋ, ਅਗਲਾ ਜਿਹੜਾ ਮਰਜ਼ੀ ਆ ਜਾਵੇ। ਬਿਲਕੁਲ, ਲੋਕ ਇਦਾਂ ਵੀ ਫਿਰ ਆਉਂਦੇ ਆ। ਸਾਰੀ ਪਾਵਰ ਤਾਂ ਲੋਕਾਂ ਦੇ ਹੱਥ ਹੈ, ਲੋਕਤੰਤਰ ਹੈ, ਬਿਲਕੁਲ, ਵੋਟ ਦੀ ਤਾਕਤ ਹੈ। ਬਿਲਕੁਲ। ਸੋ ਉਮੀਦ ਕਰਦੇ ਹਾਂ ਕਿ ਸਭ ਕੁਝ ਵਧੀਆ ਹੋਵੇ ਜੀ। ਔਰ ਜਿਹੜਾ ਹੁਣ ਨਵਾਂ ਬਜਟ ਹੈ ਉਹਦੀ ਵੀ ਆਪਾਂ ਚਰਚਾ ਕੀਤੀ ਹੈ ਜੀ। ਹੁਣ ਇਹ ਜਿਹੜੀ ਨਵੀਂ ਲਿਕੁਇਡ ਪਾਲਿਸੀ ਹੈ, ਇਹ ਦੋਵੇਂ ਕੰਮ ਫਸ ਗਏ ਨੇ। ਦੇਖੋ ਹੁਣ ਇਹ ਕੰਮ ਕਿੱਧਰ ਨੂੰ ਤੁਰਦਾ, ਇਕੋਨੋਮਿਸਟ ਕਿੱਦਾਂ ਹੁਣ ਨਵੇਂ ਰਸਤੇ ਕੱਢਦੇ ਨੇ, ਤੇ ਨਾਲ ਤੁਸੀਂ ਜਿਹੜੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਨੇ ਉਹਨਾਂ ਦੇ ਉੱਤੇ ਵੀ ਤੁਸੀਂ ਜ਼ਿੰਮੇਵਾਰੀ ਪਾ ਦਿੱਤੀ ਹੈ। ਬਿਲਕੁਲ, ਵੀ ਤੁਸੀਂ ਆਪਣਾ ਹੁਣ ਤਜਰਬਾ ਇੱਥੇ ਲੈ ਕੇ ਆਓ ਤੇ ਕੋਈ ਤੋੜ ਕੱਢੋ। ਬਿਲਕੁਲ। ਹੁਣ ਚੱਲਿਆ ਜਾਵੇ ਜੀ। ਜੀ, ਮੇਰਾ ਖਿਆਲ ਆ ਅੱਜ ਲਈ ਇੰਨਾ ਕਾਫੀ ਹੈ ਜੀ। ਠੀਕ ਹੈ ਜੀ, ਤੁਸੀਂ ਆਪਣੇ ਵਿਚਾਰ ਸਾਨੂੰ ਇਨਬਾਕਸ ਕਰੋ ਤੇ ਇਸੇ ਤਰ੍ਹਾਂ ਜੁੜੇ ਰਹੋ ਪੰਜਾਬ ਮੇਲ USA TV ਦੇ ਨਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ।